ਕਮਾਵਾਂਗੇ ਤਾਂ ਘਰੇ ਰੋਟੀ ਆਏਗੀ, ਨਹੀਂ ਤਾਂ ਨਹੀਂ ਆਏਗੀ। ਤਾਂ ਉਹ ਇਹੋ ਜਿਹੀ ਸਿਚੁਏਸ਼ਨ ਸੀਗੀਆਂ ਵੀ ਡੂ ਔਰ ਡਾਈ। ਤਾਂ ਰਿਲੇਟਿਵਸ ਦਾ ਇਹ ਰਹਿੰਦਾ ਸੀਗਾ ਕਿ ਇਹ ਜੋ ਮਤਲਬ ਇਹਨਾਂ ਦੇ ਪਹਿਲਾਂ ਪੇਰੈਂਟਸ ਨੇ ਸਕਸੈਸ ਲੈ ਲਈ, ਜੋ ਵੀ ਕਰ ਲਿਆ ਉਹ ਉਹੋ ਜਿਹੀ ਇਹ ਕੁਝ ਕਰ ਲੈਣਗੇ। ਬਟ ਮੈਨੂੰ ਪਤਾ ਸੀ ਕਿ ਮੈਂ ਉਹਨਾਂ ਦਾ ਜਿਹੜਾ ਸਾਰਾ ਉਹ ਹੈਗਾ ਗੁਰੂਰ ਉਹ ਤੋੜਨਾ ਹੈ ਕਿਤੇ ਨਾ ਕਿਤੇ ਜਾ ਕੇ। ਉਹ ਟੁੱਟਣਾ ਕਿਵੇਂ ਸੀਗਾ? ਉਹ ਟੁੱਟਣਾ ਸੀ ਸਕਸੈਸ ਨਾਲ ਤੇ ਟੁੱਟਣਾ ਸੀ ਆਪਣੇ ਕੰਮ ਨਾਲ। ਸੁਬਾਹ ਦੇ 10 ਵਜੇ ਸੀਗੇ ਤੇ ਰਾਤ ਦੇ 3 ਵਜੇ ਸੀ। ਅੱਜ ਆਪਣੇ ਲਵਜ਼ ਬਾਈਟ ਨੂੰ ਖੁੱਲੇ ਪੂਰੇ 1 ਨਵੰਬਰ ਨੂੰ, ਪਿਛਲੇ 1 ਨਵੰਬਰ ਨੂੰ 4 ਸਾਲ ਹੋ ਗਏ। 4 ਸਾਲ ਦੇ 365 ਨਾਲ ਤੁਸੀਂ ਗੁਣਾ ਕਰ ਲਓ, 365 ਦਿਨ ਦੇ ਹਿਸਾਬ ਨਾਲ ਗਿਣ ਲਓ। ਮੈਂ ਇੱਕ ਦਿਨ ਉਹਦਾ ਰੈਸਟੋਰੈਂਟ ਕਦੇ ਬੰਦ ਨਹੀਂ ਰੱਖਿਆ। ਆਲਮੋਸਟ ਸਭ ਦੇ ਮੂੰਹੋਂ ਇਹੀ ਗੱਲ ਨਿਕਲਦੀ ਹੈ ਵੀ ਸਕਸੈਸ ਜਿਹੜੀ ਹੈ ਇਹ ਓਵਰਨਾਈਟ ਮਿਲ ਗਈ, ਰਾਤੋਂ ਰਾਤ ਮਿਲ ਗਈ। ਬਟ ਸਾਨੂੰ ਪਤਾ ਹੈ ਉਹ ਰਾਤ ਸਾਡੇ ਲਈ 8 ਸਾਲ ਲੰਬੀ ਸੀਗੀ। ਜਦੋਂ ਅਸੀਂ ਰੈਸਟੋਰੈਂਟ ਓਪਨ ਕੀਤਾ ਇੱਥੇ 2019 ਦੇ ਵਿੱਚ, ਤਾਂ ਉਦੋਂ ਇਹ ਜ਼ਰੂਰ ਸੀਗਾ ਕਿ ਅੱਜ ਜੇ ਉਹ ਹੁੰਦੇ ਤਾਂ ਮੈਂ ਛੋਟੇ ਘਰ ਤੋਂ ਤੁਰਿਆ ਆਇਆ, ਸੁਪਨੇ ਵੱਡੇ ਲੈ ਕੇ ਮੈਂ, ਕਿਸਮਤ ਤੇ ਆਪੇ ਤੈਨੂੰ ਸਿੱਧੀ ਕਰ ਲੂੰ। ਹੁਣ ਤਾਂ ਚੱਲ ਪਿਆ ਕਹਿ ਕੇ ਮੈਂ, ਪਹਿਲਾਂ ਨਾਲੋਂ ਦੂਣਾ ਹੋ ਉੱਠਿਆ, ਪਹਿਲਾਂ ਨਾਲੋਂ ਦੂਣਾ ਹੋ ਉੱਠਿਆ। ਔਕੜਾਂ ਕੋਲੋਂ ਢਹਿ ਕੇ ਮੈਂ, ਜ਼ਿੰਦਗੀ ਤਾਂ ਇੱਕੋ ਵਾਰੀ ਮਿਲਣੀ, ਜ਼ਿੰਦਗੀ ਤਾਂ ਇੱਕੋ ਵਾਰੀ ਮਿਲਣੀ। ਗਰਿਆਲਾ ਤੈਂ ਕੱਟਣੀ ਨਹੀਂ ਵਿਹਲਾ ਬਹਿ ਕੇ ਤੈਂ, ਗਰਿਆਲਾ ਤੈਂ ਕੱਟਣੀ ਨਹੀਂ ਵਿਹਲਾ ਬਹਿ ਕੇ ਤੈਂ। ਸਤਿ ਸ੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਆ ਜਸ ਗਰੇਵਾਲ। ਕਹਿੰਦੇ ਨੇ ਕਿ ਸੁਪਨੇ ਵੱਡੇ ਲੈਣੇ ਚਾਹੀਦੇ ਨੇ, ਭਾਵੇਂ ਤੁਸੀਂ ਛੋਟੇ ਘਰਾਂ ਤੋਂ ਉੱਠੇ ਹੋਵੋ। ਤੇ ਅੱਜ ਦੀ ਮੁਲਾਕਾਤ ਜਿਹੜੀ ਆ ਕੁਝ ਖਾਸ ਆ, ਜਿਹੜੇ ਛੋਟੇ ਘਰਾਂ ਦੇ ਵਿੱਚ ਰਹਿ ਕੇ ਵੱਡੇ ਸੁਪਨੇ ਲੈਂਦੇ ਨੇ। ਕਿਸੇ ਵੇਲੇ ਬਠਿੰਡੇ ਦੇ 2 ਭਰਾਵਾਂ ਨੇ ਇੱਕ ਸੁਪਨਾ ਲਿਆ ਵੱਡਾ, ਆ ਭਾਵੇਂ ਛੋਟੇ ਘਰਾਂ ਤੋਂ ਸੀ, ਤੇ ਉਹ ਸੁਪਨਾ ਜਿਹੜਾ ਆ ਅੱਜ ਚਮਕ ਰਿਹਾ ਆ। ਬਠਿੰਡੇ ਦੀ ਸਭ ਤੋਂ ਵੱਧ ਜਿਹੜੀ ਹੈਗੀ ਆ ਭੀੜ ਭਾੜ ਵਾਲੀ ਸੜਕ ਦੇ ਉੱਪਰ ਇਹ ਸੁਪਨਾ ਚਮਕ ਰਿਹਾ ਆ ਲਵਜ਼ ਬਾਈਟ ਦੇ ਨਾਮ ਤੋਂ। ਸ਼ੁਰੂਆਤ ਕਿਸ ਤਰ੍ਹਾਂ ਦੇ ਨਾਲ ਹੋਈ, ਕਿਵੇਂ ਇਹ ਸੁਪਨਾ ਸਿਰਜਿਆ ਗਿਆ, ਕਿਵੇਂ ਇਹ ਸੁਪਨਾ ਜਿਹੜਾ ਹੈਗਾ ਆ ਇੱਕ ਅੰਪਾਇਰ ਬਣਿਆ, ਇਸ ਤੇ ਬਾਬਤ ਗੱਲਬਾਤ ਕਰਾਂਗੇ। ਇਹ 2 ਭਰਾ ਜਿਹੜੇ ਆ ਉਹ ਮੇਰੇ ਨਾਲ ਹੋਣਗੇ, ਬਾਈ ਅਕਸ਼ੇ ਤੇ ਬਾਈ ਰਾਹੁਲ। ਸਭ ਤੋਂ ਪਹਿਲਾਂ ਦੋਹਾਂ ਦਾ ਸਵਾਗਤ ਕਰ ਲੈਂਦੇ ਆ, ਉਸ ਤੋਂ ਬਾਅਦ ਅਗਲੀ ਗੱਲਬਾਤ ਵਧਾਂਗੇ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਆਰਐਮਬੀ ਟੈਲੀਵਿਜ਼ਨ ਤੇ। ਸਤਿ ਸ਼੍ਰੀ ਅਕਾਲ ਜਸ ਭਾਈ, ਮੈਨੀ ਥੈਂਕਸ ਫॉर योर ਪ੍ਰੀਸ਼ੀਅਸ ਵਿਜ਼ਿਟ। ਅੱਛਾ, ਜੇ ਮੈਂ ਗੱਲ ਕੀਤੀ ਆ, ਤੁਹਾਡੇ ਤੋਂ ਸ਼ੁਰੂਆਤ ਕਰੂੰਗਾ ਕਿ ਸੁਪਨਾ ਸਿਰਜਿਆ, ਕਿਸੇ ਵੇਲੇ ਸੁਪਨਾ ਲਿਆ ਛੋਟੇ ਘਰ ਤੋਂ ਉੱਠ ਕੇ। ਐਗਜ਼ੈਕਟਲੀ। ਲਵਜ਼ ਬਾਈਟ ਰਾਈਟ। ਕਿਵੇਂ ਸ਼ੁਰੂਆਤ ਹੋਈ? ਸ਼ੁਰੂਆਤ 2016 ਦੇ ਵਿੱਚ ਹੋਟਲ ਮੈਨੇਜਮੈਂਟ ਸਟਾਰਟ ਕੀਤੀ। ਇਹ ਤਾਂ ਪਤਾ ਸੀ ਕਿ ਕੁਝ ਆਪਣਾ ਕਰਨਾ ਹੈ, ਬਟ ਇਹ ਨਹੀਂ ਪਤਾ ਸੀ ਕਿ ਕਿੱਦਾਂ ਕਰਨਾ ਹੈ। ਇਹ ਤਾਂ ਡੈਫੀਨੇਟਲੀ ਕਨਫਰਮ ਹੀ ਸੀ ਕਿ ਕੋਈ ਨਾ ਕੋਈ ਬਿਜ਼ਨਸ ਕਰਾਂਗੇ, ਬਟ ਇਹ ਸ਼ੋਰ ਨਹੀਂ ਸੀ ਕਿ ਕਿੱਦਾਂ ਕਰਾਂਗੇ। ਤਾਂ ਲਵਜ਼ ਬਾਈਟ ਇੱਕ ਨਾਮ ਪਹਿਲੀ ਵਾਰੀ ਮਾਈਂਡ ਦੇ ਵਿੱਚ ਆਇਆ ਜਦੋਂ ਮੈਂ ਹੋਟਲ ਮੈਨੇਜਮੈਂਟ 2016 ਦੇ ਵਿੱਚ ਕਰ ਰਿਹਾ ਸੀਗਾ। 2016 'ਚ ਬੈਠੇ ਬੈਠੇ ਮਾਈਂਡ ਦੇ ਵਿੱਚ ਇੱਕ ਪਲਾਨ ਬਣਾਇਆ ਕਿ ਛੋਟਾ ਜਿਹਾ ਇੱਦਾਂ ਇੱਕ ਕੋਈ ਨਾ ਕੋਈ ਪੁਆਇੰਟ ਖੋਲਾਂਗੇ ਜਦੋਂ ਆਪਣਾ ਥੋੜ੍ਹਾ ਜਿਹਾ ਸੈਟਲਮੈਂਟ ਹੋ ਗਈ। 2016-17 ਇੱਦਾਂ ਹੀ ਲੰਘੀ। ਜੋਬ ਕਰਦੇ ਰਹੇ ਸਟਾਰਟਿੰਗ ਤੋਂ ਹੀ, ਮਤਲਬ ਜਿਸ ਟਾਈਮ ਸਟੱਡੀ ਚੱਲ ਰਹੀ ਸੀ, ਸਟੱਡੀ ਤੋਂ ਪਹਿਲਾਂ ਵੀ ਜੋਬ ਸੀ ਅਤੇ ਸਟੱਡੀ ਦੇ ਵਿੱਚ ਵੀ ਨਾਲ ਜੋਬ ਚੱਲ ਰਹੀ ਸੀਗੀ। ਪੀਜ਼ਾ ਹਟ ਦੇ ਵਿੱਚ ਇੱਕ ਛੋਟੀ ਜਿਹੀ ਜੋਬ ਕਰ ਰਿਹਾ ਸੀ ਮੈਂ ਐਜ਼ ਅ ਡਿਲੀਵਰੀ ਬੋਏ। ਉਸ ਤੋਂ ਬਾਅਦ 2017 ਦੇ ਵਿੱਚ ਪਾਸ ਆਊਟ ਹੋਣ ਤੋਂ ਬਾਅਦ ਦਿੱਲੀ ਟ੍ਰੇਨਿੰਗ ਲਈ ਗਿਆ ਮੈਂ। ਦਿੱਲੀ ਟ੍ਰੇਨਿੰਗ ਲਈ ਜਾਣ ਤੋਂ ਬਾਅਦ ਵਾਪਸ ਜਦੋਂ ਆਇਆ ਬਠਿੰਡਾ ਅਤੇ ਇੱਕ ਜੋਬ ਕੀਤੀ ਇੱਦਾਂ ਹੀ ਇਸੇ ਫੀਲਡ ਦੇ ਵਿੱਚ ਹੀ ਛੋਟੀ ਜਿਹੀ। ਉਸ ਤੋਂ ਬਾਅਦ ਦੈਨ ਆਪਣਾ 2017 ਤੋਂ ਹੀ ਪਲਾਨ ਚੱਲ ਰਿਹਾ ਸੀਗਾ ਕਿ ਮਾਈਂਡ 'ਚ ਸਭ ਕੁਝ ਮੂਵੀ ਤਿਆਰ ਹੋ ਚੁੱਕੀ ਸੀ ਕਿ ਕਰਨਾ ਕੀ ਹੈ, ਬਟ ਇਹ ਹੈ ਕਿ ਉਹਨੂੰ ਰਿਐਲਿਟੀ ਦੇ ਵਿੱਚ ਕਿੱਦਾਂ ਕਨਵਰਟ ਕਰਨਾ ਸੀ, ਉਹਦੇ ਲਈ ਥੋੜ੍ਹੀ ਜਿਹੀ ਪ੍ਰੋਬਲਮਸ ਆ ਰਹੀਆਂ ਸੀ ਕਿਉਂਕਿ ਫਾਈਨੈਂਸ਼ੀਅਲੀ ਸਟੇਬਲ ਨਹੀਂ ਸੀਗੇ, ਫਾਈਨੈਂਸ਼ੀਅਲੀ ਸਟਰੋਂਗ ਨਹੀਂ ਸੀਗੇ। ਅਤੇ ਦੈਨ ਅਸੀਂ 2018 ਦੇ ਵਿੱਚ ਮੈਂ ਰਾਹੁਲ ਨਾਲ ਥੋੜ੍ਹਾ ਜਿਹਾ ਡਿਸਕਸ਼ਨ ਕੀਤੀ। ਪਹਿਲਾਂ ਇਹਦੇ ਨਾਲ ਕੋਈ ਡਿਸਕਸ਼ਨ ਨਹੀਂ ਹੋਈ ਮੇਰੀ ਵੀ ਇੱਦਾਂ ਕਰਕੇ ਰਾਹੁਲ ਵੀ ਆਪਾਂ ਕੁਝ ਕਰਨਾ ਹੈ, ਅਤੇ ਇਹਨਾਂ ਨੇ ਪੂਰਾ ਸਾਥ ਦਿੱਤਾ। ਅਤੇ 2018 ਨਵੰਬਰ ਦੇ ਵਿੱਚ ਪ੍ਰੋਪਰ ਥੋੜ੍ਹਾ ਬਹੁਤ ਲੋਨਸ ਲੈ ਕੇ ਅਤੇ ਛੋਟੀ ਜਿਹੀ ਮਾਈਨਰ ਜਿਹੀ ਇਨਵੈਸਟਮੈਂਟ ਤੋਂ 30-40,000 ਦੀ ਇਨਵੈਸਟਮੈਂਟ ਤੋਂ ਅਤੇ ਅਸੀਂ ਸਟਾਰਟ ਕੀਤਾ ਘਰੇ ਇਹ ਬਿਜ਼ਨਸ। 2018 ਦੀ 1 ਨਵੰਬਰ ਨੂੰ ਅਸੀਂ ਸਟਾਰਟ ਕੀਤਾ। 1 ਨਵੰਬਰ ਨੂੰ ਸਟਾਰਟ ਕੀਤਾ ਅਤੇ ਮੇਰਾ ਬੇਸਿਕ ਜਿਹੜਾ ਮੇਨ ਫੋਕਸ ਸੀਗਾ ਉਹ ਲੇਟ ਨਾਈਟ ਡਿਲੀਵਰੀਜ਼ ਦੇਣ 'ਤੇ ਸੀਗਾ।
ਕਿ ਅਸੀਂ ਆਊਟਰ ਦੇ ਵਿੱਚ ਮਤਲਬ 15 to 20 ਕਿਲੋਮੀਟਰਸ ਆਊਟਰ ਦੇ ਵਿੱਚ ਅਸੀਂ ਆਪਣੀ ਡਿਲੀਵਰੀਜ਼ ਨੂੰ ਪ੍ਰੋਵਾਈਡ ਕਰਾਂਗੇ, ਕਿਉਂਕਿ ਮੈਨੂੰ ਪਤਾ ਸੀਗਾ ਕਿ ਲੋਕਲ ਮਾਰਕੀਟ ਨੂੰ ਕੈਪਚਰ ਕਰਨਾ ਇੰਨਾ ਈਜ਼ੀ ਨਹੀਂ ਹੈਗਾ। ਇੰਨੀ ਛੋਟੀ ਜਿਹੀ ਫੰਡਿੰਗ ਨਾਲ ਆਪਾਂ ਲੋਕਲ ਮਾਰਕੀਟ ਨੂੰ ਕੈਪਚਰ ਨਹੀਂ ਕਰ ਸਕਦੇ। ਤਾਂ ਦੈਟਸ ਵਾਈ ਮੈਂ ਉਹ ਬਣਾਇਆ ਕਿ ਪ੍ਰੋਪਰ ਇੱਕ ਸਿਨੈਰੀਓ ਤਿਆਰ ਕੀਤਾ ਕਿ ਆਪਾਂ 15-20 ਕਿਲੋਮੀਟਰ ਤੱਕ ਡਿਲੀਵਰੀ ਪ੍ਰੋਵਾਈਡ ਕਰਾਂਗੇ ਤੇ ਉਹ ਡਿਲੀਵਰੀਜ਼ ਅਵੇਲੇਬਲ ਰਹਿਣਗੀਆਂ ਲੇਟ ਨਾਈਟ 2 o'clock ਤੱਕ। ਦੈਨ ਅਸੀਂ ਸਟਾਰਟ ਕਰ ਲਿਆ ਤੇ ਹੌਲੀ ਹੌਲੀ ਤੁਰ ਪਿਆ ਕੰਮ ਤੇ ਹੌਲੀ ਹੌਲੀ ਸਾਥ ਦਿੱਤਾ ਲੋਕਾਂ ਨੇ ਕਾਫੀ, ਤੇ ਅਸੀਂ ਆਦੇਸ਼ ਡਿਲੀਵਰੀ ਸਟਾਰਟ ਕੀਤੀ ਆਪਣੀ। ਆਦੇਸ਼ ਤੋਂ ਰਿਸਪੌਂਸ ਆਇਆ ਸਾਨੂੰ ਅੱਛਾ, ਤੇ ਦੈਨ ਅਸੀਂ ਬਸ ਹੌਲੀ ਹੌਲੀ ਇੱਦਾਂ ਹੀ ਚੱਲਦਾ ਰਿਹਾ ਕਿ ਕੋਈ ਨਾ ਕੋਈ ਪ੍ਰੋਬਲਮਸ, ਨਵੀਂ ਤੋਂ ਨਵੀਂ ਪ੍ਰੋਬਲਮਸ ਫੇਸ ਕਰਦੇ ਸੀਗੇ। ਠੀਕ ਹੈ ਜੀ। ਦੈਨ ਫੈਮਿਲੀ ਦਾ ਪੂਰਾ ਸਪੋਰਟ ਸੀਗਾ। ਰਾਹੁਲ ਇਜ਼ ਲਾਈਕ ਕਿ ਇਹ ਘਰੇ ਸਾਰਾ ਫੂਡ ਪ੍ਰਿਪੇਅਰ ਕਰਦੇ ਸੀ ਤੇ ਮੇਰਾ ਕੰਮ ਹੁੰਦਾ ਸੀ ਕਿ ਪੈਂਫਲੇਟਸ ਡਿਸਟ੍ਰੀਬਿਊਟਸ ਕਰਨਾ ਤੇ ਉਸ ਤੋਂ ਬਾਅਦ ਡਿਸਟ੍ਰੀਬਿਊਟ ਕਰਕੇ ਆਰਡਰਸ ਪਿਕ ਕਰਨੇ ਕਾਲ ਤੇ ਦੈਨ ਆਰਡਰ ਪਿਕ ਕਰਕੇ ਤੇ ਉਹਨਾਂ ਨੂੰ ਡਿਲੀਵਰੀ ਦਾ ਕੰਮ ਸਾਰਾ ਮੇਰਾ ਸੀ। ਕਿਚਨ ਦਾ ਸਾਰਾ ਕੰਮ ਇਹੀ ਹੈਂਡਲ ਕਰਦੇ ਸੀ। ਇਹ ਤੇ ਘਰੇ ਮੰਮਾ ਦੇਖਦੇ ਸੀ ਸਾਰਾ ਕੁਝ। ਮੰਮਾ ਇਜ਼ ਲਾਈਕ ਕਿ ਉਹ ਪ੍ਰੈਪਰੇਸ਼ਨ ਕਰ ਦਿੰਦੇ ਹੁੰਦੇ ਸੀ, ਜਿਹੜੀ ਬੈਕ ਐਂਡ ਪ੍ਰੈਪਰੇਸ਼ਨਸ ਚਾਹੀਦੀਆਂ ਹੁੰਦੀਆਂ ਸੀਗੀਆਂ। ਤੇ ਜਿਹੜੀ ਸਾਡੀ ਬ੍ਰੈਡ ਸੀਗੀਆਂ ਮੇਨ, ਜਿਹੜੀ ਪੀਜ਼ਾ ਬ੍ਰੈਡ, ਗਾਰਲਿਕ ਬ੍ਰੈਡ, ਉਹਨਾਂ ਦੀ ਜਿਹੜੀ ਮੇਨ ਰੈਸਿਪੀ ਸੀਗੀ, ਇਹ ਆਲਰੇਡੀ ਉਸ ਲਾਈਨ ਦੇ ਵਿੱਚ ਥੋੜ੍ਹਾ ਜਿਹਾ ਕੰਮ ਕਰ ਰਹੇ ਸੀ, ਜੌਬ ਕਰ ਚੁੱਕੇ ਸੀਗੇ। ਤੇ ਉਦੋਂ ਫਿਰ ਇਹਨਾਂ ਨੇ ਇਨਵੈਂਟ ਕੀਤੀ ਕਿ ਆਪਾਂ ਇੱਦਾਂ ਦੀਆਂ ਬ੍ਰੈਡਸ ਬਣਾਵਾਂਗੇ ਜਾਂ ਇੱਦਾਂ ਦੀਆਂ। ਤਾਂ ਹੌਲੀ ਹੌਲੀ ਕਰਕੇ ਪਿਓਰ ਵੈਜ ਤੋਂ ਅਸੀਂ ਸਟਾਰਟ ਕੀਤਾ। ਉਦੋਂ ਸਾਡੇ ਕੋਲ ਨਾਨ ਵੈਜੀਟੇਰੀਅਨ ਦੇ ਵਿੱਚ ਕੋਈ ਮੈਨਿਊ ਨਹੀਂ ਸੀ। ਮੇਨ ਸਾਡੇ ਪੀਜ਼ਾ ਸੀ ਜਾਂ ਗਾਰਲਿਕ ਬ੍ਰੈਡ ਸੀ, ਮੇਨ ਚੱਲ ਰਹੀਆਂ ਸੀਗੀਆਂ। ਅੱਛਾ, ਇੱਕ ਗੱਲ ਹੋਰ ਦੱਸੋ, ਜਦੋਂ ਆਪਾਂ ਕਿਸੇ ਚੀਜ਼ ਦੀ ਸ਼ੁਰੂਆਤ ਕਰਦੇ ਹਾਂ, ਰਾਈਟ, ਆਸੇ-ਪਾਸੇ ਤੋਂ ਬੜੀਆਂ ਚੀਜ਼ਾਂ ਚੱਲਣੀਆਂ ਪੈਂਦੀਆਂ ਨੇ, ਆਸੇ-ਪਾਸੇ ਤੋਂ ਬੜੇ ਤਾਨੇ ਮਿਹਣੇ ਚੱਲਣੇ ਪੈਂਦੇ ਨੇ, ਬੜਾ ਕੁਝ ਸਹਿਣਾ ਪੈਂਦਾ, ਇੱਧਰ ਲੱਗ ਗਿਆ, ਇਹ ਕੀ ਕਰ ਲੂ ਜਾਂ ਉਹ ਇਹੋ ਜਿਹਾ ਕੁਝ। ਉਹ ਇਹੋ ਜਿਹਾ ਕੁਝ ਬਹੁਤ ਕੁਝ ਸੁਣਨ ਨੂੰ ਮਿਲਿਆ। ਇਹ ਤਾਂ ਹੋ ਹੀ ਨਹੀਂ ਸਕਦਾ ਕਿ ਆਪਾਂ ਕੋਈ ਕੰਮ ਸਟਾਰਟ ਕਰੀਏ ਤੇ ਉਹਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮਸ ਨਾ ਆਉਣ। ਇਹ ਤਾਂ ਬੜਾ ਬੇਸਿਕ ਜਿਹਾ ਫੰਡ ਹੈ ਕਿ ਪ੍ਰੋਬਲਮਸ ਆਉਣਗੀਆਂ ਤੇ ਉਹ ਬਹੁਤ ਦਿੱਕਤਾਂ ਆਉਂਦੀਆਂ ਸੀਗੀਆਂ। ਜਿੱਦਾਂ ਕਿ ਮਤਲਬ ਕਿ ਮੇਨ ਤਾਂ ਪਹਿਲਾਂ ਤੁਹਾਨੂੰ ਪਤਾ ਕਿ ਰਿਲੇਟਿਵਸ ਦਾ ਇਹ ਰਹਿੰਦਾ ਸੀਗਾ ਕਿ ਇਹ ਜੋ ਮਤਲਬ ਇਹਨਾਂ ਦੇ ਪਹਿਲਾਂ ਪੇਰੈਂਟਸ ਨੇ ਇਹ ਸਕਸੈਸ ਲੈ ਲਈ, ਜੋ ਵੀ ਕਰ ਲਿਆ ਉਹ ਉਹੋ ਜਿਹੀ ਇਹ ਕੁਝ ਕਰ ਲੈਣਗੇ। ਬਟ ਮੈਨੂੰ ਪਤਾ ਸੀ ਕਿ ਮੈਂ ਉਹਨਾਂ ਦਾ ਜਿਹੜਾ ਸਾਰਾ ਉਹ ਹੈਗਾ ਗੁਰੂਰ, ਉਹ ਤੋੜਨਾ ਹੈ ਕਿਤੇ ਨਾ ਕਿਤੇ ਜਾ ਕੇ। ਉਹ ਟੁੱਟਣਾ ਕਿਵੇਂ ਸੀਗਾ? ਉਹ ਟੁੱਟਣਾ ਸੀ ਸਕਸੈਸ ਨਾਲ ਤੇ ਟੁੱਟਣਾ ਸੀ ਆਪਣੇ ਕੰਮ ਨਾਲ। ਹੋਰ ਕੋਈ ਤਰੀਕਾ ਹੈ ਹੀ ਨਹੀਂ ਸੀ। ਜੇ ਤਰੀਕਾ ਸੀਗਾ ਵੀ ਤਾਂ ਉਹ ਸਾਡੇ ਕੋਲ ਨਹੀਂ ਸੀਗਾ। ਤਾਂ ਉਹ ਮਤਲਬ ਕਿ ਸਾਡੇ ਕੋਲ ਸਿਰਫ ਇੱਕੋ ਹੀ ਤਰੀਕਾ ਸੀ ਕਿ ਉਹਨੂੰ ਕੰਮ ਨਾਲ ਅਸੀਂ ਤੋੜੀਏ। ਤਾਂ ਪੂਰੀ ਮਿਹਨਤ ਰਹੀ ਸਵੇਰ 9 ਵਜੇ ਤੋਂ ਲੈ ਕੇ ਰਾਤ ਨੂੰ 3 ਵਜੇ ਤੱਕ ਪ੍ਰੋਪਰ ਕੰਮ ਤੇ ਸ਼ਿਫਟ। ਸਵੇਰ ਦੇ 3 ਵਜੇ ਤੱਕ। ਰਾਤ ਨੂੰ ਮਤਲਬ ਸਵੇਰ 9 ਵਜੇ ਸਟਾਰਟ ਹੋ ਜਾਣਾ। ਆਰਡਰਸ ਆ ਰਹੇ ਆ ਚਾਹੇ ਨਹੀਂ ਆ ਰਹੇ ਆ, ਅਸੀਂ ਆਪਣੀ ਪ੍ਰੈਪਰੇਸ਼ਨਸ ਪੂਰੀ ਰੱਖਦੇ ਸੀਗੇ ਹਰ ਤਰੀਕੇ ਦੇ ਨਾਲ। ਤੇ ਬਾਕੀ ਲੋਕਾਂ ਦੇ ਤਾਣੇ ਮੇਨੇ ਇਹ ਸੀਗੇ ਵੀ ਇਹ ਨਹੀਂ ਕੁਝ ਕਰ ਸਕਦੇ ਹੈਗੇ, ਵੀ ਜੋ ਕੰਮ ਜਿੱਥੇ ਸਟਾਰਟ ਹੋਇਆ ਉੱਥੇ ਹੀ ਖਤਮ ਹੋ ਜਾਏਗਾ, ਇਹ ਅੱਗੇ ਨਹੀਂ ਵੱਧ ਪਾਉਣਾ ਹੈਗਾ। ਬਟ ਅਸੀਂ ਉਸ ਚੀਜ਼ ਨੂੰ ਤੋੜਿਆ, ਰਿਕਾਰਡ ਨੂੰ ਅੱਗੇ ਕਾਫੀ ਅੱਗੇ ਤੱਕ ਹੁਣ ਆ ਚੁੱਕੇ ਹਾਂ। ਬਾਕੀ ਉਹ ਟਾਈਮ ਇੱਦਾਂ ਦਾ ਕਿ ਸੀ, ਬਟ ਇਹ ਚੀਜ਼ ਰਹੀ ਹੈ ਕਿ ਸਵੇਰ ਜਦੋਂ ਅਸੀਂ ਸਟਾਰਟ ਹੁੰਦੇ ਸੀਗੇ ਤਾਂ ਕਦੇ ਇਹ ਨਹੀਂ ਸੋਚਿਆ ਸੀ ਵੀ ਅੱਜ ਆਰਡਰਸ ਹੈ ਨਹੀਂ ਗੇ ਤਾਂ ਅੱਜ ਅਸੀਂ ਆਪਣਾ ਸੈਟਅਪ ਜਿਹੜਾ ਹੈਗਾ ਜਾਂ ਫੋਨ ਹੈਗਾ ਉਹ ਪਹਿਲਾਂ ਹੀ ਸਵਿਚ ਆਫ ਕਰ ਦਾਂਗੇ ਵੀ ਆਰਡਰ ਪਤਾ ਨਹੀਂ ਆਉਣਗੇ। ਉਹ ਚੀਜ਼ ਕਦੇ ਵੀ ਮਾਈਂਡ 'ਚ ਲੈ ਕੇ ਨਹੀਂ ਚੱਲੇ। ਮਤਲਬ ਇਹ ਟਾਈਮ ਵੀ ਰਿਹਾ ਕਿ ਦਿਨ ਦੇ ਵਿੱਚ ਇੱਕ ਸਿੰਗਲ ਆਰਡਰ 200 ਦਾ, ਬਸ 200 ਦੀ ਸੇਲ ਹੀ ਹੁੰਦੀ ਸੀ ਪੂਰੇ ਦਿਨ ਦੇ ਵਿੱਚ। ਇਹ ਟਾਈਮ ਵੀ ਦੇਖਣਾ ਪਿਆ। ਅੱਛਾ, ਇੱਕ ਚੀਜ਼ ਹੋਰ ਹੁੰਦੀ ਹੈ, ਜਦੋਂ ਸ਼ੁਰੂਆਤ ਕੀਤੀ ਹੋਣੀ ਹੈ ਹਨਾ, ਕਿ ਯਾਰ ਕੁਝ ਕਰਾਂਗੇ, ਕੁਝ ਕਮਾਵਾਂਗੇ, ਜਦੋਂ ਪਹਿਲਾ ਆਰਡਰ ਆਉਂਦਾ ਆ ਹਨਾ, ਤੇ ਉਦੋਂ ਕੀ ਆਇਆ ਸੀ? ਕੀ ਮਨ ਦੇ ਵਿੱਚ ਕੀ ਮਹਿਸੂਸ ਹੋਇਆ ਸੀ? ਕਿਸ ਤਰ੍ਹਾਂ ਦੀ ਖੁਸ਼ੀ ਸੀ ਉਹ? ਜਦੋਂ ਪਹਿਲਾ ਆਰਡਰ ਆਇਆ ਉਹ ਬੜੀ ਮਤਲਬ ਇੱਕ ਹੋ ਰਹੀ ਕਿ 1 ਨਵੰਬਰ ਨੂੰ ਮੈਂ ਓਪਨਿੰਗ ਡੇਟ ਰੱਖ ਲਈ। 1 ਨਵੰਬਰ ਨੂੰ ਓਪਨਿੰਗ ਹੋ ਵੀ ਗਈ। ਓਪਨਿੰਗ ਤਾਂ ਕੀ ਸੀ, ਬਸ ਵੀ ਆਪਣੇ ਮਾਈਂਡ ਦੇ ਵਿੱਚ ਫਿਕਸ ਸੀ ਕਿ ਇਸ ਦਿਨ ਓਪਨਿੰਗ ਹੋ ਗਈ। ਆਪਣੇ ਜੋ ਵੀ ਛੋਟਾ ਜਿਹਾ ਸਰਕਲ ਸੀ ਉਹਨਾਂ ਨੂੰ ਮੈਸੇजेस ਪਾਤੇ ਅਸੀਂ ਕਿ ਇੱਦਾਂ ਕਰਕੇ ਓਪਨਿੰਗ ਕਰ ਲਈ। ਤਾਂ ਮੇਰੇ ਇੱਕ ਫਰੈਂਡ ਨੇ ਸਟੈਲਾ ਹੋਟਲ ਦੇ ਬਾਹਰ, ਉਹਨਾਂ ਨੇ ਮੇਰੇ ਤੋਂ ਆਰਡਰ ਪਿਕ ਕੀਤਾ। ਸਟੈਲਾ ਹੋਟਲ ਦੀ ਬੈਕ ਸਾਈਡ ਆਪਣਾ ਘਰ ਸੀਗਾ। ਤਾਂ ਉਹਨਾਂ ਦੀ ਮੈਨੂੰ ਕਾਲ ਆਈ ਕਿ ਅਕਸ਼ੇ ਮੈਂ ਇੱਕ ਆਰਡਰ ਕਰਨਾ ਹੈਗਾ, ਤੇ ਮੈਂ ਉਹਨਾਂ ਦਾ ਨਾਮ ਮੈਂਸ਼ਨ ਕਰ ਦਿੰਦਾ, ਸੁਮਿਤ ਮਿੱਤਲ ਨਾਮ ਹੈ ਉਹਨਾਂ ਦਾ। ਤੇ ਉਹਨਾਂ ਦਾ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਇੱਕ ਪੀਜ਼ਾ ਤੇ ਇੱਕ ਸੈਲਡ ਆਰਡਰ ਕੀਤਾ ਸਾਡੇ ਤੋਂ। ਤਾਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਉਦੋਂ। ਉਸ ਟਾਈਮ ਉਹ ਆਰਡਰ ਦੀ ਵੈਲਿਊ ਸੀਗੀ ਅਰਾਊਂਡ 230 ਲਮਸਮ। ਤਾਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ। ਤਾਂ ਐਮ ਲਾਈਕ ਕਿ ਮੈਂ ਉਹਨਾਂ ਨੂੰ ਖੁਦ ਡਿਲੀਵਰੀ ਦੇਣ ਗਿਆ ਤੇ ਜਦੋਂ ਉਹਨਾਂ ਦਾ ਵਾਪਸ ਕਾਲ ਆਈ ਰਿਵਿਊ ਦੇਣ ਲਈ ਕਿ ਫੂਡ ਵਾਜ਼ ਅਮੇਜ਼ਿੰਗ, ਫੂਡ ਵਾਜ਼ ਡਿਲੀਸ਼ੀਅਸ, ਇੱਦਾਂ ਉੱਦਾਂ, ਤਾਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਕਿ ਮਤਲਬ ਮੈਨੂੰ ਲੱਗ ਰਿਹਾ ਸੀ ਕਿ ਹਾਂ ਵੀ ਇੱਕ ਪੌੜੀ ਦੇ ਸਫ਼ਰ ਲਈ ਅਸੀਂ ਚੱਲ ਪਏ ਹੁਣ, ਤਾਂ ਬਸ ਅੱਗੇ ਜਾਣ ਦੀ ਹੁਣ ਤਿਆਰੀ ਹੈ। ਤਾਂ ਉੱਦਾਂ ਹੀ ਸਫ਼ਰ ਸ਼ੁਰੂ ਰਿਹਾ। ਅਸੀਂ ਫਿਰ ਹੌਲੀ ਹੌਲੀ ਪੈਂਫਲੇਟਿੰਗ ਕਰਨੀ ਸ਼ੁਰੂ ਕੀਤੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਆਪਣੇ ਨੇੜੇ ਦੇ ਲੋਕ ਆਪਾਂ ਨੂੰ ਬਾਅਦ 'ਚੋਂ ਸਪੋਰਟ ਕਰਦੇ ਨੇ। ਮੈਨੂੰ ਥੋੜ੍ਹੀ ਜਿਹੀ ਇਹ ਚੀਜ਼ ਲੱਗਦੀ ਹੈ। ਪਹਿਲਾਂ ਆਪਾਂ ਕਸਟਮਰ ਦੀ ਅਟਰੈਕਸ਼ਨ ਬਣਨਾ ਚਾਹੀਦਾ ਆਪਾਂ ਨੂੰ, ਜਿਹੜੀ ਦੂਰ ਦੀ, ਉਸ ਤੋਂ ਬਾਅਦ ਆਪਣੇ ਨੇੜੇ ਦੇ ਲੋਕ ਆਪਣੇ ਤੋਂ
ਆਰਡਰ ਕਰਨਾ ਸ਼ੁਰੂ ਕਰਦੇ ਆ, ਜਾਂ ਆਪਣੇ ਨੇੜੇ ਦੇ ਲਾਈਕ ਆਪਣੇ ਨੇਬਰਸ ਹੋ ਗਏ ਜਾਂ ਆਪਣੇ ਕੋਈ ਵੀ ਕਲੋਨੀ ਦੇ ਲੋਕ ਹੋ ਗਏ, ਉਹ ਬਾਅਦ ਚੋਂ ਆਪਾਂ ਨੂੰ ਪ੍ਰੈਫਰੈਂਸ ਦਿੰਦੇ ਆ। ਜਦੋਂ ਤੱਕ ਕਿ ਆਪਣੀ ਪਹਿਲਾਂ ਮਾਰਕੀਟ 'ਚ ਆਪਣਾ ਨੇਮ ਨਹੀਂਗਾ ਤਾਂ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਉਹ ਲੋਕ ਵੀ ਤੁਹਾਨੂੰ ਆਰਡਰ ਕਰਦੇ ਨੇ। ਅੱਛਾ, ਉਹ ਇਹ ਉਦੋਂ ਸੋਚ ਸੀਗੀ ਕਿ ਮੈਂ ਹਾਂ ਇਹਨਾਂ ਦੇ ਵਿੱਚ ਖੜ ਜਾਊਂਗਾ, ਕਿਉਂਕਿ ਇੱਕ ਹਰ ਚੀਜ਼ ਦੇ ਵਿੱਚ ਇੱਕ ਮਾਫੀਆ ਹੁੰਦਾ ਆ। ਜਦੋਂ ਤੁਸੀਂ ਕੁਝ ਕਰਦੇ ਹੋ ਤਾਂ ਸੁਭਾਵਿਕ ਤੌਰ ਤੇ ਸ਼ਰੀਕ ਪਣਪੇ ਕੋਈ ਨਹੀਂ ਚਾਹੁੰਦਾ ਕਿ ਮੇਰਾ ਸ਼ਰੀਕ ਜੰਮੇ, ਸਾਹਮਣੇ ਜੰਮੇ ਨਾ। ਤਾਂ ਇਹ ਚੀਜ਼ ਸੀਗੀ ਕਿ ਯਾਰ ਮਾਫੀਆ ਬੜਾ ਵੱਡਾ ਆ, ਇਹਨਾਂ ਦੇ ਵਿੱਚ ਖੜਨਾ, ਇਹਨਾਂ ਦੇ ਵਿੱਚ ਸਰਵਾਈਵ ਕਰਨਾ। ਮੈਂ ਤਾਂ ਬੜੇ ਛੋਟੇ ਘਰ ਤੋਂ 30-40 ਹਜ਼ਾਰ ਦੇ ਨਾਲ ਇਨਵੈਸਟਮੈਂਟ ਕਰਨੀ ਤਾਂ ਇਨਵੈਸਟਮੈਂਟਾਂ ਹੁੰਦੀਆਂ ਨੇ ਲੱਖਾਂ ਦੀਆਂ, ਕਰੋੜਾਂ ਦੇ ਵੱਡੇ ਰੈਸਟੋਰੈਂਟ ਪਾਏ ਜਾਂਦੇ ਨੇ। ਤੇ 30-40 ਹਜ਼ਾਰ ਦੇ ਵਿੱਚ ਮੈਂ ਜਿਹੜੀ ਹੈਗੀ ਆ ਸ਼ੁਰੂਆਤ ਕਰਨੀ, ਇਹ ਸੀ ਕਿ ਮੈਂ ਇਸ ਮਾਫੀਆ ਦੇ ਵਿੱਚ ਖੜ ਜਾਊਂਗਾ ਯਾਰ। ਤਾਂ ਮਜ਼ੇ ਦੀ ਗੱਲ ਇਹ ਸੀਗੀ ਸਰ ਕਿ ਦੂਸਰੀ ਕੋਈ ਆਪਸ਼ਨ ਨਹੀਂ ਸੀ। ਇੱਕ ਹੁੰਦੀ ਹੈ ਕਿ ਸੈਕਿੰਡ ਆਪਸ਼ਨ ਆਪਣੇ ਕੋਲ ਅਵੇਲੇਬਲ ਹੁੰਦੀ ਹੈ, ਜੇ ਇਹ ਨਹੀਂ ਹੈ ਤਾਂ ਉਹ ਸਹੀ, ਤਾਂ ਉਹ ਸੈਕਿੰਡ ਆਪਸ਼ਨ ਹੈ ਹੀ ਨਹੀਂ ਸੀ ਸਾਡੇ ਕੋਲੇ ਕਿ ਜੇ ਇਹ ਨਹੀਂ ਤਾਂ ਫਿਰ ਕੁਝ ਵੀ ਨਹੀਂ, ਕਿਉਂਕਿ ਉਹ ਆਲਰੇਡੀ 30-40,000 ਹੀ ਲੋਨ ਸੀ। ਆਪਾਂ ਲੋਨ ਲੈ ਕੇ ਸਾਰਾ ਮਤਲਬ ਕੰਮ, ਉਹ ਜੋ ਵੀ ਲੋਨ ਨਹੀਂ ਕਹਿ ਸਕਦੇ, ਉਹਨੂੰ ਇੱਕ ਤਰ੍ਹਾਂ ਦੀ ਕ੍ਰੈਡਿਟ ਕਹਿ ਸਕਦੇ ਹਾਂ ਆਪਾਂ, ਤਾਂ ਉਹ ਕੋਈ ਸੈਕਿੰਡ ਆਪਸ਼ਨ ਹੀ ਹੈ ਨਹੀਂ ਸੀਗੀ। ਤਾਂ ਪਤਾ ਸੀ ਕਿ ਕਰਨਾ ਤਾਂ ਕੁਝ ਨਾ ਕੁਝ ਪੈਣਾ ਤੇ ਨਹੀਂ ਤਾਂ ਫਿਰ ਮਤਲਬ ਬਹੁਤ ਮੁਸ਼ਕਿਲ ਹੋ ਜਾਣਾ ਸੀਗਾ, ਕਿਉਂਕਿ ਆਲਰੇਡੀ ਸਿਚੁਏਸ਼ਨਸ ਇੰਨੀਆਂ ਮੁਸ਼ਕਿਲ ਸੀਗੀਆਂ। ਤੇ ਉਸ ਤੋਂ ਬਾਅਦ ਆਪਾਂ ਉਸ ਤੋਂ ਵੀ ਜੇ ਉਸ ਤੋਂ ਵੀ ਜੇ ਬੈਕ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਦੇ ਅੱਗੇ ਆਉਣ ਦਾ ਕੋਈ ਚਾਂਸ ਮਿਲਣਾ ਸੀਗਾ। ਤਾਂ ਸੈਕਿੰਡ ਚਾਂਸ ਤਾਂ ਕੋਈ ਹੈ ਹੀ ਨਹੀਂ ਸੀਗਾ, ਤਾਂ ਫਿਕਸ ਸੀਗਾ ਕਿ ਕੁਛ ਨਾ ਕੁਛ ਕਰਨਾ ਹੈ। ਤਾਂ ਮਤਲਬ ਡਰ ਬਹੁਤ ਜ਼ਿਆਦਾ ਸੀ, ਕਿਉਂਕਿ ਮਾਰਕੀਟ ਬਹੁਤ ਵੱਡੀ ਹੈ। ਫੂਡ ਮਾਰਕੀਟ ਇਜ਼ ਲਾਈਕ ਕਿ ਬਠਿੰਡਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਅਰਾਊਂਡ 350 ਰੈਸਟੋਰੈਂਟਸ ਇਹੋ ਜਿਹੇ ਹੈਗੇ ਜੋ ਪ੍ਰੋਪਰ ਕੰਮ ਕਰ ਰਹੇ ਨੇ। ਡਰ ਕਿਹੜੀ ਚੀਜ਼ ਦਾ ਸੀ, ਕਿਸ ਚੀਜ਼ ਦਾ ਡਰ ਸੀ ਕਿ ਕਾਮਯਾਬ ਹੋਵਾਂਗੇ ਜਾਂ ਨਹੀਂ? ਡਰ ਇਸ ਚੀਜ਼ ਦਾ ਰਿਹਾ ਹਮੇਸ਼ਾ ਕਿ ਕਾਮਯਾਬ ਹੋਵਾਂਗੇ ਕਿ ਨਹੀਂ, ਅੱਗੇ ਵੱਧ ਪਾਵਾਂਗੇ ਕਿ ਨਹੀਂ। ਕਿਉਂਕਿ ਜਦੋਂ ਲੋਕਾਂ ਦੇ ਮਤਲਬ ਕਹਿੰਦੇ ਨਾ ਇੱਕ ਪਾਸੇ ਖਾਈ ਹੈ ਤੇ ਦੂਜੇ ਪਾਸੇ ਨਹਿਰ ਹੈ ਤੇ ਆਪਾਂ ਜਾਣਾ ਕਿੱਥੇ ਹੈ, ਤੇ ਉਸ ਚੀਜ਼ ਦਾ ਡਰ ਸੀਗਾ ਵੀ ਜੇ ਮਤਲਬ ਇਹ ਨਾ ਹੋਇਆ ਤਾਂ ਮਤਲਬ ਕੀ ਕਰਾਂਗੇ। ਉਹਦੇ ਮੈਂ ਤੁਹਾਨੂੰ ਉਹੀ ਪਹਿਲੀ ਗੱਲ ਰਿਪੀਟ ਕਰ ਰਿਹਾ ਕਿ ਕੋਈ ਮਤਲਬ ਸਾਡੇ ਕੋਲ ਚਾਂਸ ਕਿਸੇ ਤਰੀਕੇ ਦਾ ਕੋਈ ਹੀ ਨਹੀਂ ਸੀਗਾ। ਤਾਂ ਡਰ ਪੂਰਾ ਸੀਗਾ, ਕਿਉਂਕਿ ਫੈਮਿਲੀ ਦਾ ਜਿਹੜਾ ਸਿਸਟਮ ਉਸ ਟਾਈਮ ਜੋ ਸਿਚੁਏਸ਼ਨ ਸੀਗੀਆਂ, ਜੋ ਐਕਚੁਅਲ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਅਸੀਂ ਜਾਣਦੇ ਹਾਂ, ਜਿਨ੍ਹਾਂ ਨੇ ਸਾਨੂੰ, ਜੋ ਸਾਡੇ ਨੌਨ ਨੇ, ਜਿਨ੍ਹਾਂ ਨੇ ਦੇਖੀਆਂ, ਤਾਂ ਉਹ ਇਹ ਸੀਗੀਆਂ ਕਿ ਮਤਲਬ ਕਿ ਕਮਾਵਾਂਗੇ ਤਾਂ ਘਰੇ ਰੋਟੀ ਆਏਗੀ, ਨਹੀਂ ਤਾਂ ਨਹੀਂ ਆਏਗੀ। ਤਾਂ ਉਹ ਇਹੋ ਜਿਹੀ ਸਿਚੁਏਸ਼ਨ ਸੀਗੀਆਂ ਵੀ ਡੂ ਔਰ ਡਾਈ। ਤਾਂ ਮਤਲਬ ਕਰਨਾ ਤਾਂ ਫਿਕਸ ਸੀਗਾ, ਕਰਨਾ ਪੈਣਾ ਹੀ ਸੀ, ਕਿਉਂਕਿ ਹੋਰ ਕੋਈ ਚਾਂਸ ਹੈ ਨਹੀਂ ਸੀ। ਤਾਂ ਬੜੀ ਮਜ਼ੇ ਦੀ ਗੱਲ ਹੋਈ ਕਿ ਜਦੋਂ ਮੇਰੀ ਓਪਨਿੰਗ ਹੋਣੀ ਸੀ ਤੇ ਮੈਂ ਬਿਮਾਰ ਹੋ ਗਿਆ ਤੇ ਮੇਰੇ ਸੈਲਸ ਡਾਊਨ, ਇਹ ਉਹ। ਤਾਂ ਮਤਲਬ ਇਹ ਵੀ ਸਿਚੁਏਸ਼ਨਸ ਰਹੀ ਕਿ ਪਹਿਲੇ ਦਿਨਾਂ ਦੀ ਗੱਲ ਹੈ, ਲਿਟਰਲੀ ਇਹ ਪਹਿਲੇ ਦਿਨ ਦੀ ਗੱਲ ਹੈ ਕਿ ਮੈਂ ਐਡਮਿਟ ਹੈ ਇੱਥੇ ਪਾਵਰ ਹਾਊਸ ਰੋਡ ਤੇ ਇੱਕ ਹਸਪੀਟਲ ਹੈ, ਉੱਥੇ ਛੋਟੇ ਜਿਹੇ ਹਸਪੀਟਲ 'ਚ ਮੈਂ ਐਡਮਿਟ ਸੀ। ਤਾਂ ਉੱਥੇ ਮੇਰੇ ਡ੍ਰਿਪ ਲੱਗ ਰਹੀ ਹੈ ਤੇ ਇੱਧਰੋਂ ਪਹਿਲੇ 2-4 ਦਿਨ ਦੀ ਗੱਲ ਹੈਗੀ ਹੈ ਵੀ ਡ੍ਰਿਪ ਲੱਗ ਰਹੀ ਹੈ ਤੇ ਮੈਂ ਉੱਥੋਂ ਡ੍ਰਿਪ ਕੱਢ ਕੇ ਤੇ ਆ ਰਿਹਾ ਤੇ ਆਰਡਰ ਡਿਲੀਵਰ ਕਰਕੇ ਜਾ ਰਿਹਾ, ਕਿਉਂਕਿ ਹੀ ਇਜ਼ ਲਾਈਕ ਕਿ ਜਾਂ ਤਾਂ ਇਹ ਉੱਥੇ ਫੂਡ ਪ੍ਰੀਪੇਅਰ ਕਰੇਗਾ ਜਾਂ ਡਿਲੀਵਰ ਕਰੇਗਾ, ਤਾਂ ਇੱਕ ਹੀ ਕੰਮ ਹੋਣਾ ਸੀਗਾ। ਤੇ ਮੰਮਾ ਮੇਰੇ ਕੋਲ ਸੀਗੇ ਉੱਥੇ। ਤਾਂ ਇਹ ਵੀ ਰਿਹਾ ਕਿ ਮੈਂ ਖੁਦ ਕਿੰਨਾ ਟਾਈਮ ਮੇਰੇ ਇੱਥੇ ਪ੍ਰੋਪਰ ਡ੍ਰਿਪ ਵਾਲਾ ਸਿਸਟਮ ਲੱਗਿਆ ਹੋਇਆ ਤੇ ਮੈਂ ਫੂਡ ਡਿਲੀਵਰੀ ਦੇ ਰਿਹਾ ਹੈਗਾ। ਤਾਂ ਮਤਲਬ ਇਹ 7-8 ਦਿਨ, ਕਿਉਂਕਿ ਉਹ ਪ੍ਰੋਸੀਜਰ ਚੱਲਿਆ, ਉਦੋਂ ਡੇਂਗੂ ਵਗੈਰਾ ਦਾ ਥੋੜ੍ਹਾ ਜਿਹਾ ਚੱਲ ਰਿਹਾ ਸੀਗਾ। ਤਾਂ ਉਹ ਸਿਚੁਏਸ਼ਨ ਵੀ ਬਹੁਤ ਇੱਕ ਫੇਸ ਕਰਨ ਵਾਲੀ ਸੀਗੀ। ਤੇ ਉਦੋਂ ਦਿੱਕਤ ਇਹ ਸੀਗੀ ਕਿ ਪੈਸੇ ਨਹੀਂ ਸੀ ਕੋਲੇ, ਮਤਲਬ ਖੁਦ ਦਾ ਇਲਾਜ ਕਰਵਾਉਣ ਲਈ ਵੀ। ਅੱਛਾ, ਉਸ ਵੇਲੇ ਫਿਰ ਇਹ ਸਿਚੁਏਸ਼ਨ ਨਹੀਂ, ਉਦੋਂ ਇਹ ਸਿਚੁਏਸ਼ਨ ਸੀ, ਉਹਦੇ ਵਿੱਚ ਫਿਰ ਸੋਚ ਕੀ ਸੀ ਕਿ ਇਹ ਨਹੀਂ ਸੀ ਯਾਰ ਕਿ ਬਿਮਾਰ ਆ ਯਾਰ ਮੈਂ ਤਾਂ, ਪਰ ਫਿਰ ਵੀ ਉਸ ਤੋਂ ਬਾਅਦ ਵੀ ਕਿਹੜੇ ਹੌਸਲੇ ਨੇ ਉਠਾਇਆ? ਹੌਸਲੇ ਨੇ ਉਠਾਇਆ ਸਿਚੁਏਸ਼ਨਸ ਨੇ ਐਕਚੁਅਲ ਦੇ ਵਿੱਚ। ਜੇ ਤੁਹਾਡੇ ਘਰ ਦੀ ਹਾਲਾਤ ਤੁਹਾਨੂੰ ਮਤਲਬ ਕਿ ਮੋਟੀਵੇਟ ਨਹੀਂ ਕਰ ਸਕਦੇ, ਜੋ ਤੁਹਾਡੇ ਘਰ ਦੇ ਹਾਲਾਤ, ਜੋ ਤੁਹਾਡਾ ਪਰਿਵਾਰ ਤੁਹਾਨੂੰ ਜੇ ਮੋਟੀਵੇਟ ਨਹੀਂ ਕਰ ਸਕਦਾ, ਤਾਂ ਮੈਨੂੰ ਲੱਗਦਾ ਕਿ ਦੁਨੀਆ ਦੀ ਇਹੋ ਜਿਹੀ ਕੋਈ ਪਾਵਰ, ਦੁਨੀਆ ਦੀ ਕੋਈ ਭਗਵਾਨ ਵੀ ਆ ਕੇ ਤੁਹਾਨੂੰ ਮੋਟੀਵੇਟ ਨਹੀਂ ਕਰ ਸਕਦਾ। ਜੇ ਤੁਹਾਡੇ ਘਰ ਦੀ ਸਿਚੁਏਸ਼ਨਸ ਹੀ ਨਹੀਂ ਤੁਹਾਨੂੰ ਮੋਟੀਵੇਟ ਕਰ ਸਕਦੀਆਂ, ਜੇ ਤੁਹਾਡੇ ਮਦਰ ਦਾ ਫੇਸ ਤੁਹਾਨੂੰ ਮੋਟੀਵੇਟ ਨਹੀਂ ਕਰ ਸਕਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੋਈ ਪਾਵਰ ਹੈਗੀ ਹੈ ਦੁਨੀਆ ਦੀ ਜੋ ਤੁਹਾਨੂੰ ਮੋਟੀਵੇਟ ਕਰ ਸਕਦੀ ਹੈ ਆ ਕੇ। ਤਾਂ ਉਹ ਮੋਟੀਵੇਸ਼ਨ ਮੈਨੂੰ ਲੱਗਦਾ ਤੁਹਾਨੂੰ ਆਪਣੇ ਹਾਲਾਤਾਂ ਤੋਂ ਲੈਣੀ ਚਾਹੀਦੀ ਹੈ, ਆਪਣੀ ਸਿਚੁਏਸ਼ਨਸ ਤੋਂ ਲੈਣੀ ਚਾਹੀਦੀ ਹੈਗੀ ਹੈ। ਅੱਛਾ, ਜਦੋਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਸੀ ਤੁਸੀਂ ਖੁਦ ਠੀਕ ਹੈ ਰਿਸਕ ਲੈ ਲਿਆ, ਮਾਪਿਆਂ ਨੂੰ ਕਿਸ ਤਰ੍ਹਾਂ ਦੇ ਨਾਲ ਸਮਝਾਇਆ ਸੀ, ਜੇ ਮਾਪੇ ਕਹਿੰਦੇ ਸੀ ਵੀ ਕੋਈ ਇਸ਼ੂ ਨਹੀਂ ਹੈ ਜੋ ਤੁਸੀਂ ਕਰ ਰਹੇ ਹੋ ਤੁਹਾਡੇ ਪਿੱਛੇ? ਮਾਪਿਆਂ ਦੀ ਪੂਰੀ ਸਪੋਰਟ ਸੀਗੀ ਦੇਖਿਆ ਜਾਵੇ ਤਾਂ। ਮੇਰੇ ਫਾਦਰ ਸਾਹਿਬ ਤਾਂ 2010 ਦੇ ਵਿੱਚ ਐਕਸਪਾਇਰ ਹੋ ਗਏ ਸੀਗੇ, ਤੇ ਮਦਰ ਤੇ ਬ੍ਰਦਰ ਸੀ ਪਿੱਛੇ, ਐਂਡ ਇੱਕ ਰੀਅਲ ਸਿਸਟਰ ਹੈਗੀ ਹੈ। ਤੇ ਮਾਪਿਆਂ ਦੀ ਦੇਖਿਆ ਜਾਵੇ ਤਾਂ ਪੂਰੀ ਸਪੋਰਟ ਸੀਗੀ। ਮੰਮਾ ਇਜ਼ ਲਾਈਕ ਕਿ ਮੈਂ ਤੇਰੇ ਨਾਲ ਹਾਂ, ਤੂੰ ਕਰ ਜੋ ਕਰਨਾ, ਮਤਲਬ ਆਪਾਂ ਕਹਿੰਦੇ। ਸ਼ੁਰੂਆਤ ਬਾਈ ਘਰ ਤੋਂ ਹੋਈ ਸੀ? ਬਿਲਕੁਲ ਘਰ ਤੋਂ ਹੋਈ ਸੀਗੀ। ਘਰ ਦੇ ਵਿੱਚ ਇੱਕ ਛੋਟਾ ਜਿਹਾ ਸਾਡਾ ਡਰਾਇੰਗ ਰੂਮ ਸੀਗਾ, ਕਾਈਂਡ ਆਫ ਡਰਾਇੰਗ ਰੂਮ ਸੀ, ਅੱਜ ਕੱਲ੍ਹ ਆਪਾਂ ਡਰਾਇੰਗ ਰੂਮ ਕਹਿ ਦਿੰਦੇ ਹਾਂ ਨਾ। ਤਾਂ ਉਹ ਡਰਾਇੰਗ ਰੂਮ ਸੀਗਾ। ਤਾਂ ਡਰਾਇੰਗ ਰੂਮ ਦੇ ਵਿੱਚ ਅਸੀਂ ਇੱਕ ਛੋਟੀ ਜਿਹੀ ਕਿਚਨ ਬਣਾਈ, ਉੱਥੇ ਜਸਟ ਆਪਣਾ ਓਵਨ ਲਗਾਇਆ, ਓਵਨ ਦੇ ਵਿੱਚ ਮੇਕ ਲਾਈਨ, ਇੱਕ ਛੋਟੀ ਜਿਹੀ ਮੇਕ ਲਾਈਨ ਕਹਿ ਦਿੰਦੇ ਆ ਸਾਡੀ ਲਾਈਨ ਦੇ ਵਿੱਚ, ਉਹ ਮੇਕ ਲਾਈਨ ਲਿਆਂਦੀ
ਤੇ ਟੇਬਲਸ ਦੇ ਉੱਤੇ ਹੀ ਅਸੀਂ ਕਟਿੰਗ ਕਰ ਰਹੇ ਹਾਂ, ਜਿਹੜੇ ਆਪਣੇ ਘਰੇ ਟੇਬਲਸ ਨਹੀਂ ਹੁੰਦੇ ਸਿੰਪਲ ਟੇਬਲ, ਉਹਨਾਂ ਦੇ ਉੱਤੇ ਕਟਿੰਗ ਕਰ ਰਹੇ ਹਾਂ। ਕੋਈ ਚੌਪਿੰਗ ਬੋਰਡ ਨਹੀਂ ਹੈ ਸਾਡੇ ਕੋਲੇ, ਕੋਈ ਕੁਛ ਨਹੀਂ ਹੈ। ਘਰ ਵਾਲੇ ਚਾਕੂਆਂ ਨਾਲ ਲੱਗੇ ਹੋਏ ਆ, ਉਹ ਜਿਹੜੇ ਆਪਣੇ ਨਾਈਫਸ ਹੁੰਦੇ ਆ ਘਰ ਵਾਲੇ, ਤਾਂ ਉਹ ਵੀ ਮਤਲਬ ਕਿ ਉਹ ਇੱਕ ਬੜਾ ਉਹ ਪੁਆਇੰਟ ਸੀਗਾ ਕਿ ਬਹੁਤ ਤਰ੍ਹਾਂ ਦੀ ਸਿਚੁਏਸ਼ਨ ਚੀਜ਼ਾਂ ਦੀ ਲੋੜ ਹੁੰਦੀ ਸੀ, ਬਟ ਉਹਨਾਂ ਨੂੰ ਖਰੀਦਣ ਲਈ ਪੈਸੇ ਨਹੀਂ ਹੁੰਦੇ ਸੀਗੇ। ਤਾਂ ਇਹ ਵੀ ਫੈਕਟਰ ਆ ਇੱਕ। ਅੱਛਾ, ਸੋਚ ਕੀ ਸੀ, ਕਿਹੜੀ ਸੋਚ ਤੋਂ ਸ਼ੁਰੂਆਤ ਹੋਈ ਸੀ? ਮਤਲਬ ਕਿੱਥੋਂ ਤੱਕ ਪਹੁੰਚਣਾ ਇਹ ਸੋਚ ਲਿਆ ਸੀ ਪਹਿਲਾਂ? ਦੇਖਿਆ ਜਾਵੇ ਤਾਂ ਨਹੀਂ, ਕਿਉਂਕਿ ਜਿਸ ਹਾਲਾਤਾਂ ਚੋਂ ਨਿਕਲ ਰਹੇ ਸੀਗੇ ਤਾਂ ਮਤਲਬ ਕਿ ਅਸੀਂ ਉਹਨਾਂ ਸਿਚੁਏਸ਼ਨਸ ਤੋਂ ਹੀ ਓਵਰਕਮ ਕਰਨਾ ਚਾਹ ਰਹੇ ਸੀਗੇ ਪਹਿਲਾਂ। ਤੇ ਉਦੋਂ ਸੋਚ ਇਹ ਤਾਂ ਪਤਾ ਸੀ ਕਿ ਬਹੁਤ ਅੱਗੇ ਤੱਕ ਜਾਣਾ ਹੈ, ਬਟ ਇਹਨਾਂ ਸਿਚੁਏਸ਼ਨਸ ਚੋਂ ਕਿਵੇਂ ਨਿਕਲਣਾ ਹੈ। ਇਹ ਜਿਹੜੀ ਸਿਚੁਏਸ਼ਨਸ ਨੇ ਵੀ ਘਰੇ ਸਬਜ਼ੀ ਲਿਆਉਣ ਲਈ ਵੀ ਪੈਸੇ ਹੈ ਨਹੀਂ ਗੇ, ਤੇ ਇਹ ਜਿਹੜੀ ਸਿਚੁਏਸ਼ਨ ਸੀਗੀਆਂ ਨਾ, ਪਹਿਲਾਂ ਤਾਂ ਉਹਨਾਂ ਚੋਂ ਨਿਕਲਣਾ ਸੀਗਾ। ਉਹਨਾਂ ਚੋਂ ਨਿਕਲ ਕੇ ਆਪਣੇ ਆਪ 'ਤੇ ਥੋੜ੍ਹਾ ਜਿਹਾ ਧਿਆਨ ਦੇਣਾ ਸੀਗਾ ਕਿ ਅਸੀਂ ਖੁਦ ਬਿਮਾਰ ਚੱਲ ਰਹੇ ਹਾਂ ਜਾਂ ਘਰੇ ਕੋਈ ਪਰੇਸ਼ਾਨੀ ਆ, ਤਾਂ ਉਹਦੇ ਲਈ ਵੀ ਆਪਣੇ ਕੋਲੇ ਪੈਸੇ ਹੈ ਨਹੀਂ। ਤਾਂ ਦੂਰ ਦੀ ਤਾਂ ਬੰਦਾ ਉਦੋਂ ਸੋਚਦਾ ਜਦੋਂ ਆਪਣੇ ਛੋਟੇ ਜਿਹੇ ਆਪਾਂ ਸਰਕਲ 'ਚੋਂ ਬਾਹਰ ਨਿਕਲਾਂਗੇ। ਤਾਂ ਹੌਲੀ ਹੌਲੀ ਜਿੱਦਾਂ ਸਿਚੁਏਸ਼ਨਸ ਚੇਂਜ ਹੋਈਆਂ, ਘਰ ਦੇ ਹਾਲਾਤਾਂ ਨੂੰ ਹੌਲੀ ਹੌਲੀ ਬਦਲਿਆ, ਤਾਂ ਉਸ ਤੋਂ ਬਾਅਦ ਦੂਰ ਦੀ ਲੰਬੀ ਸੋਚਣਾ ਸ਼ੁਰੂ ਕੀਤਾ ਵੀ ਇਸ ਤੋਂ ਬਾਅਦ ਹੁਣ ਇਹ ਕਰਨਾ, ਇਸ ਤੋਂ ਬਾਅਦ ਹੁਣ ਇਹ ਕਰਨਾ। ਤਾਂ ਮਤਲਬ ਸਟੈਪ ਬਾਏ ਸਟੈਪ ਚੱਲੇ। ਮਤਲਬ ਦੂਰ ਤੱਕ ਜਾਣਾ ਸੀ ਇਹ ਤਾਂ ਪਤਾ ਸੀ, ਪਰ ਇਹ ਵੀ ਪਤਾ ਸੀ ਕਿ ਇੱਕੋ ਦਮ ਨਹੀਂ ਜਾਇਆ ਜਾ ਸਕਦਾ। ਸਟੈਪ ਸਮਾਲ ਹੀ ਹੋਣਗੇ, ਸਮਾਲ ਸਟੈਪਸ ਦੇ ਨਾਲ ਹੀ ਆਪਾਂ ਜਾਵਾਂਗੇ। ਛੋਟੇ ਹਾਂ, ਜਦੋਂ ਇਹੋ ਜਿਹੇ ਹਾਲਾਤ ਹੋਣ ਉਦੋਂ ਜਿਵੇਂ ਤੋਂ, ਹਾਲਾਂਕਿ ਤੁਸੀਂ ਕਿਹਾ ਕਿ ਸੁਣਨਾ ਬੜਾ ਕੁਝ ਪਿਆ ਜੀ, ਜਦੋਂ ਖੁਦ ਕਿਹਾ ਕਿ ਕਈ ਵਾਰ ਘਰ ਦੇ ਵਿੱਚ ਖਾਣ ਜੋ ਵੀ ਪੈਸੇ ਨਹੀਂ ਸੀ ਕਿ ਕੁਝ ਲੈ ਕੇ ਆਈਏ, ਇਲਾਜ ਕਰਾਉਣ ਦੇ ਲਈ ਪੈਸੇ ਨਹੀਂ, ਤਾਂ ਉਦੋਂ ਫਿਰ ਆਪਦੇ ਰਿਸ਼ਤੇਦਾਰ ਹੁੰਦਾ ਜਾਂ ਆਲਾ ਦੁਆਲਾ ਹੁੰਦਾ ਪਹਿਲਾਂ ਇਹ ਕਹਿੰਦਾ ਕਿ ਯਾਰ ਪਹਿਲਾਂ ਆਪਦਾ ਆਪ ਸੁਧਾਰ ਤਾਂ ਲੈ, ਤੂੰ ਚੱਲ ਪਿਆ ਹੋਰ ਕਿਸੇ ਰਾਹ ਵੱਲ ਚੱਲ ਪਿਆ, ਪਹਿਲਾਂ ਆਪਦਾ ਆਪ ਤਾਂ ਸੁਧਾਰ ਲਾ, ਤਾਂ ਰੋਟੀ ਜੋਗਾ ਤਾਂ ਹੋ ਜਾ, ਇਦਾਂ ਦਾ ਕੁਝ। ਤਾਂ ਇਹ ਚੀਜ਼ਾਂ ਬਹੁਤ ਰਹੀਆਂ ਜੀ, ਕਿਉਂਕਿ ਮਤਲਬ ਇਹ ਮਤਲਬ ਮੈਨੇ ਵੱਜਦੇ ਸੀ ਕਿ ਤੁਸੀਂ ਕੋਈ 10-12 ਹਜ਼ਾਰ ਦੀ ਜੋਬ ਕਰ ਲਓ, ਕੋਈ 7-8 ਹਜ਼ਾਰ ਤੇ ਜੋਬ ਕਰ ਲਓ, ਤਾਂ ਉਹ ਜਿਹੜੀ ਨੌਕਰੀ ਆ ਉਹ ਤੁਹਾਨੂੰ ਖਾਣ ਲਈ ਮਤਲਬ ਐਟਲੀਸਟ ਤੁਹਾਨੂੰ ਰੋਟੀ ਮਿਲ ਜਾਏਗੀ। ਤਾਂ ਇਹ ਕੀ ਸੀਗੇ, ਇਹ ਉਦੋਂ ਮਤਲਬ ਪਹਿਲਾਂ ਇਹਨਾਂ ਨੇ ਫੂਡ ਲਾਈਨ ਦੇ ਵਿੱਚ ਕੁਛ ਟਾਈਮ ਜੋਬ ਕੀਤੀ। ਉਸ ਤੋਂ ਬਾਅਦ ਇਹ ਮਤਲਬ ਇਹ ਟਾਈਮ ਵੀ ਰਿਹਾ ਹੈ ਕਿ ਇਹ ਗੋਡਾਊਨ ਦੇ ਵਿੱਚ, ਜਿਸ ਟਾਈਮ ਮੇਰੀ ਦਿੱਲੀ ਟ੍ਰੇਨਿੰਗ ਲੱਗਣੀ ਸੀਗੀ, ਉਸ ਟਾਈਮ ਇਹ ਕਿਸੇ ਗੋਡਾਊਨ ਦੇ ਵਿੱਚ, ਆਪਾਂ ਜੈਤੋ ਰੋਡ 'ਤੇ ਜਦੋਂ ਜਾਂਦੇ ਹਾਂ ਅਤੇ ਉੱਥੇ ਨਾ ਗੋਡਾਊਨਸ ਆਉਂਦੇ ਨੇ, ਕਣਕ ਦੇ ਗੋਡਾਊਨ ਹੁੰਦੇ ਆ ਨਾ, ਤਾਂ ਉਹਨਾਂ ਦੇ ਵਿੱਚ ਇਹ ਐਜ਼ ਅ ਸਿਕਿਉਰਿਟੀ ਗਾਰਡ ਵੀ ਜੋਬ ਕਰਦਾ ਰਿਹਾ। ਮਤਲਬ ਉਦੋਂ ਇੱਕ ਬੱਚੇ ਲਈ, ਮਤਲਬ ਹੁਣ ਹੀ ਇਜ਼ 21, ਤਾਂ ਉਦੋਂ ਇੱਕ ਬੱਚੇ ਲਈ ਤੁਸੀਂ ਇਹ ਗੱਲ ਲਗਾ ਲਓ ਕਿ 4 ਸਾਲ ਤਾਂ ਸਿੱਧਾ ਆਪਾਂ ਲਵਸ ਬਾਈਟ ਚਲਾਉਂਦੇ ਹੀ ਹੋ ਗਏ, ਤਾਂ ਉਸ ਤੋਂ ਪਹਿਲਾਂ 1 ਸਾਲ ਤੁਸੀਂ ਪਹਿਲਾਂ ਹੋਰ ਲਗਾ ਲਓ। ਮਤਲਬ 16 ਸਾਲ ਦੀ ਉਮਰ ਦੇ ਵਿੱਚ ਸਾਈਕਲ 'ਤੇ ਕਿਤੇ ਜਾਣਾ ਗੋਡਾਊਨ ਦੇ ਵਿੱਚ, ਉੱਥੇ ਸਾਰੀ ਰਾਤ ਰੁਕਣਾ, ਜਿੱਥੇ ਪੀਣ ਨੂੰ ਪਾਣੀ ਨਹੀਂ ਹੁੰਦਾ ਸੀਗਾ, ਉਹੋ ਜਿਹੀ ਜਗ੍ਹਾ 'ਤੇ ਵੀ ਇਹਨੇ ਜੋਬ ਕੀਤੀ। ਤਾਂ ਉਹਨਾਂ ਹਾਲਾਤਾਂ ਨੂੰ ਚੇਂਜ ਕਰਨਾ ਸੀਗਾ, ਪਰ ਮਿਹਣੇ ਤਾਂ ਬਹੁਤ ਜ਼ਿਆਦਾ ਸੀਗੇ, ਬਹੁਤ ਜ਼ਿਆਦਾ। ਕਿਉਂਕਿ ਪਾਪਾ ਜੀ ਦੇ ਤੋਂ ਬਾਅਦ ਤਾਂ ਸਾਰੇ ਰਿਸ਼ਤੇਦਾਰ ਇੱਦਾਂ ਬਦਲ ਗਏ ਸੀਗੇ ਵੀ ਸਾਡੀ ਦੁਕਾਨ ਮੂਹਰੋਂ ਨਹੀਂ ਟੱਪਣਾ, ਅਸੀਂ ਐਂ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਸਾਡੇ ਨੇੜੇ ਨਹੀਂ ਲੱਗਣਾ, ਠੀਕ ਹੈ, ਇੱਦਾਂ ਨੇ। ਜਿਹੜੇ ਹੈਲਪ ਕਰਦੇ ਸੀ ਉਹਨਾਂ ਨੂੰ ਵੀ ਨਹੀਂ ਕਰਨ ਦਿੱਤੀ ਨਾਲ ਦਿਆਂ ਨੇ, ਮਤਲਬ ਇੰਨਾ ਬੁਰਾ ਹਾਲ ਸੀ। ਤਾਂ ਫਿਰ ਉਹ ਗੱਲਾਂ ਦਿਲ 'ਚ ਰੱਖੀਆਂ ਉਦੋਂ? ਉਹ ਗੱਲਾਂ ਦਿਲ 'ਚ ਪੂਰੀਆਂ ਹੀ ਸੀਗੀਆਂ ਜੀ, ਕਿਉਂਕਿ ਉਹ ਗੱਲਾਂ ਚਾਹ ਕੇ ਵੀ ਦਿਲ 'ਚੋਂ ਨਿਕਲ ਨਹੀਂ ਸਕਦੀਆਂ ਸੀਗੀਆਂ। ਕਿਉਂਕਿ ਕਈ ਰਿਸ਼ਤੇਦਾਰ ਇੱਦਾਂ ਦੇ ਸੀਗੇ ਵੀ ਜਿਹੜੇ ਕਹਿੰਦੇ ਸੀਗੇ ਵੀ ਜੇ ਮੇਰੇ ਮਦਰ ਨੂੰ ਮਤਲਬ ਇੱਦਾਂ ਦੇ ਤਾਨੇ ਵੱਜਦੇ ਸੀਗੇ ਵੀ ਜੇ ਤੂੰ ਸਾਡੀ ਦੁਕਾਨ ਮੂਹਰੋਂ ਟੱਪੀ ਅਸੀਂ ਤੇਰੀ ਲੱਤਾਂ ਤੋੜ ਦਾਂਗੇ, ਐਂ ਕਰ ਦਾਂਗੇ, ਉਹ ਕਰ ਦਾਂਗੇ। ਮਤਲਬ ਇਹ ਵੀ ਹਾਲਾਤ ਦੇਖੇ ਅਸੀਂ, ਇਹ ਰੀਅਲ ਗੱਲਾਂ ਨੇ। ਹੁਣ ਜਦੋਂ ਸ਼ਾਇਦ ਉਹ ਸੁਣਨਗੇ ਤਾਂ ਮਤਲਬ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਫੀਲ ਹੋਊਗਾ ਕਿ ਅਸੀਂ ਗਲਤ ਸੀਗੇ ਉੱਥੇ। ਅੱਛਾ ਰਾਹੁਲ ਭਾਈ, ਤੁਹਾਡੇ ਤੋਂ ਲੈਣਾ ਚਾਹੂੰਗਾ ਸਵਾਲ, ਜਿਸ ਤਰ੍ਹਾਂ ਬਾਈ ਹੋਰਾਂ ਨੇ ਗੱਲ ਕਰੀ ਆ ਕਿ ਇੱਕ ਸਿਕਿਉਰਿਟੀ ਗਾਰਡ ਦੀ ਜੌਬ ਤੱਕ ਵੀ ਜਾਣਾ ਪਿਆ, ਜਦੋਂ ਉਹ ਚੀਜ਼ਾਂ ਕਰਦੇ ਸੀ ਤਾਂ ਉਦੋਂ ਇਹ ਸੁਪਨੇ ਦੀ ਸੋਚ ਆਉਂਦੀ ਸੀ ਕਦੇ ਵੀ ਆਹ ਚੀਜ਼ ਯਾਰ ਆਪਾਂ ਕਰਨੀ ਆ? ਨਹੀਂ ਭਾਜੀ, ਉਦੋਂ ਇਹੋ ਜਿਹਾ ਕੁਝ ਵੀ ਨਹੀਂ ਸੀਗਾ ਕਹਿੰਦਾ, ਮਤਲਬ ਉਸ ਹਿਸਾਬ ਨਾਲ ਤਾਂ ਮਤਲਬ ਉਦੋਂ ਤਾਂ ਹਾਲਾਤ ਹੀ ਇਦਾਂ ਦੇ ਸੀਗੇ ਕਿ ਆ ਰਿਹਾ 7-8 ਹਜ਼ਾਰ ਤਾਂ ਓਕੇ ਆ, ਘਰ ਵਧੀਆ ਚੱਲ ਰਿਹਾ ਨਾ, ਰੋਟੀ ਪਾਣੀ ਵਧੀਆ ਖਾ ਰਹੇ ਤਾਂ ਓਕੇ ਆ, ਇਦਾਂ ਹੁੰਦਾ ਸੀ। ਹਾਂਜੀ। ਜਦੋਂ 30-40 ਹਜ਼ਾਰ ਲੈ ਕੇ, ਜਿਵੇਂ ਕਿਹਾ ਕਿ ਉਹ ਵੀ ਇੱਕ ਜਿਹੜਾ ਹੈਗਾ ਹੈ ਨਾ ਕ੍ਰੈਡਿਟ ਸੀਗੇ, ਤਾਂ ਉਦੋਂ ਐ ਸੀ ਕਿ ਯਾਰ ਰਿਸਕ ਕਿਤੇ ਵੱਡਾ ਤਾਂ ਨਹੀਂ ਲੈ ਰਹੇ, ਕਿਤੇ ਜੋ ਚੀਜ਼ ਕੋਲੇ ਆ ਉਹ ਵੀ ਗਵਾ ਬੈਠੀਏ। ਮੈਂ ਕਿਹਾ ਸੀ ਇਹਨੂੰ, ਮੈਂ ਕਿਹਾ ਰਹਿਣ ਦੇ। ਉਸ ਟਾਈਮ ਕਹਿੰਦਾ ਮਤਲਬ ਜਿਸ ਟਾਈਮ ਅਸੀਂ ਸਟਾਰਟਅਪ ਕੀਤਾ, ਉਸ ਟਾਈਮ ਮੈਂ ਬਠਿੰਡੇ ਸੀਗਾ ਜੋਬ 'ਤੇ, ਫੂਡ ਲਾਈਨ ਦੇ ਵਿੱਚ ਹੀ। ਉਸ ਟਾਈਮ ਮੇਰੀ ਪੇ ਹੁੰਦੀ ਸੀਗੀ 15,000। ਅਤੇ ਕਹਿੰਦਾ ਮਤਲਬ ਅੱਜ ਤੋਂ 5-6 ਸਾਲ ਪਹਿਲਾਂ 15,000 ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਕਿ ਇੱਕ ਘਰ ਦੇ ਵਿੱਚ ਕਿੱਥੇ ਹੁੰਦਾ ਇੱਕ ਵਧੀਆ, ਅਤੇ ਇੱਕ ਹੁੰਦਾ ਬਹੁਤ ਵਧੀਆ ਚੱਲ ਰਿਹਾ ਘਰ, ਕੋਈ ਟੈਨਸ਼ਨ ਨਹੀਂ। ਅਤੇ ਮੈਨੂੰ ਕਹਿ ਰਿਹਾ ਸੀਗਾ, ਕਹਿੰਦਾ ਕੋਈ ਫਾਇਦਾ ਨਹੀਂ ਰਿਸਕ ਲੈਣ ਦਾ, ਅਤੇ ਬਹੁਤ ਰੋਕਿਆ, ਪਰ ਕਹਿੰਦਾ ਇੱਕ ਵਾਰੀ ਤੂੰ ਚੱਲ ਕੇ ਦੇਖ, ਅੱਗੇ ਆਪੇ ਦੇਖੀ ਜਾਊਗੀ। ਅੱਛਾ, ਜਦੋਂ ਫਿਰ ਰੋਕਦੇ ਸੀ, ਜਦੋਂ ਰੋਕਿਆ ਸੀ, ਉਦੋਂ ਫਿਰ ਆਪਦੇ ਆਪ ਨੂੰ ਕਦੇ ਐਂ ਨਹੀਂ ਲੱਗਾ ਯਾਰ ਆਪਦੇ ਨੇ ਨਹੀਂ ਸਾਥ ਦੇ ਰਹੇ, ਆਪਦੀ ਕਹਿ ਰਹੇ, ਜਾਂ ਇਹ ਰਿਸਕ ਤੋਂ ਡਰਦੇ ਸੀ? ਇਹ ਰਿਸਕ ਤੋਂ ਡਰਦੇ ਸੀ ਦੇਖਿਆ ਜਾਵੇ ਤਾਂ, ਕਿਉਂਕਿ ਇਹਨਾਂ ਨੂੰ ਇੱਦਾਂ ਸੀ ਕਿ ਜਿਹੜੀ ਰੋਟੀ ਅਸੀਂ ਖਾ ਰਹੇ ਹਾਂ ਵੀ ਅਸੀਂ ਕਿਤੇ ਉਹ ਤੋਂ ਵੀ ਨਾ ਜਾਈਏ,
ਕਿਉਂਕਿ ਉਹ ਰਿਸਕ ਇੱਦਾਂ ਦਾ ਸੀਗਾ ਕਿ ਡੂ ਔਰ ਡਾਈ, ਮਤਲਬ ਕਿ ਕਿਉਂਕਿ ਜਦੋਂ ਜੇ ਉਹ ਕੰਮ ਕਰਨਾ ਸੀ ਤਾਂ ਇਹਨੂੰ ਆਪਣੀ ਜੌਬ ਛੱਡਣੀ ਪੈਣੀ ਸੀਗੀ। ਜੇ ਜੌਬ ਛੱਡਣੀ ਪੈਣੀ ਸੀ ਤਾਂ ਇੱਕ ਰੋਟੀ ਦਾ ਇੱਕ ਸਾਧਨ, ਮਤਲਬ ਅੱਜ ਦੇ ਟਾਈਮ ਦੇ ਵੀ ਤੁਹਾਨੂੰ ਵੀ ਪਤਾ ਕਿ 15,000 ਰੁਪਏ ਆਉਣਾ, ਜਦੋਂ ਇਹਨੇ ਲਾਸਟ ਉੱਥੇ ਜੌਬ ਕੀਤੀ ਆ ਆਪਣੇ ਲੋਕਲ ਫੂਡ ਆਊਟਲੈਟ 'ਚ, ਉਦੋਂ ਇਹਦੀ 15,000 ਸੈਲਰੀ ਸੀਗੀ। ਤਾਂ ਉਦੋਂ 15,000 ਰੁਪਏ ਆਉਣਾ ਇੱਦਾਂ ਹੁੰਦਾ ਕਿ ਠੀਕ ਹੈ ਇਹ ਤਾਂ ਆ ਰਹੇ ਆ ਨਾ, ਤਾਂ ਉੱਥੋਂ ਵੀ ਛੱਡਿਆ ਜਾਣਾ। ਤਾਂ ਇਹਨਾਂ ਨੂੰ ਉਸ ਚੀਜ਼ ਦਾ ਡਰ ਸੀ ਵੀ ਕਿਤੇ ਅਸੀਂ ਆਪਣੀ ਸਿਚੁਏਸ਼ਨਸ ਉਹ ਵੀ ਨਾ ਖਰਾਬ ਕਰ ਲਈਏ, ਕਿਉਂਕਿ ਆਲਰੇਡੀ ਸਿਚੁਏਸ਼ਨਸ ਇੰਨੀਆਂ ਅੱਛੀਆਂ ਨਹੀਂ ਸੀਗੀਆਂ। ਠੀਕ ਹੈ ਜੀ, ਕੁਛ ਦਿੱਕਤਾਂ ਪਰੇਸ਼ਾਨੀਆਂ ਸੀਗੀਆਂ ਕਿ 15,000 ਨਾਲ ਤੁਹਾਨੂੰ ਵੀ ਪਤਾ ਘਰ ਨਹੀਂ ਚੱਲਦੇ ਹੈਗੇ। ਫਿਰ ਉੱਥੋਂ ਸ਼ੁਰੂਆਤ ਹੁੰਦੀ ਉਸ ਤੋਂ ਬਾਅਦ ਕਿਵੇਂ ਵਧਿਆ? ਉੱਥੋਂ ਦੀ ਇੱਦਾਂ ਵਧਿਆ ਜੀ ਕਿ ਅੱਗੇ ਅਸੀਂ ਘਰੋਂ ਕੰਮ ਸਟਾਰਟ ਕੀਤਾ, ਘਰੋਂ ਚੱਲਦੇ ਰਹੇ, ਹੌਲੀ ਹੌਲੀ ਚੱਲਦਾ ਰਿਹਾ। ਜਦੋਂ ਥੋੜ੍ਹਾ ਜਿਹਾ ਸਟੇਬਲ ਹੋਣ ਲੱਗੇ ਕਿ ਹਾਂ ਪਤਾ ਲੱਗਣ ਲੱਗਿਆ, ਉਦੋਂ ਕੀ ਹੋਇਆ ਕਿ ਸਟੈਲਾ ਹੋਟਲ ਤੋਂ ਆਪਣਾ ਅਸੀਂ ਲਾਈਕ ਰੋਜ਼ ਗਾਰਡਨ ਵਾਲੀ ਸਾਈਡ ਤੋਂ ਆ ਰਹੇ ਸੀਗੇ। ਤਾਂ ਇਹਨੂੰ ਸ਼ੌਂਕ ਸੀ ਥੋੜ੍ਹਾ ਜਿਹਾ ਕਾਰ ਚਲਾਉਣ ਦਾ। ਅਤੇ ਉਹ ਬੜਾ ਮਜ਼ੇਦਾਰ ਕਿੱਸਾ ਹੈ ਕਿ ਮਤਲਬ ਮੇਰੀ ਨਾ ਐਕਚੁਅਲੀ ਮੇਰੇ ਇੱਕ ਫਰੈਂਡ ਸੀਗੇ, ਉਹਨਾਂ ਦਾ ਗੈਰੇਜ ਸੀਗਾ ਸਟੈਲਾ ਹੋਟਲ ਦੇ ਬਿਲਕੁਲ ਸਾਹਮਣੇ, ਅਤੇ ਉਹਨਾਂ ਕੋਲ ਕਾਰਸ ਵਗੈਰਾ ਉਹ ਸੇਲ ਪਰਚੇਜ਼ ਦਾ ਕੰਮ ਕਰਦੇ ਸੀ। ਤਾਂ ਉਹ ਸਮਟਾਈਮਸ ਕਾਰ ਸਾਡੀ ਗਲੀ ਦੇ ਵਿੱਚ ਲਗਾ ਜਾਂਦੇ ਸੀ। ਤਾਂ ਉਹ ਗਲੀ ਦੇ ਜਿਹੜੇ ਕਾਰਸ ਲਗਾ ਕੇ ਕੀਜ਼ ਮੈਨੂੰ ਹੈਂਡ ਓਵਰ ਕਰ ਦਿੰਦੇ ਹੁੰਦੇ ਸੀਗੇ ਕਿ ਅਕਸ਼ੇ ਵੀ ਤੂੰ ਰੱਖ ਲੈ, ਵੀ ਜੇ ਕਿਤੇ ਸਾਈਡ ਕਰਨੀ ਪਈ ਤਾਂ ਐਟਲੀਸਟ ਕਰ ਦਿਓ, ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੋਈ। ਤਾਂ ਉਹ ਇੱਕ ਦਿਨ ਇਹਦਾ ਮਨ ਕੀਤਾ ਰਾਤ ਨੂੰ, ਕਹਿੰਦਾ ਵੀ ਮੈਂ ਇੱਦਾਂ ਕਰਕੇ ਕੰਮ ਸਟਾਰਟ ਕਰਨ ਤੋਂ 2 ਮਹੀਨੇ ਬਾਅਦ ਦੀ ਗੱਲ ਹੈ, ਆਈ ਥਿੰਕ ਸੋ ਇਟਸ ਲਾਈਕ ਜਨਵਰੀ ਦੀ ਗੱਲ ਹੋਏਗੀ। ਅਤੇ ਜਨਵਰੀ ਦੇ ਵਿੱਚ ਇਹ ਕਹਿੰਦਾ ਵੀ ਮੈਂ ਕਾਰ 'ਤੇ ਗੇੜਾ ਲਗਾ ਕੇ ਆਉਣਾ। ਮੈਂ ਕਿਹਾ ਚਲੋ ਚੱਲੀਏ। ਅਤੇ ਅਸੀਂ ਕਾਰ 'ਤੇ ਗੇੜਾ ਲਗਾਉਣ ਗਏ, ਅਤੇ ਆਉਂਦੇ ਹੋਏ ਕਾਰ ਅੱਗੇ ਮਤਲਬ ਕਿ ਕੁਛ ਡੌਗ ਵਗੈਰਾ ਆ ਗਿਆ, ਅਤੇ ਇਸ ਤੋਂ ਕਾਰ ਅਨਬੈਲੈਂਸ ਹੋ ਕੇ ਅਤੇ ਕਾਰ ਦਾ ਐਕਸੀਡੈਂਟ ਹੋ ਗਿਆ। ਅਤੇ ਉਸ ਰਾਤ ਮੈਂ ਉਹਨਾਂ ਨੂੰ ਬੁਲਾਇਆ ਵੀ ਇੱਦਾਂ ਕਰਕੇ ਕਾਰ ਦਾ ਮਤਲਬ ਐਕਸੀਡੈਂਟ ਹੋ ਗਿਆ, ਅਤੇ ਕਾਰ ਪੂਰੀ ਕ੍ਰੈਸ਼ ਹੋ ਗਈ ਸੀ, ਬਿਲਕੁਲ ਕ੍ਰੈਸ਼ ਹੋ ਗਈ ਸੀਗੀ। ਤਾਂ ਫਿਰ ਉਹ ਕਹਿੰਦੇ ਵੀ ਇਹ ਕਾਰ ਕਿੱਥੇ ਦੀ ਸੀ, ਮੈਂ ਸੁਬਾਹ ਉਹਨਾਂ ਨੂੰ ਪੇਮੈਂਟ ਹੈਂਡ ਓਵਰ ਕਰਨੀ ਸੀਗੀ, ਇਹਨਾਂ ਨੂੰ ਕਾਰ ਨੂੰ ਸੇਲ ਕਰਕੇ ਵੀ ਸੁਬਾਹ ਕਾਰ ਸੇਲ ਕਰਕੇ ਪੇਮੈਂਟ ਹੈਂਡ ਓਵਰ ਕਰਨੀ ਸੀ। ਅਤੇ ਮੈਂ ਓਵਰਨਾਈਟ ਉਹਨਾਂ ਨੂੰ ਮਤਲਬ ਕਿ 1,50,000 ਦਾ ਇੰਤਜ਼ਾਮ ਕਰਕੇ ਦਿੱਤਾ ਓਵਰਨਾਈਟ। ਉਹ ਕਿੱਦਾਂ ਹੋਇਆ ਉਹ ਮੈਨੂੰ ਵੀ ਪਤਾ ਹੈ। ਉਹ ਕਿੱਦਾਂ ਦਾ ਸੀ, ਮੇਰੇ ਕੋਲ ਇੱਕ ਬਾਈਕ ਸੀ ਸਪਲੈਂਡਰ 8970, ਉਹ ਹੁਣ ਵੀ ਜਿਨ੍ਹਾਂ ਕੋਲ ਸੇਲ ਕੀਤੀ ਸੀ ਉਹਨਾਂ ਕੋਲ ਹੀ ਹੈ, ਉਹਨਾਂ ਨੂੰ ਮੈਂ ਗਹਿਣੇ ਦੇਤੀ ਉਹ ਬਾਈਕ। ਇੱਕ ਸਕੂਟੀ ਸੀਗੀ ਉਹ ਵੀ ਗਹਿਣੇ ਦੇਤੀ। ਅਤੇ ਉਸ ਤੋਂ ਬਾਅਦ ਉਹ ਕਾਰ ਜਿਸ ਕਬਾੜੀਏ ਨੂੰ ਅਸੀਂ ਵੇਚੀ ਸੀਗੀ, ਤਾਂ ਉੱਥੋਂ ਥੋੜ੍ਹੇ ਜਿਹੇ ਪੈਸੇ ਆ ਗਏ। ਤਾਂ ਉਹ ਇੱਕ ਮੇਰੇ ਫਰੈਂਡ ਨੇ ਸੁਮਿਤ ਮਿੱਤਲ, ਉਹਨਾਂ ਤੋਂ ਮੈਂ 25,000 ਰੁਪੀਸ ਰਾਤ ਨੂੰ ਹੀ ਲੈ ਕੇ ਆਇਆ, ਰਾਤ ਨੂੰ ਹੀ। ਤਾਂ ਉਹ ਜਦੋਂ ਹੁਣ ਇਹ ਗੱਲ ਨੂੰ ਸੁਣਨਗੇ, ਅਤੇ ਮੈਂ ਉਹਨਾਂ ਨੂੰ ਕਿਹਾ ਮੈਂ 1 ਮਹੀਨੇ 'ਚ ਤੁਹਾਨੂੰ ਵਾਪਿਸ ਕਰ ਦੂੰਗਾ। ਅਤੇ ਮੈਨੂੰ ਹੀ ਪਤਾ ਸੀ ਵੀ ਮੈਂ ਪ੍ਰੋਮਿਸ ਕਰਕੇ ਤਾਂ ਆ ਰਿਹਾ, ਬਟ ਦੇਵਾਂਗੇ ਕਿੱਥੋਂ। ਕੰਮ ਚੱਲ ਰਿਹਾ ਸੀ ਨੋ ਡਾਊਟ, ਬਟ ਇਸ ਸਪੀਕ ਤਾਂ ਨਹੀਂ ਸੀ ਕਿ ਅਸੀਂ 25-30 ਰੁਪਏ ਮਹੀਨੇ ਦਾ ਉਸ 'ਚੋਂ ਕੱਢ ਲਈਏ। ਅਤੇ ਫਿਰ ਉਹਨਾਂ ਨੂੰ ਰਾਤੋਂ ਰਾਤ 1.5 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਦਿੱਤਾ। ਬੜਾ ਔਖਾ। ਜਦੋਂ ਇਹ ਇਨਸੀਡੈਂਟ ਹੋਇਆ ਸੀ ਬਾਈ, ਉਦੋਂ ਲੱਗਿਆ ਨਹੀਂ ਯਾਰ ਕਿ ਗਲਤੀ ਹੋ ਗਈ ਕੁਛ ਨਾ ਕੁਛ, ਕਿ ਪਹਿਲੀ ਮਸਾ ਕੁਛ ਨਾ ਕੁਛ ਚਾਲੂ ਕੀਤਾ, ਸ਼ੁਰੂ ਕੀਤਾ ਆ, ਜਿੰਨੇ ਕੁ ਹੈਗੇ ਆ ਉਹ ਵੀ ਗਏ, ਜੋ ਕੁਛ ਕੋਲੇ ਸਾਧਨ ਸੀ ਉਹ ਵੀ ਗਏ? ਬਿਲਕੁਲ ਐਵੇਂ ਹੋਇਆ ਸੀਗਾ ਕਿ ਜਿਵੇਂ ਮੈਂ ਕਾਰ 'ਚੋਂ ਨਾ, ਮੇਰੇ ਡਰਾਈਵਰ ਸਾਈਡ ਵਾਲੀ ਬਾਰੀ ਖੁੱਲ੍ਹੀ ਨਹੀਂ ਗਈ, ਅਤੇ ਇਹਨਾਂ ਨੇ ਕੱਢਿਆ ਮੈਨੂੰ ਸ਼ੀਸ਼ੇ ਦੇ ਵਿੱਚੋਂ। ਸ਼ੀਸ਼ੇ ਵਿੱਚੋਂ ਕੱਢਿਆ, ਅਤੇ ਬਾਹਰ ਆ ਕੇ ਦੇਖਿਆ ਕਾਰ ਬਿਲਕੁਲ ਖਤਮ। ਅਤੇ ਮੈਂ ਕਿਹਾ ਯਾਰ ਆਹ ਕੀ ਹੋ ਗਿਆ, ਉਹ ਕੰਮ ਮੈਂ ਬਿਲਕੁਲ ਸਦਮੇ 'ਚ ਚਲਾ ਗਿਆ। ਇਹਨੇ ਮੇਰੇ ਮੋਢੇ 'ਤੇ ਹੱਥ ਰੱਖਿਆ, ਟੈਨਸ਼ਨ ਨਾ ਲੈ ਤੂੰ। ਮੈਂ ਕਿਹਾ ਇਹ ਵੀ ਵੱਡੀ ਗੱਲ ਹੁੰਦੀ ਹੈ। ਅੱਛਾ, ਇੱਕ ਚੀਜ਼ ਹੋਰ ਹੈ, ਜਦੋਂ ਤੁਹਾਨੂੰ ਦੋਨੋਂ ਦੇਖਦੇ ਆ ਮੈਨੂੰ ਵੀ ਕਨਫਿਊਜ਼ਨ ਹੋ ਜਾਂਦੀ, ਵੱਡਾ ਇਹ ਲੱਗਦਾ ਛੋਟਾ ਤੁਸੀਂ ਲੱਗਦਾ? ਨਹੀਂ, ਵੱਡਾ ਐਕਚੁਅਲ 'ਚ ਮੈਂ, ਇਹ ਛੋਟਾ ਮੇਰੇ ਤੋਂ 3 ਸਾਲ। ਹਾਂਜੀ। ਅੱਛਾ, ਉਹ ਚੀਜ਼ ਚੱਲਦੀ ਹੈ ਜੀ। ਉਸ ਤੋਂ ਬਾਅਦ ਕਿੰਨਾ ਸਾਲ ਘਰ ਦੇ ਵਿੱਚ ਜਿਹੜਾ ਹੈਗਾ? ਅਸੀਂ ਅਰਾਊਂਡ ਕੋਈ ਲਮਸਮ 7-8 ਮਹੀਨੇ ਘਰ ਚਲਾਏ। 7-8 ਮਹੀਨੇ ਘਰ। ਉਸ ਤੋਂ ਬਾਅਦ ਥੋੜ੍ਹੀ ਜਿਹੀ ਪ੍ਰੋਬਲਮ ਇਹ ਆਉਣ ਲੱਗ ਗਈ ਸੀਗੀ, ਉਹ ਫੇਸ ਕਰਨਾ ਵੀ ਥੋੜ੍ਹਾ ਜਿਹਾ ਮੁਸ਼ਕਿਲ ਸੀਗਾ, ਕਿਉਂਕਿ ਦਿੱਕਤ ਸਾਨੂੰ ਉੱਥੇ ਇਹ ਹੋਈ ਕਿ ਜ਼ੋਮੈਟੋ ਲਾਂਚ ਹੋ ਗਈ ਉਦੋਂ। ਤਾਂ ਜੋ ਸਾਡਾ ਕੰਮ ਸੀਗਾ ਉਹ ਸਾਰਾ ਜ਼ੋਮੈਟੋ ਨੇ ਖਿੱਚ ਲਿਆ ਸੀਗਾ, ਕਿਉਂਕਿ ਉੱਥੇ ਬਹੁਤ ਤਰ੍ਹਾਂ ਦੇ, ਜਦ ਜ਼ੋਮੈਟੋ ਬਠਿੰਡਾ 'ਚ ਲਾਂਚ ਹੋਈ ਤਾਂ ਡਿਸਕਾਊਂਟਸ ਆਫਰ, ਇਹ ਆਫਰਸ ਉਹ ਆਫਰਸ, ਬੜਾ ਉੱਥੇ ਆਫਰਸ ਚੱਲ ਰਹੀਆਂ ਸੀ। ਤਾਂ ਸਾਨੂੰ ਜ਼ੋਮੈਟੋ 'ਤੇ ਥੋੜ੍ਹਾ ਆਪਣਾ ਸਾਈਨ ਇਨ ਕਰਨ ਦੇ ਵਿੱਚ ਕੰਮ ਟਾਈਮ ਲੱਗ ਗਿਆ। ਤਾਂ ਉਹ ਬੜੀ ਪ੍ਰੋਬਲਮ ਆ ਰਹੀ ਸੀਗੀ ਕਿ ਮਤਲਬ ਜਦੋਂ ਸਾਈਨ ਇਨ ਹੋ ਗਿਆ ਤਾਂ ਉਸ ਤੋਂ ਬਾਅਦ ਡਿਲੀਵਰੀ ਬॉयਜ਼ ਦਾ ਘਰ ਦੇ ਬਾਹਰ ਆ ਕੇ ਖੜ੍ਹਾ ਹੋਣਾ, ਤਾਂ ਗਲੀ ਵਾਲੇ ਮੁਹੱਲੇ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਕਿ ਤੁਹਾਡੀ ਗਲੀ 'ਚ ਇੰਨੇ ਸਾਰੇ ਡਿਲੀਵਰੀ ਬॉयਜ਼ ਕਿਉਂ ਆ ਰਹੇ ਆ, ਲਾਈਕ 5-7 ਡਿਲੀਵਰੀ ਬॉयਜ਼ ਇਕੱਠੇ ਆਉਣਾ। ਤਾਂ ਉਦੋਂ ਜ਼ੋਮੈਟੋ ਦਾ ਕਰੇਜ਼ ਸੀ, ਇੱਕ ਨਵਾਂ ਡਿਸਕਾਊਂਟਸ ਆ ਰਿਹਾ, ਇਹ ਹੋ ਰਿਹਾ 60% ਆਫ 70% ਆਫ। ਤਾਂ ਉਹ ਇੱਕ ਬੜਾ ਲੋਕਾਂ ਲਈ ਕਰੇਜ਼ ਬਣ ਗਿਆ ਸੀ ਬਠਿੰਡੇ ਦੇ ਲੋਕਾਂ ਲਈ। ਤਾਂ ਉਹ ਕਰੇਜ਼ ਉੱਭਰ ਕੇ ਆ ਰਿਹਾ ਸੀ ਕਿ ਜ਼ੋਮੈਟੋ ਤੋਂ ਬਹੁਤ ਜ਼ਿਆਦਾ ਆਰਡਰਿੰਗ ਹੋ ਰਹੀ ਸੀ। ਤਾਂ ਸਾਡਾ ਆਊਟਲੈਟ ਵੀ ਮਤਲਬ ਕਿਤੇ ਨਾ ਕਿਤੇ ਜਦੋਂ ਆਫ ਵਗੈਰਾ ਚੱਲ ਰਹੀ ਸੀ ਤਾਂ
ਇੱਕ ਤਰ੍ਹਾਂ ਦਾ ਜਿਹੜੀ ਆਪਣੀ ਫਰਮ 'ਚੋਂ ਆਰਡਰ ਪੈ ਰਹੇ ਸੀਗੇ, ਤਾਂ ਲੋਕਾਂ ਤੋਂ ਬੜੀ ਪਰੇਸ਼ਾਨੀ ਹੋਣ ਲੱਗੀ। ਤਾਂ ਦੈਨ ਮੈਂ ਇੱਕ ਡਿਸੀਜਨ ਲਿੱਤਾ ਕਿ ਇੱਥੋਂ ਹੁਣ ਆਪਾਂ ਮੂਵ ਕਰੀਏ ਤੇ ਇੱਕ ਮਤਲਬ ਛੋਟੀ ਜਿਹੀ ਸ਼ਾਪ ਲਈਏ। ਤਾਂ ਅਸੀਂ ਬਸੰਤ ਵਿਹਾਰ ਦੇ ਵਿੱਚ ਤ੍ਰਿਵੇਣੀ ਮੰਦਿਰ ਹੈ, ਤ੍ਰਿਵੇਣੀ ਮੰਦਿਰ ਦੇ ਬਿਲਕੁਲ ਨਾਲ ਅਸੀਂ ਇੱਕ ਸ਼ਾਪ ਦੇਖੀ। ਤਾਂ ਉਹਨਾਂ ਨੇ ਰੈਂਟ ਦੱਸਿਆ 8000 ਰੁਪੀਜ਼। ਤਾਂ 8000 ਰੁਪਏ ਰੈਂਟ ਦੱਸਿਆ ਤੇ ਅਸੀਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਕਿ ਅਸੀਂ 6 ਤੱਕ ਪੇ ਕਰ ਦਾਂਗੇ, ਵੀ ਤੁਸੀਂ ਕਿਸੇ ਤਰੀਕੇ ਨਾਲ ਇਹਨੂੰ 6 ਕਰ ਦਿਓ, ਬਟ ਉਹਨਾਂ ਨੇ ਨਹੀਂ ਕੀਤਾ। ਤੇ ਅਸੀਂ ਉੱਥੇ ਆਪਣੀ 8000 ਰੁਪਏ ਤੇ ਆਪਣੀ ਉਹ ਕਰ ਲਿਆ ਸੈਟਅਪ, ਉਹਦੀ ਸ਼ੁਰੂਆਤ ਕਰ ਲਈ। ਉਸ 'ਚ ਸ਼ੁਰੂਆਤ ਕਰ ਲਈ। ਤਾਂ ਇੱਕ ਲਵਸ ਬਾਈਟ ਦਾ ਇੱਕ ਦੂਸਰਾ ਫੇਜ਼ ਸ਼ੁਰੂ ਹੋਇਆ 2.0 ਦੇ ਵਿੱਚ ਅਸੀਂ ਉੱਥੇ ਆਏ। ਤਾਂ ਉੱਥੇ ਨਵਾਂ ਆ ਕੇ ਸੈਟਅਪ ਕੀਤਾ ਹੌਲੀ ਹੌਲੀ। ਉੱਥੇ ਕੁਝ ਨਹੀਂ ਸੀ ਸਾਡੇ ਕੋਲੇ, ਜਸਟ ਅਸੀਂ ਆਪਣਾ ਓਵਨ ਲਿਜਾ ਕੇ ਉੱਥੇ ਰੱਖਤਾ, ਸਿੰਪਲ ਜਿਹਾ ਇੱਕ ਬੋਰਡ ਲਗਵਾ ਲਿਆ ਤੇ ਉੱਥੋਂ ਫਿਰ ਸਾਡੀ ਨਵੀਂ ਸ਼ੁਰੂਆਤ ਹੋਈ। ਤੇ ਅਸੀਂ ਇੱਕ ਮਾਰਕੀਟ ਦੇ ਵਿੱਚ ਐਕਚੁਅਲ ਦੇ ਵਿੱਚ ਪਹਿਲਾ ਕਦਮ ਰੱਖਿਆ। ਉੱਥੇ ਵੀ ਫਿਰ ਕੰਮ ਖੁਦ ਹੀ ਕਰਦੇ ਸੀ ਜਾਂ ਉੱਥੇ ਉਦੋਂ ਕੋਈ ਨਾ ਨਹੀਂ, ਉੱਥੇ ਵੀ ਕੰਮ ਖੁਦ ਹੀ ਕਰਦੇ ਸੀ। ਹਾਂ, ਇਹਨਾਂ ਦਾ ਕੰਮ ਹੁੰਦਾ ਸੀ ਫਿਰ ਸਾਰਾ ਬਣਾਉਣ ਦਾ, ਤੇ ਮੇਰਾ ਕੰਮ ਹੁੰਦਾ ਸੀ ਡਿਲੀਵਰੀਜ਼ ਦੇਣ ਦਾ, ਡਿਲੀਵਰੀ ਕਰਨ ਦਾ। ਉੱਥੇ ਫਿਰ ਕਿੰਨਾ ਸਮਾਂ ਰਹੇ? ਉੱਥੇ ਰਹੇ ਜੀ ਅਸੀਂ ਪੂਰਾ ਤੁਸੀਂ ਇਹ ਲਗਾ ਲਓ ਕਿ ਅਪ੍ਰੈਲ ਮਈ ਦੇ ਵਿੱਚ ਅਸੀਂ ਉੱਥੇ ਆ ਗਏ ਸੀਗੇ। ਅਪ੍ਰੈਲ ਮਈ ਦੇ ਵਿੱਚ ਆ ਕੇ ਅਸੀਂ ਨਵੰਬਰ ਤੱਕ ਉੱਥੇ ਰਹੇ। ਇੱਕ ਚੀਜ਼ ਫਿਰ ਉਦੋਂ ਔਖ ਨਹੀਂ ਲੱਗਦੀ ਸੀ, ਜਿਵੇਂ ਤੁਸੀਂ ਕਿ 8000 ਹਰ ਮਹੀਨੇ ਪਹਿਲਾਂ ਤਾਂ ਘਰ ਤੋਂ ਜਾਣਾ ਹੁੰਦਾ ਸੀ, ਪਤਾ ਸੀ ਕਿ ਕੋਈ ਕਿਰਾਇਆ ਨਹੀਂ, ਚਾਹੇ ਕੋਈ ਵਿਕੇ ਕੁਛ ਜਾਂ ਨਾ ਵਿਕੇ, ਹੈ ਨਾ, ਕੋਈ ਸੇਲ ਪਵੇ ਜਾਂ ਨਾ ਪਵੇ। ਉਸ ਤੋਂ ਬਾਅਦ ਪਰ ਮਹੀਨੇ ਪਰ ਮੰਥ ਹੁੰਦਾ ਸੀ ਵੀ 8000 ਕੱਢਣਾ ਹੀ ਕੱਢਣਾ। ਉਹ ਵੀ ਔਖ ਇੱਕ ਲੱਗਦੀ। ਉਹ ਔਖ ਜਦੋਂ ਪਹਿਲੇ 2-4 ਮਹੀਨੇ ਮਤਲਬ ਦੇਖਿਆ ਜਾਵੇ ਤਾਂ ਪਹਿਲੇ 2-3 ਮਹੀਨੇ ਤਾਂ ਬਹੁਤ ਜ਼ਿਆਦਾ ਔਖਾ ਰਿਹਾ, ਕਿਉਂਕਿ ਹਰ ਮਹੀਨੇ ਇੱਕ ਕਿਸ਼ਤ ਬੰਨੀ ਜਾਣੀ ਇੱਕ 8000 ਰੁਪਏ ਦੀ। ਤਾਂ ਜਿੱਥੇ ਕੋਈ ਮਤਲਬ ਕੰਮ ਛੋਟਾ ਮੋਟਾ ਹੋਵੇ ਤਾਂ ਉੱਥੇ 8000 ਰੁਪਏ ਦੇਣਾ ਵੀ ਬਹੁਤ ਜ਼ਿਆਦਾ ਔਖਾ ਲੱਗਦਾ ਹੈਗਾ। ਤਾਂ ਉਹ ਇੱਕ ਬੜਾ ਵੱਡਾ ਚੈਲੰਜ ਸੀਗਾ ਕਿ 8000 ਰੁਪਏ ਉਹਨਾਂ ਨੂੰ ਪੇ ਕਰਨਾ ਹੈਗਾ ਹੁਣ। ਤਾਂ ਉਹ ਬੜੀ ਦਿੱਕਤ ਵਾਲੀ ਗੱਲ ਹੋ ਗਈ ਸੀ ਸਾਡੇ ਵਾਸਤੇ ਇੱਕ ਵਾਰੀ ਤਾਂ, ਕਿਉਂਕਿ ਜ਼ੋਮੈਟੋ ਦੇ ਲਾਂਚ ਹੋਏ ਤੇ ਕੰਮ ਵੱਧ ਤਾਂ ਜ਼ਰੂਰ ਗਿਆ ਸੀਗਾ ਮਾਰਕੀਟ ਦੇ ਵਿੱਚ, ਪਰ ਦੇਖਿਆ ਜਾਵੇ ਤਾਂ ਪ੍ਰੋਫਿਟਸ ਬਿਲਕੁਲ ਡਾਊਨ ਆ ਗਏ ਸੀਗੇ, ਕਿਉਂਕਿ ਉਹ ਆਲਮੋਸਟ 27-28% ਮਾਰਜਨ ਉਹਨਾਂ ਨੂੰ ਚਲਾ ਜਾਂਦਾ ਸੀਗਾ। ਤੇ 27-28% ਮਾਰਜਨ ਦੇ ਕੇ ਤੇ ਉਸ ਤੋਂ ਬਾਅਦ ਪਿੱਛੇ ਤਾਂ ਫਿਰ ਮਤਲਬ ਜਿਹਨੇ ਕੁਆਲਿਟੀ ਦੇਣੀ ਹੈ ਤਾਂ ਉਹ ਕੁਆਲਿਟੀ ਦੇ ਵਿੱਚੋਂ ਫਿਰ ਮਾਰਜਨ ਨਹੀਂ ਨਿਕਲਦਾ ਸੀਗਾ। ਅੱਛਾ, ਉਸ ਤੋਂ ਬਾਅਦ ਇੱਥੋਂ ਤੱਕ ਦਾ ਸਫ਼ਰ ਕਿਵੇਂ ਰਿਹਾ? ਉਸ ਤੋਂ ਬਾਅਦ ਇੱਥੋਂ ਤੱਕ ਦਾ ਸਫ਼ਰ ਇੱਦਾਂ ਰਿਹਾ ਕਿ ਅਸੀਂ ਸਰਦੀਆਂ ਸਟਾਰਟ ਹੋਣੀਆਂ ਸੀਗੀਆਂ ਦੁਬਾਰਾ, ਅਪ੍ਰੈਲ ਮਈ ਦੇ ਵਿੱਚ ਆ ਗਏ ਸੀ ਤੇ ਦੁਬਾਰਾ ਸਰਦੀਆਂ ਸਟਾਰਟ ਹੋਣੀਆਂ ਸੀ। ਤੇ ਅਸੀਂ ਰਿਕੁਐਸਟ ਕੀਤੀ ਓਨਰ ਨੂੰ ਕਿ ਮਤਲਬ ਇਹ ਰੀਅਲ ਗੱਲਾਂ ਨੇ, ਆਪਾਂ ਕੋਈ ਉਹ ਨਹੀਂ ਕਰ ਰਹੇ ਵੀ। ਅਸੀਂ ਰਿਕੁਐਸਟ ਕੀਤੀ ਕਿ ਸਰ ਸਾਡਾ ਜਿਹੜਾ ਫਰੰਟ ਆ ਉਹ ਤੁਸੀਂ ਕਵਰ ਕਰਵਾ ਦਿਓ, ਕਿਉਂਕਿ ਉਹ ਕਿੱਦਾਂ ਸੀ ਕਿ ਸ਼ਟਰ ਓਪਨ ਕੀਤਾ ਤੇ ਸ਼ਾਪ ਮਤਲਬ ਇੱਕ ਹੁੰਦਾ ਸ਼ਟਰ ਤੋਂ ਬਾਅਦ ਇੱਕ ਟਫਨ ਆ ਗਿਆ, ਗਲਾਸ ਆ ਗਿਆ, ਕੁਛ ਆ ਗਿਆ। ਤਾਂ ਸਾਡੇ ਕੋਲ ਇੰਨੀ ਉਹ ਹੈ ਨਹੀਂ ਸੀਗੀ ਕਿ ਅਸੀਂ ਪਾਵਰ ਹੈ ਨਹੀਂ ਸੀ ਫਾਈਨੈਂਸ਼ੀਅਲੀ ਕਿ ਅਸੀਂ ਉਹਨੂੰ ਕਵਰ ਕਰਵਾ ਲਈ। ਤਾਂ ਸਾਡੀ ਇਸ ਗੱਲ ਤੇ ਥੋੜੀ ਜਿਹੀ ਉਹ ਹੋਈ ਕਿ ਸਰ ਵੀ ਜਾਂ ਤਾਂ ਤੁਸੀਂ ਇਹਨੂੰ ਕਵਰ ਕਰਵਾ ਦਿਓ ਜਾਂ ਫਿਰ ਅਸੀਂ ਸ਼ਾਪ ਛੱਡ ਦਾਂਗੇ। ਤਾਂ ਉਹਨਾਂ ਨੇ ਕਵਰ ਕਰਵਾਉਣ ਤੋਂ ਮਨਾ ਕਰਤਾ। ਉਹ ਕਹਿੰਦੇ ਵੀ ਅਸੀਂ ਇਹਨੂੰ ਕਵਰ ਨਹੀਂ ਕਰਵਾ ਸਕਦੇ, ਤੁਸੀਂ ਸ਼ਾਪ ਛੱਡ ਦਿਓ। ਦੈਨ ਮੈਂ ਸੋਚਿਆ ਵੀ ਹੁਣ ਕਹਿ ਤਾਂ ਦਿੱਤਾ, ਕਮਿਟਮੈਂਟ ਵੀ ਕਰਤੀ, ਜੇ ਹੁਣ ਨਾ ਪੂਰੀ ਹੋਈ ਕੀਤੀ ਤਾਂ ਫਿਰ ਵੀ ਬੇਇੱਜ਼ਤੀ ਵਾਲੀ ਗੱਲ ਹੈ ਵੀ ਇਹ ਬੜਾ ਮਤਲਬ ਗਲਤ ਕੰਮ ਹੈਗਾ। ਤਾਂ ਫਿਰ ਅਸੀਂ ਹੌਲੀ ਹੌਲੀ ਮਾਰਕੀਟ 'ਚ ਸ਼ਾਪ ਲੱਭਣੀ ਸ਼ੁਰੂ ਕੀਤੀ ਵੀ ਐਸੀ ਲਾਈਨ ਦੇ ਵਿੱਚ ਕਿਤੇ 5000 ਤੋਂ 7000 ਤੇ ਫਿਰ ਸ਼ਾਪ ਲੈ ਲਾਂਗੇ। ਬਟ ਇਹ ਮਾਰਕੀਟ ਗਏ ਇੱਕ ਦਿਨ, ਕਹਿੰਦੇ ਵੀ ਉੱਥੇ ਨਾ ਸੌਫਟੀ ਰੋਡ ਤੇ ਸ਼ਾਪ ਵਿਹਲੀ ਪਈ ਹੈ ਇੱਕ। ਤੇ ਮੈਂ ਕਿਹਾ ਸੌਫਟੀ ਰੋਡ ਤੇ ਰੈਂਟ ਕਿੰਨਾ? ਕਹਿੰਦੇ 22000 ਰੁਪਏ। ਮੈਂ ਕਿਹਾ ਇੰਨਾ ਰੈਂਟ ਭਰੂ? ਮਤਲਬ ਪਹਿਲਾਂ 8 ਨਹੀਂ ਨਿਕਲਦੇ ਸੀ ਇੱਥੇ, ਉੱਥੇ 22 ਕੱਢਣਾ। ਤਾਂ ਉਹ ਬੜੀ ਮੁਸ਼ਕਿਲ ਵਾਲੀ ਗੱਲ ਸੀਗੀ। ਬਟ ਕਮਿਟਮੈਂਟ ਇੰਨੀ ਇੱਕ ਉਹ ਸਿਚੁਏਸ਼ਨ ਦੇ ਵਿੱਚ ਹੋ ਗਈ ਸੀਗੀ ਕਿ ਉਹਨੂੰ ਵੀ ਮਤਲਬ ਵਾਪਿਸ ਲੈਣਾ ਪੋਸੀਬਲ ਨਹੀਂ ਸੀਗਾ। ਤਾਂ ਫਿਰ ਅਸੀਂ ਬਸ ਇੱਕ ਆਪਣੀ ਥੋੜੀ ਜਿਹੀ ਕਹਿੰਦੇ ਈਗੋ ਦੇ ਵਿੱਚ ਹੀ ਉੱਥੋਂ ਮੂਵ ਕਰ ਗਏ। ਈਗੋ ਦੇ ਵਿੱਚ ਹੀ ਮੂਵ ਕਰ ਗਏ ਤੇ 3 ਦਿਨ ਦੇ ਵਿੱਚ ਅਸੀਂ ਇੱਥੇ ਆਪਣੀ ਸ਼ਾਪ ਤਿਆਰ ਕੀਤੀ। ਕਿਉਂਕਿ ਇੱਥੇ ਮਤਲਬ ਜਿਹੜੀ ਆਪਣੀ ਪਹਿਲਾਂ ਸੀਗੀ ਉਹ ਸੀਗੇ ਮਹੇਸ਼ਵਰੀ ਚੌਂਕ ਤੋਂ ਆਪਣੇ ਰਾਈਟ ਹੈਂਡ ਸਾਈਡ ਤੇ, ਹਾਂਜੀ, DCB ਬੈਂਕ ਦੇ ਓਪੋਜ਼ਿਟ ਸੀਗੀ। ਤਾਂ ਉਹ 3-4 ਦਿਨ ਦੇ ਵਿੱਚ ਮੈਂ ਉੱਥੇ ਆਪਣੀ ਸਾਰੀ ਸ਼ਾਪ ਤਿਆਰ ਕਰਵਾਈ। ਫਿਰ ਥੋੜਾ ਜਿਹਾ ਮਾਰਕੀਟ ਦੇ ਵਿੱਚੋਂ ਕ੍ਰੈਡਿਟ ਲਿੱਤਾ ਤੇ ਫਿਰ ਮਤਲਬ ਉਹੀ ਸਾਰਾ ਪ੍ਰੋਸੈਸ ਫਿਰ ਦੁਬਾਰਾ ਤੋਂ ਚੱਲਿਆ ਤੇ ਫਿਰ ਇੱਕ ਪ੍ਰੋਪਰ ਤਰ੍ਹਾਂ ਨਾਲ ਸਾਡੀ ਓਪਨਿੰਗ ਹੋਈ। ਬਟ ਉਹ ਇੱਕ ਟੇਕ ਅਵੇ ਰੈਸਟੋਰੈਂਟ ਸੀਗਾ, ਟੇਕ ਅਵੇ ਔਰ ਡਿਲੀਵਰੀ। ਉੱਥੇ ਡਾਈਨਿੰਗ ਅਰੇਂਜਮੈਂਟ ਸਾਡੇ ਕੋਲ ਇੰਨਾ ਨਹੀਂ ਸੀਗਾ, ਬਟ ਅਸੀਂ ਉੱਥੇ ਸਾਰਾ ਸੈੱਟ ਲੈ ਕੇ ਸੀ ਆਪਣਾ। ਅੱਛਾ, ਇਸ ਸਮੇਂ ਦੇ ਦੌਰਾਨ ਕਿਸੇ ਵੇਲੇ ਜਦੋਂ ਉਹਨੂੰ ਉਤਰਾ ਚੜਾਉਂਦੇ ਆ, ਪਰ ਬੜੀ ਬੰਦਾ ਟੁੱਟਦਾ ਵੀ ਆ ਕਿ ਯਾਰ ਮਤਲਬ ਸ਼ਾਇਦ ਕਈ ਵਾਰੀ ਇਹ ਵੀ ਹੁੰਦਾ ਕਿ ਯਾਰ ਮੈਂ ਸ਼ਾਇਦ ਰਸਤਾ ਹੀ ਗਲਤ ਚੁਣ ਲਿਆ, ਜਾਂ ਕਿਸਮਤ ਨੂੰ ਬੜੀ ਕੋਸਦਾ ਕਿ ਯਾਰ ਕਿਸਮਤ ਮੇਰੇ ਨਾਲ ਨਹੀਂ ਹੈ। ਇਹ ਵੀ ਸਮਾਂ ਆਇਆ। ਬਹੁਤ ਵਾਰ ਦਿੱਕਤਾਂ ਆਉਂਦੀਆਂ ਸੀਗੀਆਂ। ਸ਼ਾਪ ਕਰਨੀ ਉਨੀ ਔਖੀ ਨਹੀਂ ਸੀ, ਮੈਨੂੰ ਲੱਗਦਾ ਚਲਾਉਣੀ ਬਹੁਤ ਔਖੀ ਸੀਗੀ। ਤਾਂ ਰੈਸਟੋਰੈਂਟ ਖੋਲ੍ਹਣਾ ਇੰਨਾ ਔਖਾ ਨਹੀਂ ਸੀ ਜਿੰਨਾ ਚਲਾਉਣਾ ਔਖਾ ਸੀਗਾ। ਤਾਂ ਚਲਾਉਣ ਦੇ ਵਿੱਚ ਬੜੀ ਦਿੱਕਤਾਂ ਆਈਆਂ। ਜਦੋਂ ਮੈਂ ਡਿਲੀਵਰੀ ਕਰਨ ਜਾਂਦਾ ਸੀ ਮੈਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਦੇ ਕਿਸੇ ਜਗ੍ਹਾ ਆਊਟਰ ਏਰੀਆ ਦੇ ਵਿੱਚ ਖੜੇ ਹਾਂ, 10 ਕਿਲੋਮੀਟਰ ਬਾਹਰ ਖੜੇ ਹਾਂ, 12 ਕਿਲੋਮੀਟਰ ਬਾਹਰ ਖੜੇ ਹਾਂ, ਤਾਂ ਉੱਥੇ ਬਾਈਕ ਦਾ ਪੈਟਰੋਲ ਮੁੱਕ ਜਾਂਦਾ ਸੀ, ਕਿਉਂਕਿ ਬਾਈਕ 'ਚ ਪੈਟਰੋਲ ਹੁੰਦਾ ਸੀ ਲਿਮਿਟਡ।
ਮਤਲਬ ਕਿ 100 ਰੁਪੀਸ ਦਾ ਪੈਟਰੋਲ ਫਿਲ ਕਰਵਾ ਲਿਆ, 150 ਦਾ ਕਰਵਾ ਲਿਆ। ਉਦੋਂ ਇੰਨੀ ਕੈਪੈਸਿਟੀ ਨਹੀਂ ਹੁੰਦੀ ਸੀ ਕਿ ਫਿਲ ਕਰਵਾ ਲਈ, ਟੈਂਕ ਫਿਲ ਕਰਵਾ ਲਿਆ। ਕਿਉਂਕਿ ਇੱਥੇ ਵੀ ਜਦੋਂ ਰੈਸਟੋਰੈਂਟ ਕੀਤਾ ਬੜੀ ਮਿਨੀਮਮ ਇਨਵੈਸਟਮੈਂਟ ਨਾਲ ਕੀਤਾ ਸੀਗਾ। ਤਾਂ ਉਹ ਵੀ ਇੱਕ ਬੜਾ ਵੱਡਾ ਫੈਕਟ ਸੀਗਾ ਕਿ ਜਦੋਂ ਵੀ ਕਿਤੇ ਜਾਂਦੇ, ਕਦੇ ਬਾਈਕ ਪੈਂਚਰ ਹੋ ਜਾਣੀ, ਤਾਂ ਕਦੇ ਮੰਮਾ ਪਿੱਛੇ ਪਿੱਛੇ ਭੱਜ ਰਹੇ ਹੈ, ਨਾਲ ਆ ਰਹੇ ਹੈ, ਕਦੇ ਬ੍ਰਦਰ ਆ ਰਹੇ ਹੈ। ਤਾਂ ਉਹ ਵੀ ਮਤਲਬ ਇੱਕ ਬਹੁਤ ਵੱਡਾ ਪੁਆਇੰਟ ਸੀਗਾ ਕਿ ਕਿਤੇ ਕਈ ਵਾਰੀ ਕੋਈ ਇਹੋ ਜਿਹੇ ਸ਼ਰਾਰਤੀ ਅਨਸਰ ਮਿਲ ਜਾਂਦੇ ਹੈ ਵੀ ਤੰਗ ਕਰਨ ਵਾਲੇ, ਹੈ ਨਾ ਜੀ। ਤਾਂ ਉਹ ਬਹੁਤ ਵਾਰੀ ਦਿੱਕਤਾਂ ਆਉਂਦੀਆਂ ਸੀ ਮੈਨੂੰ ਵੀ, ਕਦੇ ਕਦੇ ਐਂ ਲੱਗਦਾ ਸੀ ਵੀ ਨਹੀਂ ਹੁਣ ਮੈਨੂੰ ਆਹ ਕੰਮ ਛੱਡ ਦੇਣਾ ਚਾਹੀਦਾ ਹੈਗਾ, ਵੀ ਇਹ ਬਹੁਤ ਪਰੇਸ਼ਾਨੀ ਵਾਲੀ ਗੱਲ ਹੈਗੀ ਹੈ। ਕਦੇ ਕਦੇ ਪੈਸੇ ਦੇਣੇ ਹੁੰਦੇ ਸੀ, ਡੇਟ ਸਿਰ 'ਤੇ ਹੁੰਦੀਆਂ ਸੀਗੀਆਂ ਵੀ ਕੱਲ੍ਹ ਕਿਸੇ ਦੇ ਇੰਨੇ ਪੈਸੇ ਦੇਣੇ ਹੈਗੇ ਆ ਅਤੇ ਹੁੰਦੇ ਹੈ ਨਹੀਂ ਸੀ ਕੋਲੇ। ਤਾਂ ਉਦੋਂ ਐਂ ਲੱਗਦਾ ਸੀ ਕਿ ਇਹ ਸਾਰੇ ਝੰਜਟ 'ਚੋਂ ਬਾਹਰ ਨਿਕਲ ਕੇ ਆਪਦੀ 7-8 ਹਜ਼ਾਰ ਵਾਲੀ, 10 ਹਜ਼ਾਰ ਵਾਲੀ, 15 ਹਜ਼ਾਰ ਵਾਲੀ ਜੋਬ ਹੀ ਕਰ ਲਈ, ਉਹ ਜ਼ਿਆਦਾ ਬੈਟਰ ਹੈਗੀ ਹੈ। ਅੱਛਾ, ਕਦੇ ਤੁਸੀਂ ਨਹੀਂ ਕਿਹਾ ਸੀ ਕਿ ਫਿਰ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਰਿਸਕ ਨਾ ਲੈ, ਕਿ ਹੁਣ ਆਪਾਂ ਕਿਸੇ ਵੇਲੇ ਜਦੋਂ ਉਤਰਾ ਚੜਾਉਂਦੇ ਸੀ? ਮੈਂ ਇਹਨੂੰ ਕਿਹਾ ਸੀ ਆਪਣੀ ਬਸੰਤ ਵਿਹਾਰ ਵਾਲੀ ਦੁਕਾਨ 'ਚ ਕਿ ਤੈਨੂੰ ਮੈਂ ਕਿਹਾ ਸੀ ਪੰਗਾ ਨਾਲ ਹੈ, ਘਰੇ ਸਹੀ ਆ। ਅੱਛਾ। ਪਰ ਉਹ ਵੀ ਕੀ ਹੈ ਫੈਕਟ ਇੱਕ, ਕਿ ਜਿਵੇਂ ਤੁਸੀਂ ਕਿਹਾ ਕਿ ਘਰੋਂ ਨਿਕਲ ਕੇ ਕਿੱਥੇ ਆਉਣਾ, ਬੰਦੇ ਦਾ ਪਤਾ ਹੁੰਦਾ ਕਿ ਹਾਂ ਵੀ ਇਲੈਕਟ੍ਰਿਸਿਟੀ ਬਿੱਲ ਆਉਣਾ 10-15 ਹਜ਼ਾਰ ਰੁਪਏ, ਇੰਨਾ ਖਰਚਾ ਆਪਣਾ, ਤੇ ਕਿੱਥੇ ਸਿੱਧਾ ਆਪਾਂ 8-10 ਹਜ਼ਾਰ ਦਾ ਹੋਰ ਪੰਗਾ ਬੀਜ ਲਿਆ। ਤੇ ਉਹਦਾ ਕੀ ਹੁੰਦਾ, ਉਹਦਾ ਵੀ ਫੈਕਟ ਆ, ਉਹਦਾ ਆਪਾਂ ਨੂੰ ਬੈਨੀਫਿਟ ਆ ਹੈ ਕਿ ਜਿਵੇਂ ਆਪਾਂ 8000 ਵਾਲਾ ਪੰਗਾ ਲੈ ਲਿਆ ਕਿ 8000 ਰੁਪਏ ਆਪਾਂ ਰੈਂਟ ਦੇਣਾ। ਇੱਕ ਚੀਜ਼ ਹੋਰ ਆ, ਚਲੋ ਠੀਕ ਹੈ, ਇਹ ਚੀਜ਼ ਰਹਿ ਗਈ। ਹੁਣ ਇਹ ਸਾਰਾ ਪ੍ਰੋਸੈਸ ਚੱਲਦਾ ਆ, ਲਵਜ਼ ਬਾਈਟ ਇੱਥੇ ਜਗਾਉਣਾ ਆ। ਹਾਂਜੀ, ਇਹ ਵੀ ਮਾਈਂਡ ਦੇ ਵਿੱਚ ਕਦੋਂ ਸੋਚ ਲਿਆ ਕਿ ਇਹ ਇਸ ਸੜਕ ਦੇ ਉੱਪਰ ਲਵ ਬਾਈਟ ਇਸ ਜਗ੍ਹਾ ਦੇ ਉੱਪਰ ਜਗਾਉਣਾ ਆ? ਜਦੋਂ ਇਸ ਰੈਸਟੋਰੈਂਟ ਦੇ ਵਿੱਚ ਸ਼ਿਫਟ ਕੀਤੇ ਅਸੀਂ, ਜਿਹੜਾ ਪੁਰਾਣੇ ਰੈਸਟੋਰੈਂਟ ਦੇ ਵਿੱਚ ਅਸੀਂ 2019 ਨਵੰਬਰ ਦੇ ਵਿੱਚ ਅਸੀਂ ਓਪਨ ਕੀਤਾ ਰੈਸਟੋਰੈਂਟ ਆਪਣਾ, ਅਤੇ ਉਦੋਂ ਜਦੋਂ ਮੂਵ ਕੀਤੇ ਬਸ ਉਦੋਂ ਪਤਾ ਲੱਗ ਗਿਆ ਸੀ ਕਿ ਹੁਣ ਬੈਕ ਨਹੀਂ ਹੋਣਾ। ਹੁਣ ਜੋ ਵੀ ਕਰਾਂਗੇ ਅੱਗੇ ਕੁਛ ਨਾ ਕੁਛ ਧਮਾਕੇਦਾਰੀ ਹੋਊਗਾ, ਹੁਣ ਬੈਕ ਹੋਣ ਦਾ ਚਾਂਸ ਨਹੀਂ ਰਿਹਾ ਸੀਗਾ। ਕਿਉਂਕਿ ਮਾਰਕੀਟ ਦੇ ਵਿੱਚ ਕਿਤੇ ਨਾ ਕਿਤੇ ਨਾਮ ਬਣ ਚੁੱਕਿਆ ਸੀਗਾ। ਠੀਕ ਹੈ ਜੀ, ਮਾਰਕੀਟ ਦੇ ਵਿੱਚ ਕਿਤੇ ਨਾ ਕਿਤੇ ਨਾਮ ਆ ਚੁੱਕਿਆ ਸੀਗਾ, ਕਿਉਂਕਿ ਫੂਡ ਦੀ ਕੁਆਲਿਟੀ ਦੇ ਰਹੇ ਸੀ, ਰਾਤ ਨੂੰ ਸਰਵਿਸ ਦੇ ਰਹੇ ਸੀ, 2-2 3-3 ਵਜੇ ਤੱਕ ਜਾਗ ਰਹੇ ਸੀਗੇ। ਤਾਂ ਉਹ ਪਤਾ ਲੱਗ ਗਿਆ ਸੀ। ਬਸ ਉਸ ਤੋਂ ਬਾਅਦ ਇਹ ਖਿਆਲ ਰਹਿੰਦੇ ਸੀ ਆਹ ਰੈਸਟੋਰੈਂਟ ਕਿੰਨਾ ਵਧੀਆ, ਆਹ ਰੈਸਟੋਰੈਂਟ ਕਿੰਨਾ ਵਧੀਆ, ਇਹਦੇ ਬਰਾਬਰ ਦਾ ਖੋਲ੍ਹਣਾ, ਐਂ ਕਰਨਾ, ਉਹ ਕਰਨਾ। ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਉਸ ਤੋਂ ਬਾਅਦ ਮਾਈਂਡ 'ਚ ਆ ਗਈਆਂ ਸੀ ਕਿ ਹੁਣ ਬੈਕ ਨਹੀਂ ਹੋਣਾ, ਬਸ ਹੁਣ ਅੱਗੇ ਹੀ ਵਧਣਾ ਕਿਤੇ ਨਾ ਕਿਤੇ। ਤਾਂ ਫਿਰ ਹੋਰ ਮਿਹਨਤ ਨੂੰ ਥੋੜ੍ਹਾ ਜਿਹਾ ਵਧਾਇਆ, ਮਿਹਨਤ ਬਹੁਤ ਲੱਗੀ, ਬਟ ਮਤਲਬ ਸੁਬਾਹ ਉੱਠਦੇ ਸਾਰ ਪੈਂਪਲੇਟਿੰਗ ਕਰਨ ਨਿਕਲ ਜਾਣਾ, ਰਾਤ ਨੂੰ 3-3 ਵਜੇ ਮੈਂ ਪੈਂਪਲੇਟਿੰਗ ਕਰਦਾ ਸੀ, 3-3 ਵਜੇ ਹੋਸਪਿਟਲਸ 'ਚ ਚਲਾ ਜਾਂਦਾ ਸੀਗਾ ਕਿ ਹੋਸਪਿਟਲ ਦੇ ਵਿੱਚ ਸਟਾਫ ਹੁੰਦਾ, ਉਹ ਫੂਡ ਆਰਡਰ ਕਰੂਗਾ। ਆਪਣੇ ਬਠਿੰਡੇ 4-5 ਲੈਬਸ ਖੁੱਲ੍ਹਦੀਆਂ ਰਾਤ ਨੂੰ, ਤਾਂ ਲੈਬਸ ਦੇ ਵਿੱਚ ਚਲੇ ਜਾਣਾ ਕਿ ਸਰ ਸਾਡੇ ਤੋਂ ਆਰਡਰ ਕਰੋ, ਸਰ ਅਸੀਂ ਤੁਹਾਨੂੰ ਇੱਦਾਂ ਦੀ ਸਰਵਿਸ ਦੇਵਾਂਗੇ, ਅਸੀਂ ਸਰ ਤੁਹਾਨੂੰ ਇੱਦਾਂ ਦੀ ਸਰਵਿਸ ਦੇਵਾਂਗੇ। ਤਾਂ ਉਹ ਅਸੀਂ ਫਿਰ ਉੱਦਾਂ ਮਤਲਬ ਪੂਰਾ ਮਿਹਨਤ ਦੇ ਉੱਤੇ ਫਿਰ ਪੂਰਾ ਜ਼ੋਰ ਦੇਤਾ ਸੀਗਾ। ਅੱਛਾ, ਜਦੋਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਹੁੰਦੇ ਹੋ, ਜਦੋਂ ਤੁਸੀਂ ਸੰਘਰਸ਼ ਦੇ ਦੌਰ ਦੇ ਵਿੱਚ ਹੁੰਦੇ ਹੋ, ਉਦੋਂ ਸ਼ਾਇਦ ਬਹੁਤਿਆਂ ਨੂੰ ਜਾਂ ਆਲੇ ਦੁਆਲੇ ਨੂੰ ਪਤਾ ਨਹੀਂ ਲੱਗਦਾ ਜੀ, ਉਦੋਂ ਸੰਘਰਸ਼ ਜਿਹੜਾ ਦਿਸਦਾ ਨਹੀਂ, ਤਾਨੇ ਮਿਹਣੇ ਹੁੰਦੇ ਨੇ। ਜਦੋਂ ਕਿਸੇ ਜਗ੍ਹਾ ਤੇ ਸਥਾਪਿਤ ਹੋ ਜਾਂਦੇ ਹੋ, ਤੁਸੀਂ ਇੰਨਾ ਕੁ ਕਰ ਲੈਂਦੇ ਹੋ ਕਿ ਲੋਕਾਂ ਨੂੰ ਦਿਸਣ ਲੱਗ ਜਾਂਦਾ, ਤਾਂ ਉਦੋਂ ਬੰਦਾ ਕਹਿੰਦਾ ਕਿ ਯਾਰ ਇਹਦਾ ਸੂਤ ਆ ਗਿਆ, ਇਹਦਾ ਤਾਂ ਕੰਮ ਜਿਹੜਾ ਹੁਣ ਚੱਲ ਗਿਆ, ਇਹ ਤਾਂ ਸੂਤ ਆ ਗਿਆ। ਬਹੁਤੇ ਵੀ ਕਹਿੰਦੇ ਹੋਣਗੇ ਕਿ ਰਾਤੋਂ ਰਾਤ ਚੱਲ ਕੰਮ ਇਹਦਾ ਚੱਲ ਗਿਆ, ਵੀ ਇਹਦੀ ਢਿੰਡੀ ਜਿਹੜੀ ਹੁਣ ਲੋਟ ਆ ਗਈ, ਹੁਣ ਪਹੀ, ਹੁਣ ਇਹਦੀ ਗੱਡੀ ਜਿਹੜੀ ਉਹ ਪਹੀ ਤੇ ਚੜ ਗਈ। ਇਹ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ, ਕਿਉਂਕਿ ਕਿਤੇ ਵੀ ਜੇ ਆਪਾਂ ਸਕਸੈਸ ਦੀ ਗੱਲ ਕਰਦੇ ਹਾਂ ਤਾਂ ਆਲਮੋਸਟ ਸਭ ਦੇ ਮੂੰਹੋਂ ਇਹੀ ਗੱਲ ਨਿਕਲਦੀ ਹੈ ਵੀ ਸਕਸੈਸ ਜਿਹੜੀ ਹੈ ਇਹ ਓਵਰਨਾਈਟ ਮਿਲ ਗਈ, ਰਾਤੋਂ ਰਾਤ ਮਿਲ ਗਈ। ਬਟ ਸਾਨੂੰ ਪਤਾ ਹੈ ਉਹ ਰਾਤ ਸਾਡੇ ਲਈ 8 ਸਾਲ ਲੰਬੀ ਸੀਗੀ। ਉਹ ਰਾਤ ਕਹਿਣ ਨੂੰ ਸੌਖੀ ਸੀ, ਰਾਤ ਮਤਲਬ ਇੱਕ ਮੂੰਹੋਂ ਕੱਢਣ ਨੂੰ ਸੌਖੀ ਸੀ, ਪਰ ਉਹ ਰਾਤ 8 ਸਾਲ ਲੰਬੀ ਸੀ। ਉਹ 8 ਸਾਲ ਵੇਟ ਕੀਤਾ ਉਸ ਰਾਤ ਲਈ। ਤਾਂ ਉਹ ਜਦੋਂ ਵਾਪਿਸ ਆ ਗਏ ਸੀਗੇ, ਮਾਰਕੀਟ ਦੇ ਵਿੱਚ ਪੈਰ ਰੱਖ ਲਿਆ ਸੀਗਾ, ਤਾਂ ਮਾਰਕੀਟ ਦੇ ਵਿੱਚ ਪੈਰ ਰੱਖ ਕੇ ਆਪਣੇ ਕੰਮ ਨੂੰ, ਆਪਣੀ ਪ੍ਰੈਜੈਂਟੇਸ਼ਨਸ ਨੂੰ ਇੱਦਾਂ ਰੱਖਿਆ ਕਿ ਅਸੀਂ ਮਾਰਕੀਟ ਦੇ ਵਿੱਚ ਆਪਣਾ ਨਾਮ ਬਣਾਉਣਾ ਸ਼ੁਰੂ ਕਰਤਾ ਸੀਗਾ। ਉਸ ਤੋਂ ਬਾਅਦ ਤਾਂ ਫਿਰ ਤੁਸੀਂ ਇਹ ਲਗਾ ਲਓ ਕਿ ਸੁਬਾਹ ਦੇ 10 ਵਜਦੇ ਸੀਗੇ ਅਤੇ ਰਾਤ ਦੇ 3 ਵਜਦੇ ਸੀ। ਅਸੀਂ ਕਦੇ ਇਹੋ ਜਿਹਾ ਦਿਨ ਨਹੀਂ ਦੇਖਿਆ ਵੀ ਕਦੇ ਇਹ ਕਿਹਾ ਹੋਵੇ ਵੀ ਅੱਜ ਕੰਮ ਹੈ ਨਹੀਂ ਅਤੇ ਅੱਜ ਸ਼ੌਪ ਰੈਸਟੋਰੈਂਟ ਜਲਦੀ ਬੰਦ ਕਰ ਦਿੰਦੇ ਹਾਂ। ਅਸੀਂ ਅੱਜ ਤੱਕ ਮੇਰਾ ਰਿਕਾਰਡ ਰਿਹਾ ਹੈਗਾ, ਅੱਜ ਆਪਣੇ ਲਵਜ਼ ਬਾਈਟ ਨੂੰ ਖੁੱਲ੍ਹੇ ਪੂਰੇ 1 ਨਵੰਬਰ ਨੂੰ, ਪਿਛਲੇ 1 ਨਵੰਬਰ ਨੂੰ 4 ਸਾਲ ਹੋ ਗਏ। 4 ਸਾਲ ਦੇ 365 ਨਾਲ ਤੁਸੀਂ ਗੁਣਾ ਕਰ ਲਓ, 365 ਦਿਨ ਦੇ ਹਿਸਾਬ ਨਾਲ ਗਿਣ ਲਓ। ਮੈਂ ਇੱਕ ਦਿਨ ਆਪਦਾ ਰੈਸਟੋਰੈਂਟ ਕਦੇ ਬੰਦ ਨਹੀਂ ਰੱਖਿਆ, ਅਤੇ ਕਦੇ ਇੱਕ ਦਿਨ ਇਹੋ ਜਿਹਾ ਨਹੀਂ ਗਿਆ ਵੀ ਜੇ ਰਾਤ ਨੂੰ 3 ਵਜੇ ਹੈ ਤਾਂ 3 ਵਜੇ ਹੀ ਬੰਦ ਹੋਊਗਾ। ਫਿਰ ਲੋਕਡਾਊਨ ਦਾ ਟਾਈਮ ਆਇਆ, ਲੋਕਡਾਊਨ ਦੇ ਟਾਈਮ ਦੇ ਵਿੱਚ ਇੱਕ ਸਿੰਗਲ ਡੇ ਵੀ ਮੈਂ ਆਪਣੀ ਡਿਲੀਵਰੀ ਕਲੋਜ਼ ਨਹੀਂ ਕੀਤੀ। ਲੋਕਡਾਊਨ ਜਿਸ ਟਾਈਮ ਲੋਕ ਕਹਿੰਦੇ ਸੀ ਕਿ ਕਰਫਿਊ ਹੈ, ਉਸ ਟਾਈਮ ਵੀ ਆਪਾਂ ਆਪਣੀ ਡਿਲੀਵਰੀ ਔਨ ਰੱਖੀ, ਅਤੇ ਮੈਂ ਲੁੱਕ ਲੁੱਕ ਕੇ ਡਿਲੀਵਰੀਜ਼ ਕੀਤੀਆਂ ਪੁਲਿਸ ਤੋਂ। ਬਹੁਤ ਮਤਲਬ ਹਰ ਤਰ੍ਹਾਂ ਦਾ ਟਾਈਮ ਦੇਖਿਆ, ਜਦੋਂ ਮਾਰਕੀਟ ਦੇ ਵਿੱਚ ਆਉਣੇ ਹੋ, ਜਦੋਂ ਮਾਰਕੀਟ ਦੇ ਵਿੱਚ ਨਾਮ ਬਣ ਲੱਗਦਾ, ਜਿਵੇਂ ਪਹਿਲਾਂ ਵੀ ਗੱਲ ਕਹੀ ਸੀ ਕਿ ਆਸੇ-ਪਾਸੇ ਵਾਲਾ ਕਦੇ ਨਹੀਂ ਚਾਹੁੰਦਾ ਕਿ ਕੋਈ ਸਾਡਾ ਨਵਾਂ ਸ਼ਰੀਕ ਆ ਕੇ ਇੱਥੇ ਜੰਮੇ, ਕੋਈ ਪਣਪੇ, ਤਾਂ ਜੋ ਸਾਨੂੰ ਜਿਹੜਾ ਹੈਗਾ ਆ
ਅਸੀਂ ਨੀਵੇਂ ਹੋਈਏ ਜਾਂ ਅਸੀਂ ਪਾਸੇ ਹੋਈਏ। ਤਾਂ ਫਿਰ ਜਦੋਂ ਮਾਰਕੀਟ ਦੇ ਵਿੱਚ ਆਉਣੇ ਹੋ, ਜਦੋਂ ਨਾਮ ਬਣਦਾ, ਫਿਰ ਆਸੇ-ਪਾਸੇ ਵਾਲੇ ਤਾਂ ਮਤਲਬ ਸ਼ਾਇਦ ਸ਼ਰੀਕ ਬਹੁਤ ਪਣਪੇ ਹੋਣਗੇ। ਆਸੇ-ਪਾਸੇ ਵਾਲਿਆਂ ਦਾ ਇਦਾਂ ਸੀਗਾ ਜੀ ਕਿ ਜਦੋਂ ਅਸੀਂ ਮਾਰਕੀਟ ਦੇ ਵਿੱਚ ਆ ਗਏ ਤਾਂ ਬਹੁਤ ਇੱਕ ਦਿੱਕਤ ਰਹਿੰਦੀ ਸੀਗੀ ਕਿ ਆਸੇ-ਪਾਸੇ ਵਾਲਿਆਂ ਨੂੰ ਸਾਡੇ ਤੋਂ ਬਹੁਤ ਪ੍ਰੋਬਲਮ ਹੁੰਦੀ ਸੀ। ਤਾਂ ਕਦੇ ਕਿਸ ਗੱਲ ਤੇ ਸਾਡੀ ਕੰਪਲੇਂਟ ਹੋ ਜਾਣੀ, ਕਦੇ ਕਿਸ ਗੱਲ ਤੇ ਸਾਡੀ ਕੰਪਲੇਂਟ ਹੋ ਜਾਣੀ। ਤਾਂ ਉਦੋਂ ਮਾਰਕੀਟ ਦੇ ਵਿੱਚ ਨਾਮ ਤਾਂ ਲਿਮਿਟਡ ਲੋਕਾਂ ਤੱਕ ਹੀ ਸੀਗਾ, ਬਟ ਪ੍ਰੋਬਲਮਸ ਬਹੁਤ ਜ਼ਿਆਦਾ ਕ੍ਰੀਏਟ ਹੋ ਗਈਆਂ ਸੀਗੀਆਂ। ਤਾਂ ਉਹ ਪ੍ਰੋਬਲਮਸ ਤੋਂ ਅਸੀਂ ਬੜਾ ਔਖਾ ਓਵਰਕਮ ਕੀਤਾ। ਬਹੁਤ ਟਾਈਮ ਸਾਨੂੰ ਮਤਲਬ ਕੰਪਲੇਂਟਸ, ਨਜਾਇਜ਼ ਦੀਆਂ ਕੰਪਲੇਂਟਸ, ਜਿਨ੍ਹਾਂ ਦਾ ਕੋਈ ਮੂੰਹ ਸਿਰ ਵੀ ਨਹੀਂ ਹੁੰਦਾ ਸੀਗਾ, ਉਹ ਕੰਪਲੇਂਟਸ ਵੀ ਮਤਲਬ ਕਿ ਸਾਨੂੰ ਝੱਲਣੀਆਂ ਪੈਂਦੀਆਂ ਸੀਗੀਆਂ। ਬਹੁਤ ਵਾਰੀ ਇੱਦਾਂ ਵੀ ਹੋਇਆ ਕਿ ਇਹ ਸਿਚੁਏਸ਼ਨ ਵੀ ਆ ਜਾਂਦੀ ਸੀ ਕਿ ਹੁਣ ਮਤਲਬ ਉਹ ਪਾਵਰ, ਨੋਰਮਲ ਜੀ ਗੱਲ ਹੈ ਕਿ ਜਿਹੜਾ ਵੀ ਕੋਈ ਕੰਪਲੇਂਟ ਕਰ ਰਿਹਾ ਤਾਂ ਉਹ ਪਾਵਰ ਵਾਲਾ ਬੰਦਾ ਹੀ ਹੋਏਗਾ। ਤਾਂ ਉਹ ਕਈ ਵਾਰੀ ਇੰਨਾ ਹੈਰੈਸਮੈਂਟ ਹੋ ਜਾਂਦੀ ਸੀਗੀ ਕਿ ਬਿਨਾਂ ਕਿਸੇ ਗੱਲ ਦੇ ਉੱਤੋਂ ਪੁਲਿਸ ਦਾ ਹੈਰੈਸਮੈਂਟ ਹੋ ਰਹੀ ਹੈ, ਬਿਨਾਂ ਕਿਸੇ ਗੱਲ ਦੇ ਉੱਤੇ ਹੈਰੈਸਮੈਂਟ ਹੋਣੀ ਸ਼ੁਰੂ ਹੋ ਜਾਂਦੀ ਸੀਗੀ। ਬਟ ਉਹ ਟਾਈਮ 'ਚੋਂ ਅਸੀਂ ਕਦੇ ਇਹ ਟਾਈਮ ਨਹੀਂ ਗਿਆ ਵੀ ਆਪਣਾ ਕਦੇ ਰੈਸਟੋਰੈਂਟ ਬੰਦ ਕਰਤਾ ਹੋਵੇ ਕਿਸੇ ਦੇ ਇੱਦਾਂ ਡਰ ਤੋਂ। ਅਸੀਂ ਆਪਣਾ ਕੰਮ, ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਜੈਨੂਇਨ ਕੰਮ ਕਰ ਰਹੇ ਹਾਂ, ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰ ਰਹੇ ਸੀ ਜੋ ਅਨਜੈਨੂਇਨ ਹੋਵੇ, ਲੀਗਲ ਨਾ ਹੋਵੇ, ਇਹੋ ਜਿਹਾ ਕੋਈ ਕੰਮ ਨਹੀਂ ਸੀਗਾ ਸਾਡਾ। ਤਾਂ ਅਸੀਂ ਉਸ ਚੀਜ਼ ਨੂੰ ਪੂਰਾ ਮਤਲਬ ਪ੍ਰੋਪਰ ਉਸ ਚੀਜ਼ ਤੋਂ ਅੱਗੇ ਹੋ ਕੇ ਲੜੇ ਤੇ ਆਪਣੇ ਕੰਮ ਨੂੰ ਪ੍ਰੋਪਰ, ਜੇ ਮੈਂ ਕਿ ਨਹੀਂ ਹੈ ਤਾਂ ਇਹ, ਜੇ ਇਹ ਨਹੀਂ ਹੈ ਤਾਂ ਮੈਂ, ਅਸੀਂ ਖੜੇ ਹੀ ਰਹੇ, ਉੱਦਾਂ ਹੀ ਖੜੇ ਰਹੇ, ਮਤਲਬ ਅਸੀਂ ਆਪਣੀ ਜਗ੍ਹਾ ਤੋਂ ਹਿੱਲੇ ਨਹੀਂ। ਅੱਛਾ, ਉਸ ਚੀਜ਼ ਦੇ ਵਿੱਚ ਕਿੰਨੀ ਖੁਸ਼ੀ ਸੀ ਜਦੋਂ ਕਿਸੇ ਵੇਲੇ ਖੁਦ ਜੌਬ ਕਰਦੇ ਹੁੰਦੇ ਸੀ 8000 ਤੇ 10000 ਤੇ 15000 ਤੇ ਸਮਾਂ ਅਜਿਹਾ ਵੀ ਆਇਆ, ਮਿਹਨਤ ਨੇ ਜਿਹੜਾ ਰੰਗ ਲਿਆਂਦਾ ਕਿ ਹੁਣ 4 ਬੰਦੇ ਤੁਹਾਡੇ ਕੋਲ ਜੌਬ ਕਰਨ ਆਏ, ਉਹ ਪਹਿਲੀ ਖੁਸ਼ੀ ਕਿਹੜੀ ਕਿਹੋ ਜਿਹੀ ਸੀ? ਉਹ ਪਹਿਲੀ ਖੁਸ਼ੀ ਇਹ ਸੀਗੀ ਕਿ ਮੈਂ ਇੱਕ EMPLOYE ਹਾਇਰ ਕੀਤਾ। ਤਾਂ ਮੈਂ ਇਹ ਉਸ ਹੱਕ ਦੇ ਵਿੱਚ ਨਹੀਂ ਸੀਗਾ ਕਿ ਆਪਾਂ EMPLOYE ਹਾਇਰ ਕਰਨਾ। ਤਾਂ ਇਹਨਾਂ ਦਾ ਕਹਿਣਾ ਇਹ ਸੀਗਾ ਕਿ ਨਹੀਂ, ਆਪਾਂ EMPLOYE ਨਹੀਂ ਹਾਇਰ ਕਰਨਾ, ਵੀ ਆਪਾਂ ਉਹਦੀ ਸੈਲਰੀ ਨੂੰ ਹਲੇ ਨਹੀਂ ਅਫੋਰਡ ਕਰ ਸਕਦੇ। ਬਟ ਮੈਂ ਕਿਹਾ ਸੀ ਵੀ ਨਹੀਂ, EMPLOYE ਆਏਗਾ, ਆਪਣਾ ਕੰਮ ਵਧੇਗਾ। ਤਾਂ ਉਹ ਬੜੀ ਪਹਿਲੀ ਖੁਸ਼ੀ ਸੀ ਜਦੋਂ ਕਿਸੇ ਦੇ ਮੂੰਹੋਂ ਸੁਣਨ ਨੂੰ ਮਿਲਦਾ ਸੀ ਕਿ ਸਰ ਅਸੀਂ ਇੱਦਾਂ ਕਰ ਲਈਏ, ਸਰ ਅਸੀਂ ਉੱਦਾਂ ਕਰ ਲਈਏ। ਹਾਂ, ਹਾਲ ਤੱਕ ਤਾਂ ਕਿਹਾ ਹੀ ਸੀਗਾ। ਤਾਂ ਪਹਿਲੀ ਵਾਰੀ ਸੁਣਨ ਨੂੰ ਵੀ ਮਿਲਿਆ ਸੀਗਾ। ਤਾਂ ਇੱਕ ਲੜਕਾ ਅਸੀਂ ਹਾਇਰ ਕੀਤਾ ਤੇ ਉਹਨੂੰ ਅਸੀਂ ਆਪਣੇ ਕੋਲੇ ਜੌਬ ਤੇ ਰੱਖਿਆ। ਅਸੀਂ ਉਹਨੂੰ ਸੈਲਰੀ 6000 ਤੇ ਅਸੀਂ ਉਹਨੂੰ ਕੰਮ ਤੇ ਰੱਖਿਆ। ਤਾਂ ਉਹ ਪਹਿਲਾ ਵਾਰ ਸੀਗਾ ਕਿ ਅਸੀਂ ਉਦੋਂ ਤੱਕ ਕੋਈ EMPLOYE ਹਾਇਰ ਨਹੀਂ ਕੀਤਾ ਸੀ। 2019 ਦੇ ਵਿੱਚ ਐਂਡ ਦੇ ਵਿੱਚ ਬਿਲਕੁਲ ਅਸੀਂ ਇੱਕ EMPLOYE ਹਾਇਰ ਕੀਤਾ। ਕਿੰਨੇ ਸਾਲ ਆਪ ਕੰਮ ਕੀਤਾ? ਆਲਮੋਸਟ ਵੈਸੇ ਕੰਮ ਤਾਂ ਹੁਣ ਤੱਕ ਹੀ ਆਪ ਕਰਦੇ ਆਏ ਆ। ਮਤਲਬ ਇਹ ਨਹੀਂ ਹੈ ਕਿ ਕਦੇ ਮਤਲਬ ਬਿਨਾਂ EMPLOYE ਤੋਂ, ਬਿਲਕੁਲ ਬਿਨਾਂ EMPLOYE ਤੋਂ ਪੂਰਾ 1 ਸਾਲ ਰਿਹਾ। ਪੂਰਾ 1 ਸਾਲ ਰਿਹਾ, ਸਭ ਕੁਝ ਹੀ ਆਪ ਕਰਨਾ ਹੁੰਦਾ ਸੀ? ਸਭ ਕੁਝ ਆਪ, A to Z। ਸਵੇਰ ਸ਼ਾਪ ਓਪਨ ਕਰਨ ਤੋਂ ਲੈ ਕੇ ਰਾਤ ਨੂੰ ਕਲੋਜ਼ ਕਰਨ। ਸਵੇਰ 9 ਵਜੇ ਓਪਨ ਹੋ ਜਾਂਦਾ ਸੀ, 9, 9:30, 10 ਦਾ ਟਾਈਮਿੰਗ ਹੁੰਦੀ ਸੀ। ਮੈਕਸਿਮਮ 10 ਹੁੰਦਾ ਸੀ, ਇਸ ਤੋਂ ਲੇਟ ਨਹੀਂ ਕਰਦੇ ਸੀ। ਤੇ ਰਾਤ ਨੂੰ ਆਲਮੋਸਟ 4 o'clock ਤੱਕ। ਤੁਸੀਂ ਕਿਉਂ ਮਨਾ ਕਰਦੇ ਸੀ ਬਾਈ ਕਿ ਯਾਰ ਨਹੀਂ, ਹਲੇ ਨਹੀਂ ਆਪਾਂ ਰੱਖਣਾ, ਹਲੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ? ਡਰ ਕਿ ਕਿਵੇਂ ਕੱਢਾਂਗੇ। ਪਰ ਉਹੀ ਹੈ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਵੇਂ ਜਿਵੇਂ ਖਰਚੇ ਆਉਂਦੇ ਆ, ਜਿਵੇਂ ਆਪਾਂ ਸ਼ੋਪ ਲਿੱਤੀ 8000 ਤੋਂ, ਫਿਰ ਸਿੱਧਾ ਜੰਪ ਕੀਤੇ ਆਪਾਂ ਸਿੱਧਾ 20000 ਤੇ। ਬਟ ਉਹ ਬੈਨੀਫਿਟ ਉਹਦਾ ਹੈ ਕਿ ਆਪਾਂ ਖਰਚੇ ਕੱਢ ਲੈਂਦੇ ਹਾਂ ਉਹਦੀ, ਕਿ ਕਿੱਥੇ ਖਰਚਾ 10-15000 ਦਾ ਸੀਗਾ ਆਪਣਾ ਮਹੀਨੇ ਦਾ, ਤੇ ਅੱਜ ਜੇ 10 ਲੱਖ ਦਾ ਤਾਂ ਆਪਾਂ ਕੱਢ ਰਹੇ। ਬੈਨੀਫਿਟ ਹੀ ਆ ਉਸ ਚੀਜ਼ ਦਾ। ਜੇ ਖਰਚੇ ਵੱਧ ਰਹੇ ਆ ਉਹਦਾ ਅੱਗੇ ਜਾ ਕੇ ਆਪਾਂ ਨੂੰ ਬੈਨੀਫਿਟ ਹੀ। ਅੱਛਾ ਅਕਸ਼ੇ ਬਾਈ, ਹੁਣ ਤੱਕ ਦੇ ਪ੍ਰੋਫੈਸ਼ਨ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਕੀ ਮੰਨਦੇ ਵੀ ਸਭ ਤੋਂ ਵੱਡੀ ਖੁਸ਼ੀ ਆਈ ਹੋਵੇ, ਚਾਹੇ ਮਾੜੇ ਸਮੇਂ ਦੇ ਵਿੱਚ ਆਈ, ਚਾਹੇ ਚੰਗੇ ਸਮੇਂ ਦੇ ਵਿੱਚ ਆਈ, ਸਭ ਤੋਂ ਵੱਡੀ ਖੁਸ਼ੀ ਕਿਹੜੀ ਸੀ? ਸਭ ਤੋਂ ਵੱਡੀ ਖੁਸ਼ੀ ਸੀ ਕਿ ਹੌਲੀ ਹੌਲੀ ਪਰਿਵਾਰ ਦਾ ਸਾਥ ਵਧਿਆ, ਘਟਿਆ ਨਹੀਂ ਕਦੇ। ਇਹ ਸਭ ਤੋਂ ਵੱਡੀ ਖੁਸ਼ੀ ਹੈ ਮੇਰੇ ਵਾਸਤੇ। ਤਾਂ ਮੈਨੂੰ ਇਹ ਲੱਗਦਾ ਇਹ ਜਿਹੜੀ ਸਕਸੈਸ ਤਾਂ ਇਹ ਮਤਲਬ ਇਹ ਦੌਰ ਤਾਂ ਚੱਲਦਾ ਹੀ ਰਹਿਣਾ, ਪਰ ਜੇ ਆਪਾਂ ਨੂੰ ਪਰਿਵਾਰ ਦਾ ਸਾਥ ਪੂਰਾ ਮਿਲ ਰਿਹਾ ਨਾ, ਤਾਂ ਮੈਨੂੰ ਲੱਗਦਾ ਕਿ ਉਸ ਤੋਂ ਵੱਡੀ ਖੁਸ਼ੀ ਤੁਹਾਡੇ ਲਈ ਜ਼ਿੰਦਗੀ 'ਚ ਕੁਝ ਹੋਰ ਹੋ ਨਹੀਂ ਸਕਦੀ। ਅੱਛਾ, ਇੱਕ ਚੀਜ਼ ਹੋਰ ਦੱਸੋ, ਜਦੋਂ ਕੋਈ ਵੀ ਬੰਦਾ ਇੱਥੇ ਤੁਹਾਡੇ ਰੈਸਟੋਰੈਂਟ ਤੇ ਐਂਟਰ ਕਰਦਾ ਆ, ਆਪਣੀ ਜਰਨੀ ਪੂਰੀ ਤੁਸੀਂ ਲਿਖੀ ਹੋਈ ਆ, ਇਹ ਕਿਸ ਦਾ ਆਈਡੀਆ ਸੀ? ਇਹ ਮੇਰਾ ਹੀ ਆਈਡੀਆ ਸੀ। ਕਿਉਂ? ਇਹ ਕਿਉਂ ਹੋਇਆ ਕਿ ਮਤਲਬ ਕਿ ਇਹ ਗੱਲ ਇੱਦਾਂ ਚੱਲੀ ਕਿ ਸਾਡੀ ਵਾਲਸ ਦੇ ਉੱਤੇ ਅਸੀਂ ਇੰਟੀਰੀਅਰ ਪਲਾਨ ਕਰ ਰਹੇ ਸੀਗੇ ਕਿ ਇੱਦਾਂ ਕਰਨਾ, ਇੱਦਾਂ ਕਰਨਾ, ਇੱਦਾਂ ਕਰਨਾ, ਇੱਦਾਂ ਕਰਨਾ। ਕੋਈ ਕਹਿ ਰਿਹਾ ਸੀ ਕੋਟਸ ਲਿਖਵਾ ਦਿਓ, ਕੋਈ ਕਹਿ ਰਿਹਾ ਸੀ ਇਹ ਕਰ ਦਿਓ, ਕੋਈ ਕਹਿ ਰਿਹਾ ਸੀ ਉਹ ਕਰ ਦਿਓ। ਇੰਟੀਰੀਅਰ ਡਿਜ਼ਾਈਨਰ ਦੀ ਆਪਣੀ ਰਾਏ ਲਿੱਤੀ, ਉਹ ਕਹਿ ਰਹੇ ਸੀ ਉੱਦਾਂ ਕਰ ਦਿਓ। ਤਾਂ ਫਿਰ ਮੇਰੀ ਸਿਸਟਰ ਨਾਲ ਕਾਲ 'ਤੇ ਗੱਲ ਹੋਈ, ਉਹ ਮੋਹਾਲੀ ਨੇ ਇਸ ਟਾਈਮ ਅਤੇ ਐਜ਼ ਆ ਹੈਲਥ ਟ੍ਰੇਨਰ ਜੋਬ ਕਰ ਰਿਹਾ। ਅਤੇ ਮੇਰੀ ਉਹਨਾਂ ਨਾਲ ਗੱਲ ਹੋਈ ਕਿ ਸ਼ੀਨੂੰ ਵੀ ਆਪਾਂ ਕੀ ਕਰ ਸਕਦੇ ਹਾਂ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਥੋੜ੍ਹਾ ਜਿਹਾ ਮਤਲਬ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਮਾਈਂਡ 'ਚ ਥੋੜ੍ਹੀ ਜਿਹੀ ਇਹ ਪਲੈਨਿੰਗ ਹੈ ਕਿ ਆਪਾਂ ਜਰਨੀ ਡਿਸਕ੍ਰਾਈਬ ਕਰੀਏ ਕਿ ਐਕਚੁਅਲ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਆਪਾਂ ਕੀਤਾ ਕੀ ਹੈ। ਤਾਂ ਫਿਰ ਉਹਨਾਂ ਨੇ ਮੈਨੂੰ ਪ੍ਰੋਪਰ ਇਹ ਰਾਈਟ ਕਰਕੇ ਦਿੱਤਾ। ਤਾਂ ਉਹ ਅਸੀਂ ਮਤਲਬ ਆਪਣੇ ਮਾਈਂਡ ਦੇ ਵਿੱਚ ਰੱਖਿਆ ਕਿ ਇਹ ਮੋਟੀਵੇਟ ਕਰੀਏ ਅਸੀਂ ਜੋ ਲੋਕ ਇੱਥੇ ਆਉਣ
ਤਾਂ ਕੁਝ ਅੱਛਾ ਹੀ ਗੇਨ ਕਰਕੇ ਜਾਣ। ਫੂਡ ਤਾਂ ਅਸੀਂ ਅੱਛਾ ਦੇ ਹੀ ਰਹੇ ਹਾਂ, ਤਾਂ ਮਾਈਂਡ ਨੂੰ ਇੱਕ ਅੱਛੀ ਮਤਲਬ ਕਿਸੇ ਤਰ੍ਹਾਂ ਦੀ ਕੋਈ ਨੌਲੇਜ ਜਾਂ ਕਿਸੇ ਤਰ੍ਹਾਂ ਦੀ ਮੋਟੀਵੇਸ਼ਨ ਪ੍ਰੋਵਾਈਡ ਕਰ ਇਹ ਚੀਜ਼ ਨਾ ਹੋਵੇ ਵੀ ਮਿਡਲ ਕਲਾਸ ਦੇ ਵਿੱਚ ਉੱਠ ਕੇ ਬੰਦਾ ਕੋਈ ਕੁਝ ਕਰ ਨਹੀਂ ਸਕਦਾ। ਹਾਂ, ਤਾਂ ਉਹ ਮੈਂ ਦਿਖਾਉਣਾ ਚਾਹੁੰਦਾ ਸੀ ਕਿ ਮਿਡਲ ਕਲਾਸ ਦੇ ਵਿੱਚੋਂ ਜੇ ਉੱਠੇ ਆ ਤਾਂ ਮਤਲਬ ਪੈਰ ਜ਼ਰੂਰ ਛੋਟੇ ਸੀਗੇ, ਹੌਸਲੇ ਬਹੁਤ ਵੱਡੇ ਸੀਗੇ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਦੀ 2010 ਦੇ ਵਿੱਚ 2010। ਅੱਛਾ, ਹਾਲਾਂਕਿ ਬਾਪ ਜਿਹੜਾ ਹੁੰਦਾ ਹੈ ਉਹ ਦਿਲ ਦੇ ਨਜ਼ਦੀਕ ਹੁੰਦਾ ਹੈ, ਜਦੋਂ ਚੱਲ ਜਾਂਦੇ ਨੇ ਘਾਟ ਤਾਂ ਹਰ ਦਿਨ ਮਹਿਸੂਸ ਹੁੰਦੀ ਹੈ। ਇਸ ਜਰਨੀ ਦੇ ਦੌਰਾਨ ਕਿਹੜਾ ਸਮਾਂ ਸੀ ਜਦੋਂ ਬੜਾ ਮਹਿਸੂਸ ਕੀਤਾ, ਬੜਾ ਮਿਸ ਕੀਤਾ ਕਿ ਬਾਪੂ ਅੱਜ ਹੁੰਦਾ ਤਾਂ ਗੱਲਾਂ ਹੋਰ ਹੋਣੀਆਂ ਸੀ? ਤਾਂ ਇਦਾਂ ਸੀ ਕਿ ਮਤਲਬ ਕਿ ਸੌਰੀ, ਤਾਂ ਜਦੋਂ ਅਸੀਂ ਰੈਸਟੋਰੈਂਟ ਓਪਨ ਕੀਤਾ ਇੱਥੇ ਆਪਣਾ 2019 ਦੇ ਵਿੱਚ, ਤਾਂ ਉਦੋਂ ਇਹ ਜ਼ਰੂਰ ਸੀਗਾ ਕਿ ਅੱਜ ਜੇ ਉਹ ਹੁੰਦੇ ਤਾਂ ਮੈਂ ਪਰ ਸ਼ਾਇਦ ਅੱਜ ਵੀ ਜਿੱਥੇ ਨੇ ਉਹ ਦੇਖਦੇ ਨੇ ਤਾਂ ਮਾਣ ਤਾਂ ਉਹਨਾਂ ਨੂੰ ਮਹਿਸੂਸ ਜ਼ਰੂਰ ਹੁੰਦਾ ਹੋਣਾ। ਅੱਜ ਵੀ ਬਾਈ ਕਿ ਮਾਣ ਮਹਿਸੂਸ ਜ਼ਰੂਰ ਹੁੰਦਾ ਹੋਣਾ ਜਿਹੜਾ ਆਪਣੇ ਤੋਂ ਪੁੱਤਾਂ। ਉਹ ਵੇਲਾ ਇਹ ਅਜਿਹਾ ਸੀ ਜਦੋਂ ਰੈਸਟੋਰੈਂਟ ਓਪਨ ਕੀਤਾ, ਉਹ ਵੇਲਾ ਅਜਿਹਾ ਸੀ ਜਦੋਂ ਮਿਸ ਕੀਤਾ ਉਹਨਾਂ ਨੂੰ। ਥੈਂਕ ਯੂ। ਸੋ ਅੱਜ ਆਪਣੇ ਆਪ ਤੇ ਮਾਣ ਹੁੰਦਾ, ਆਪਣੇ ਪ੍ਰੋਫੈਸ਼ਨ ਤੇ। ਅੱਛੀ ਬਾਈ ਕਿ ਯਾਰ ਹਾਂ ਕਿ ਕੋਈ ਵੇਲਾ ਇਹ ਸਹੀ ਅਜਿਹਾ ਸੀ ਜਦੋਂ ਤੁਸੀਂ ਸੋਚਿਆ ਸੀ ਕਿ ਨਹੀਂ ਸ਼ਾਇਦ ਮੈਂ ਗਲਤ ਪ੍ਰੋਫੈਸ਼ਨ ਦੇ ਵਿੱਚ ਆ, ਅੱਜ ਹੁੰਦਾ ਕਿ ਨਹੀਂ ਪ੍ਰੋਫੈਸ਼ਨ ਸਹੀ ਹੈ। ਮੈਂ ਜੋ ਮਿੱਥਿਆ ਸੀ, ਜੋ ਟੀਚਾ ਸੀ, ਹਾਲਾਂਕਿ ਮੰਜ਼ਿਲਾਂ ਬਹੁਤ ਵੱਡੀਆਂ ਹੁੰਦੀਆਂ ਨੇ, ਜੋ ਮਿੱਥਿਆ ਸੀ ਮੈਂ ਉਸ ਰਾਹ ਤੇ ਬਿਲਕੁਲ ਸਹੀ। ਮੈਂ ਕਦੇ ਆਪਣੇ ਆਪ ਤੇ ਮਾਣ ਨਹੀਂ ਕਰਦਾ, ਮੈਂ ਆਪਣੇ ਕੰਮ ਤੇ ਮਾਣ ਕਰਦਾ ਹਮੇਸ਼ਾ। ਮੇਰੀ ਸ਼ੁਰੂ ਤੋਂ ਆਦਤ ਹੈ, ਮੈਂ ਆਪਣੇ ਕੰਮ ਨੂੰ ਪ੍ਰੈਫਰੈਂਸ ਦਿੰਦਾ ਹਮੇਸ਼ਾ। ਮੇਰੀ ਪਹਿਲੀ ਪ੍ਰਾਇੋਰਟੀ ਮੇਰਾ ਕੰਮ ਹੁੰਦੀ ਹੈ। ਮੇਰੀ ਫੈਮਿਲੀ ਤੋਂ ਵੀ ਮੇਰੀ ਪਹਿਲੀ ਪ੍ਰਾਇੋਰਟੀ ਕੰਮ ਹੈ ਅੱਜ ਦੀ ਡੇਟ ਦੇ ਵਿੱਚ। ਮਤਲਬ ਲੋਕ ਕਹਿੰਦੇ ਕਿ ਮੇਰੀ ਫੈਮਿਲੀ ਮੇਰੀ ਫਸਟ ਪ੍ਰਾਇੋਰਟੀ ਹੈ, ਮੈਂ ਕਹਿੰਦਾ ਮੇਰਾ ਕੰਮ ਮੇਰੀ ਫਸਟ ਪ੍ਰਾਇੋਰਟੀ ਹੈ। ਕਿਉਂਕਿ ਜੇ ਤੁਹਾਡਾ ਕੰਮ ਹੈ ਨਾ ਤਾਂ ਹਰ ਬੰਦਾ ਤੁਹਾਡੇ ਨਾਲ, ਹਰ ਸੁੱਖ ਤੁਹਾਡੀ ਜ਼ਿੰਦਗੀ ਦੇ ਵਿੱਚ। ਜੇ ਤੁਹਾਡਾ ਕੰਮ ਸਹੀ ਚੱਲ ਰਿਹਾ, ਜੇ ਤੁਹਾਡਾ ਪ੍ਰੋਫੈਸ਼ਨ ਸਹੀ ਹੈ, ਕੰਮ ਨਾਲ ਹੀ ਇੱਜ਼ਤ ਹੈ। ਦੇਖੋ ਸਰ, ਹਾਂ, ਮਤਲਬ ਵੀ ਜਿੰਨਾ ਆਪਾਂ ਬਿਜ਼ੀ ਰਹਿੰਦੇ ਹਾਂ, ਵੀ ਜਿੰਨਾ ਆਪਾਂ ਵਿਅਸਤ ਰਹਿੰਦੇ ਹਾਂ, ਕਹਿੰਦੇ ਨਾ ਕਿ ਵਿਅਸਤ ਰਹੋ ਮਸਤ ਰਹੋ, ਉਹ ਸੀਨ ਹੈ ਕਿ ਮਤਲਬ ਵੀ ਜਿੰਨਾ ਜ਼ਿਆਦਾ ਆਪਾਂ ਵਿਅਸਤ ਰਹਿੰਦੇ ਹਾਂ ਉਨਾ ਹੀ ਜ਼ਿਆਦਾ ਆਪਣੇ ਮਤਲਬ ਆਪਾਂ ਕੰਮ ਨੂੰ ਵੀ ਇੰਜੋਏ ਕਰ ਪਾਉਂਦੇ ਹਾਂ, ਅਤੇ ਹਰ ਬੰਦਾ ਤੁਹਾਡੀ ਇੱਜ਼ਤ ਕਰਦਾ। ਕੰਮ ਨਾਲ ਇੱਜ਼ਤ ਹੁੰਦੀ ਹੈ, ਮੈਨੂੰ ਤਾਂ ਇਹ ਚੀਜ਼ ਲੱਗਦੀ ਹੈਗੀ। ਹੋਰ ਦੱਸੋ ਕਿਹੜਾ ਪਹਿਲੂ ਸੀ ਬਾਈ ਜਿਹੜਾ ਇੱਥੋਂ ਤੱਕ, ਜਿਸ ਪਹਿਲੂ ਨੇ ਇੱਥੋਂ ਤੱਕ ਲਿਆ ਕੇ ਖੜਾ ਕਰਤਾ? ਠੀਕ ਆ, ਮਾਪਿਆਂ ਦਾ ਸਪੋਰਟ, ਮਾਪਿਆਂ ਦਾ ਸਾਥ ਉਹ ਅਲੱਗ ਸੀ, ਠੀਕ ਹੈ, ਚਲੋ ਠੀਕ ਆ, ਆਸੇ ਪਾਸੇ ਪੈਸਾ ਲਿਆ ਉਹ ਅਲੱਗ ਸੀ। ਅਜਿਹਾ ਕਿਹੜਾ ਪਹਿਲੂ ਸੀ ਜਿਹਨੇ ਇੱਥੋਂ ਤੱਕ ਲਿਆ ਕੇ ਜਿਹੜਾ ਖੜਾ ਕਰ ਦਿੱਤਾ, ਜਿਹਨੇ ਮਾੜੇ ਟਾਈਮ ਦੇ ਵਿੱਚ ਵੀ ਨਹੀਂ ਡੋਲਣ ਦਿੱਤਾ ਵੀ ਕੋਈ ਨਹੀਂ ਯਾਰ, ਤੁਰਿਆ ਚੱਲ ਅੱਗੇ ਹਜੇ ਮੰਜ਼ਿਲ ਪਈ ਆ, ਆਪਾਂ ਪਾਵਾਂਗੇ? ਉਹ ਕਿਹੜਾ ਪਹਿਲੂ ਸੀ? ਉਹ ਪਹਿਲੂ ਇਹ ਸੀ ਕਿ ਇੱਕ ਤਾਂ ਪਰਮਾਤਮਾ ਦਾ ਸਾਥ ਬਹੁਤ ਜ਼ਰੂਰੀ ਸੀਗਾ ਉਸ ਟਾਈਮ ਦੇ ਵਿੱਚ, ਬਟ ਪਹਿਲੂ ਇਹ ਸੀਗਾ ਕਿ ਤਾਨੇ ਮਿਹਣੇ ਜਿਹੜੇ ਸੀਗੇ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਸੀਗੇ। ਤਾਂ ਉਹ ਇੱਕ ਉਹ ਬੜਾ ਉਹ ਸੀਗਾ ਕਿ ਇਹ ਤਾਨੇ ਮਿਹਣਿਆਂ ਤੋਂ ਦੂਰ ਹੋ ਕੇ ਤੇ ਕੁਝ ਕਰਕੇ ਦਿਖਾਣਾ ਹੀ ਦਿਖਾਣਾ। ਹੁਣ ਜਨੂਨ ਸੀਗਾ, ਜਨੂਨ ਕਹਿ ਸਕਦੇ ਆ, ਜਨੂਨ ਸੀਗਾ, ਪੂਰਾ ਹੀ ਜਨੂਨ ਸੀ, ਕਿਉਂਕਿ ਖੂਨ ਗਰਮ ਸੀ ਤੇ ਕੁਝ ਕਰਨਾ ਤਾਂ ਸੀਗਾ, ਤੇ ਅੱਜ ਦੇਖੋ ਕਰਤਾ। ਜਿਹੜੇ ਕਦੇ ਤਾਨੇ ਮਿਹਣੇ ਮਾਰਦੇ ਸੀ, ਜਿਹੜੇ ਕਦੇ ਕਹਿੰਦੇ ਹੁੰਦੇ ਸੀ ਕਿ ਤੈਥੋਂ ਕੀ ਹੋਣਾ, ਤੂੰ ਨਹੀਂ ਕਰ ਸਕਦਾ, ਜਾਂ ਜਿੰਨਾ ਕੁ ਤੇਰੇ ਮਾਪੇ ਸਕਸੈਸ ਹੋਏ ਨੇ ਉਹਨਾਂ ਕੁ ਤੁਸੀਂ ਹੋ ਜਾਓਗੇ, ਅੱਜ ਦੇ ਸਮੇਂ ਦੇ ਵਿੱਚ ਕੀ ਹੈ? ਅੱਜ ਦੇ ਸਮੇਂ ਦੇ ਵਿੱਚ ਆਪਣਾ ਤਾਂ ਨਹੀਂ ਕਹਿੰਦੇ? ਇਹੀ ਗੱਲ ਹੁੰਦੀ ਆ ਮੁੜ ਕੇ, ਇਹ ਸਾਡਾ ਪਹਿਲਾਂ ਇਹ ਬਗਾਨਾ। ਅੱਜ ਸਾਰੇ ਹੀ ਆਪਣੇ ਆ ਜੀ, ਅੱਜ ਸਾਰੇ ਹੀ ਆਪਣੇ ਆ ਸਰ। ਅੱਜ ਸਾਰੇ ਹੀ ਆਪਣੇ। ਅੱਜ ਰਿਸ਼ਤੇਦਾਰੀਆਂ ਕੱਢਦੇ ਲੋਕ ਆ ਕੇ ਵੀ ਅਸੀਂ ਉਹੀ ਸਾਡੀ ਤੁਹਾਡੇ ਨਾਲ ਰਿਸ਼ਤੇਦਾਰੀ ਆ, ਸਾਡੀ ਤੁਹਾਡੇ ਨਾਲ ਰਿਸ਼ਤੇਦਾਰੀ ਆ, ਜੋ ਗੱਲਾਂ ਨੇ ਅੱਜ ਉਹ ਲੋਕ ਤੁਰ ਕੇ ਆਪਣੇ ਕੋਲੇ ਆਉਂਦੇ ਆ, ਅਸੀਂ ਕਿਸੇ ਕੋਲ ਨਹੀਂ ਜਾਂਦੇ ਕਦੇ। ਅੱਛਾ, ਮਾਂ ਨੂੰ ਕਿੰਨੀ ਖੁਸ਼ੀ? ਮਾਂ ਨੂੰ ਪੂਰੀ ਖੁਸ਼ੀ ਹੈ ਜੀ। ਮਾਂ ਤੋਂ ਜ਼ਿਆਦਾ ਮੈਨੂੰ ਲੱਗਦਾ ਕਿਸੇ ਨੂੰ ਕੋਈ ਖੁਸ਼ੀ ਹੋ ਨਹੀਂ ਸਕਦੀ। ਜੋ ਮਤਲਬ ਕਿ ਆਪਣੀ ਮਦਰ ਦਾ ਆਪਣੇ ਤੇ ਜੋ ਉਹਨੇ ਤੁਹਾਡੇ ਪੈਸਿਆਂ ਤੇ ਨਹੀਂ ਖੁਸ਼ ਹੋਣਾ ਮੈਨੂੰ ਲੱਗਦਾ ਕਦੇ। ਉਹਨੇ ਮਤਲਬ ਕਿ ਮਾਂ ਨੇ ਤਾਂ ਹਮੇਸ਼ਾ ਆਪਣੀ ਸਕਸੈਸ ਤੇ ਉਹਦੀ ਖੁਸ਼ੀ ਤੁਹਾਡੇ 'ਚ ਹੀ ਹੈ। ਮਤਲਬ ਜੋ ਜੇ ਆਪਣੇ ਫੇਸ 'ਤੇ ਸਮਾਈਲ ਹੈ ਤਾਂ ਉਹਨਾਂ ਦੇ ਫੇਸ 'ਤੇ ਵੀ ਸਮਾਈਲ ਹੈ, ਜੇ ਆਪਣੇ ਫੇਸ 'ਤੇ ਕੋਈ ਨਮ ਹੈ ਤਾਂ ਉਹਨਾਂ ਦੇ ਫੇਸ 'ਤੇ ਵੀ ਨਮ ਹੀ ਹੈ। ਤਾਂ ਅੱਜ ਪੂਰੀ ਖੁਸ਼ੀ ਹੈ, ਉਹਨਾਂ ਨੂੰ ਪੂਰਾ ਮਾਣ ਕਰਦੇ ਆ। ਅੱਛਾ, ਅਜਿਹੇ ਕਿਹੜੇ ਲੋਕ ਰਹੇ ਜਿਨ੍ਹਾਂ ਦਾ ਇਸ ਦੌਰ ਦੇ ਵਿੱਚ ਸਾਥ ਰਿਹਾ? ਕਿਉਂਕਿ ਬਹੁਤੇ ਇਦਾਂ ਹੁੰਦੇ ਆ ਕਿ ਟਾਈਮ ਦੇਖਦੇ ਆ ਚੰਗਾ ਆ ਜਾਂ ਮਾੜਾ, ਮਾੜੇ ਵੇਲੇ ਸਾਥ ਛੱਡਦੇ ਨੇ, ਚੰਗੇ ਵੇਲੇ ਜਿਵੇਂ ਤੁਸੀਂ ਕਿਹਾ ਕਿ ਆਪਣਾ ਕਹਿੰਦੇ। ਪਰ ਉਹ ਕਿਹੜੇ ਰਹੇ ਜਿਹੜੇ ਮਾੜੇ ਵੇਲੇ ਦੇ ਵਿੱਚ, ਉਤਰਾਅ ਦੇ ਵਿੱਚ, ਚੜ੍ਹਾਅ ਦੇ ਵਿੱਚ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ, ਹੱਥ ਦੇ ਵਿੱਚ ਹੱਥ ਪਾਏ ਖੜੇ, ਕੋਈ ਗੱਲ ਨਹੀਂ ਯਾਰ, ਮਾੜਾ ਹੈ ਤਾਂ ਵੀ ਸੀ ਤੇਰੀ, ਚੰਗਾ ਹੈ ਤਾਂ ਵੀ ਸੀ ਤੇਰੀ?
ਮੇਰੇ ਪ੍ਰੋਫੈਸਰ ਤਾਂ ਬਹੁਤ ਵੱਡਾ ਮਤਲਬ ਸਾਥ ਰਿਹਾ। ਮੇਰੇ ਜਿਹੜੇ ਪ੍ਰੋਫੈਸਰ ਸੀ, ਕੁਛ ਸ਼ਖਸੀਅਤ ਦੇ ਮੈਂ ਨਾਮ ਲੈਣਾ ਚਾਹੂੰਗਾ। ਇੱਕ ਤਾਂ ਸਭ ਤੋਂ ਪਹਿਲਾਂ ਮੈਨੂੰ ਮਿਲੇ ਗੁਲਸ਼ਨ ਕੁਮਾਰ ਸਰ ਸੀਗੇ ਸਾਡੇ, ਉਹ ਯੂਪੀ ਸਾਈਡ ਤੋਂ ਸੀਗੇ, ਉਹ ਮਿਲੇ। ਉਸ ਤੋਂ ਬਾਅਦ ਅੰਮ੍ਰਿਤਪਾਲ ਸਰ ਸੀਗੇ ਗੁਰਦਾਸਪੁਰ ਸਾਈਡ ਤੋਂ, ਉਹਨਾਂ ਦਾ ਬਹੁਤ ਵੱਡਾ ਸਾਥ ਰਿਹਾ। ਆਸ਼ੀਸ਼ ਨਿਖੰਜ ਸਰ, ਇਹ ਸਾਰੇ ਮੇਰੇ ਪ੍ਰੋਫੈਸਰ ਹੀ ਨੇ। ਤੇ ਆਸ਼ੀਸ਼ ਨਿਖੰਜ ਸਰ ਸਾਡੇ ਇੱਕ HOD ਸਰ ਨੇ, ਹਬੀਕ ਸਰ IHM ਬਠਿੰਡਾ ਤੋਂ। IHM ਬਠਿੰਡਾ ਦਾ ਇੱਕ ਤਾਂ ਹੁੰਦਾ ਕਿ ਲੋਕਾਂ ਦਾ ਸਾਥ ਰਹਿਣਾ, ਇੱਕ ਕਿਸੇ ਇੱਕ ਪਾਵਰ ਦਾ ਸਾਥ ਦੇਣਾ। ਤਾਂ ਗੱਲ ਕਰੋ ਤਾਂ IHM ਬਠਿੰਡਾ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ। ਕਿ IHM ਬਠਿੰਡਾ ਇੱਕ ਇਹੋ ਜਿਹਾ, ਉਹਨੂੰ ਮੈਂ ਕਾਲਜ ਨਹੀਂ ਕਹੂੰਗਾ, ਉਹਨੂੰ ਮੈਂ ਮੰਦਿਰ ਕਹੂੰਗਾ। ਇਹੋ ਜਿਹਾ ਮੰਦਿਰ ਸੀ ਜਿੱਥੇ ਮੱਥਾ ਟੇਕ ਕੇ ਮੈਨੂੰ ਲੱਗਦਾ ਕਿ ਮੈਨੂੰ ਜ਼ਿੰਦਗੀ ਦੇ ਮੇਰੇ ਕਾਫੀ ਰਾਹ ਖੁੱਲ੍ਹ ਗਏ। ਤਾਂ IHM ਬਠਿੰਡਾ ਦੇ ਵਿੱਚ ਮੈਨੂੰ ਬਹੁਤ ਲੋਕ ਮਿਲੇ ਜਿਨ੍ਹਾਂ ਦੇ ਮੈਂ ਨਾਮ ਲਿੱਤੇ, ਪ੍ਰੋਫੈਸਰਸ ਮਿਲੇ ਸਾਡੇ, ਠੀਕ ਹੈ ਜੀ। ਤਾਂ ਉਹਨਾਂ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸਾਥ ਰਿਹਾ। ਉਹਨਾਂ ਤੋਂ ਇਲਾਵਾ ਕੁਛ ਕੁ ਮਤਲਬ ਕਿ ਸ਼ਖਸੀਅਤਾਂ, ਜਿਵੇਂ ਕਿ ਇੱਕ ਮੇਰੇ ਸੁਨੀਲ ਭਈਆ ਨੇ, ਉਹਨਾਂ ਦਾ ਬਹੁਤ ਵੱਡਾ ਸਾਥ ਰਿਹਾ। ਉਹਨਾਂ ਨੇ ਮੈਨੂੰ ਸਿਚੁਏਸ਼ਨਸ ਤੋਂ ਲੜਨਾ ਸਿਖਾਇਆ ਕਿ ਸਿਚੁਏਸ਼ਨਸ ਤੋਂ ਲੜੀਦਾ ਕਿਵੇਂ ਹੁੰਦਾ ਹੈਗਾ, ਡਰੀਦਾ ਨਹੀਂ ਹੁੰਦਾ। ਤਾਂ ਸੁਨੀਲ ਭਈਆ ਹੋ ਗਏ, ਇੱਕ ਮੇਰੇ ਫਰੈਂਡ ਸੀਗੇ ਸੁਮਿਤ ਮਿੱਤਲ ਜੀ, ਉਹਨਾਂ ਦਾ ਬਹੁਤ ਵੱਡਾ ਸਾਥ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ। ਕਾਫੀ ਮਾੜੇ ਟਾਈਮ 'ਚ ਉਹਨਾਂ ਨੇ ਬਹੁਤ ਸਾਥ ਦਿੱਤਾ, ਚਾਹੇ ਅੱਜ ਅਸੀਂ ਕਿਸੇ ਨੂੰ ਘੱਟ ਮਿਲਦੇ ਹਾਂ ਚਾਹੇ ਵੱਧ ਮਿਲਦੇ ਹਾਂ, ਪਰ ਮਾੜੇ ਟਾਈਮ 'ਚ ਜਿਨ੍ਹਾਂ ਲੋਕਾਂ ਦਾ ਸਾਥ ਰਹਿੰਦਾ ਨਾ ਜੀ, ਉਹ ਲੋਕ ਕਦੇ ਭੁੱਲਦੇ ਨਹੀਂਗੇ। ਪਿਛਲੇ ਦਿਨ ਸਪੀਚ ਵੀ ਉੱਥੇ ਹੋਈ ਤੁਹਾਡੀ IHM ਬਠਿੰਡਾ 'ਚ ਸਪੀਚ ਸੀਗੀ ਮੇਰੀ। ਕਿਵੇਂ ਦਾ ਲੱਗਿਆ ਯਾਰ? ਕਿਉਂਕਿ ਜਿੱਥੇ ਕਦੇ ਅਸੀਂ ਪੜ੍ਹ ਕੇ ਆਏ ਹੋਏ, ਜਿੱਥੇ ਕਦੇ ਸ਼ਾਇਦ ਸਾਡੀਆਂ ਕੌੜੀਆਂ ਮਿੱਠੀਆਂ ਯਾਦਾਂ ਹੁੰਦੀਆਂ ਨੇ, ਜਿੱਥੋਂ ਦੇ ਕਿਸੇ ਪ੍ਰੋਫੈਸਰ ਨੇ, ਟੀਚਰ ਨੇ ਸਾਨੂੰ ਕਦੇ ਝਿੜਕਿਆ ਹੁੰਦਾ ਹੈ, ਝਿੜਕਾਂ, ਉਸ ਵੇਲੇ ਜਾ ਕੇ ਕਦੇ ਉੱਥੇ ਪੜ੍ਹਦੇ ਸਟੂਡੈਂਟ ਨੂੰ ਦੱਸਣਾ, ਆਪਣੀ ਜਰਨੀ ਉਹਨਾਂ ਨਾਲ ਸ਼ੇਅਰ ਕਰਨੀ, ਉਹ ਕਿੱਦਾਂ ਦੀ ਖੁਸ਼ੀ ਸੀ? ਸਪੀਚ ਖੁਸ਼ੀ ਬਹੁਤ ਜ਼ਬਰਦਸਤ ਸੀ, ਕਿਉਂਕਿ ਜਿਸ ਟਾਈਮ ਕਾਲਜ ਦੇ ਮਤਲਬ ਸਭ ਤੋਂ ਬੈਕ ਬੈਂਚਰ ਸਟੂਡੈਂਟਸ ਦੇ ਵਿੱਚ ਮੈਂ ਹੁੰਦਾ ਸੀਗਾ, ਤੇ ਉੱਥੇ ਜਾ ਕੇ ਆਪਣੀ ਸਪੀਚ ਦੇਣਾ, ਆਪਣੀ ਸਕਸੈਸ ਸਟੋਰੀ ਦੱਸਣਾ, ਤਾਂ ਉਸ 'ਚ ਬਹੁਤ ਵੱਡੀ ਖੁਸ਼ੀ ਸੀ। ਉਸ ਖੁਸ਼ੀ ਨੂੰ ਮੈਂ ਐਕਸਪਲੇਨ ਨਹੀਂ ਕਰ ਸਕਦਾ ਸੀਗਾ। ਤੇ ਮੇਰੇ ਮੰਮਾ ਤੇ ਬ੍ਰਦਰ ਨਾਲ ਹੀ ਸੀਗਾ, ਤੇ ਉੱਥੇ ਜਾ ਕੇ ਮੈਂ ਆਪਣੀ ਪੂਰੀ ਸਟੂਡੈਂਟਸ ਨੂੰ ਪੂਰਾ ਮੋਟੀਵੇਟ ਕੀਤਾ, ਤੇ ਕਾਫੀ ਉਹਨਾਂ ਦੇ ਕੁਝ ਪੁਆਇੰਟ ਸੀਗੇ ਉਹਨਾਂ ਦੇ ਕਲੀਅਰ ਕੀਤੇ। ਤਾਂ ਉਹ ਬਹੁਤ ਵੱਡੀ ਖੁਸ਼ੀ ਸੀ। ਮਤਲਬ ਮੈਨੂੰ ਲੱਗਦਾ ਮੇਰੀ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਮੈਨੂੰ ਉਦੋਂ ਮਿਲੀ ਜਦੋਂ ਮੈਂ ਪਹਿਲੀ ਵਾਰ ਆਪਣੀ ਕਾਲਜ ਦੇ ਵਿੱਚ ਸਪੀਚ ਦੇਣ ਗਿਆ ਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ। ਉਦੋਂ ਫਿਰ ਮਾਂ ਦੀਆਂ ਅੱਖਾਂ 'ਚ ਕਿਹੋ ਜਿਹੀ ਖੁਸ਼ੀ ਦੇਖੀ ਸੀ? ਕਿਉਂਕਿ ਉਹ ਅਲੱਗ ਹੁੰਦੀ ਹੈ ਨਾ। ਮਾਂ ਦੀਆਂ ਅੱਖਾਂ 'ਚ ਹੰਝੂ ਦੇਖੇ ਸੀ, ਖੁਸ਼ੀ ਤੇ ਸੀ। ਪਰ ਅੱਛਾ, ਮਾੜੇ ਵੇਲੇ ਤੇ ਚੰਗੇ ਵੇਲੇ ਦੇ ਵਿੱਚ ਕੀ ਗੱਲਾਂ ਹੁੰਦੀਆਂ ਸੀ ਮਾਂ ਦੀਆਂ? लगे रहो, डोलना नहीं बस, कि मतलब काम करो, बस काम करो। मतलब मम्मी ਦੇ वर्ड ਹੁੰਦੇ ਆ ਕਿ काम करो बस काम करो, बनो ना तुम निखट्टू। ਹੁਣ ਸੁਣਨਗੇ ਤਾਂ ਹੱਸਣਗੇ। ਮਤਲਬ ਬਸ ਉਹਨਾਂ ਦਾ ਇਹੀ ਰਹਿੰਦਾ ਸੀ ਕਿ ਆਪਣਾ ਭਗਵਾਨ ਕੋ ਯਾਦ ਰੱਖੋ। ਬਸ ਹਮੇਸ਼ਾ ਮੰਮੀ ਹਿੰਦੀ ਬੋਲਦੇ, ਰੱਬ ਨੂੰ ਯਾਦ ਰੱਖੋ, ਰੱਬ ਨੂੰ ਨਾ ਭੁੱਲੋ। ਤਾਂ ਉਹਨਾਂ ਦਾ ਮਤਲਬ ਇਹੀ ਵਰਡਸ ਹਮੇਸ਼ਾ ਤੋਂ ਰਹੇ ਹੈਗੇ ਆ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਹੁਣ ਮੰਜ਼ਿਲ ਕੀ ਆ? ਕਿਉਂਕਿ ਮੰਜ਼ਿਲ ਤਾਂ ਹੈ ਨਹੀਂ ਵੀ ਤੈਅ ਹੁੰਦੀ ਆ, ਇੱਕ ਘਰ ਤੋਂ ਸ਼ੁਰੂ ਹੋਣਾ, ਉਸ ਤੋਂ ਬਾਅਦ ਇੱਕ ਫਿਰ 8000 ਵਾਲੀ ਦੁਕਾਨ ਦੇ ਵਿੱਚ ਆਉਣਾ, ਫਿਰ ਅੱਗੇ ਵਧਣਾ, ਫਿਰ ਅੱਗੇ ਵਧਣਾ। ਮਤਲਬ ਸ਼ਾਇਦ ਰਾਹ ਬਣਦੇ ਜਾਂਦੇ ਨੇ, ਤੁਸੀਂ ਤੁਰਨ ਵਾਲੇ ਹੋਣੇ ਚਾਹੀਦੇ ਹੋ। ਤੈਅ ਕੀਤੀ ਹੋਈ ਆ ਮੰਜ਼ਿਲ ਕਿ ਹਾਲੇ ਇੰਨਾ ਰਾਹ ਜਿਹੜਾ ਹੈਗਾ ਬਾਕੀ ਆ, ਇੱਥੇ ਬੱਸ ਨਹੀਂ ਕਰਨਾ, ਹਾਲੇ ਤੁਰਦੇ ਰਹਿਣਾ। ਜਿੱਦਾਂ ਤੁਹਾਡੇ ਤੁਸੀਂ ਦੱਸਿਆ ਕਿ ਮਾਂ ਵੀ ਕਹਿੰਦੇ ਨੇ ਕਿ ਚਲੇ ਚਲੋ ਲੱਗੇ ਰਹੋ, ਹੈ ਨਾ, ਕਿ ਤੁਰਦੇ ਜਾਣਾ। ਕੀ ਮੰਜ਼ਿਲ ਆ? ਮੰਜ਼ਿਲ ਇਹ ਹੈ ਜੀ ਕਿ ਮਤਲਬ ਕਿ ਕਹਿੰਦੇ ਆ ਵੀ ਮਤਲਬ ਮੈਂ ਆਪਣੇ ਬ੍ਰਾਂਡ ਨੂੰ ਇੰਟਰਨੈਸ਼ਨਲੀ, ਮਤਲਬ ਨੈਸ਼ਨਲ ਲੈਵਲ 'ਤੇ ਤਾਂ ਇੱਕ ਬਹੁਤ ਛੋਟਾ ਮੇਰੇ ਲਈ ਉਹ ਹੈਗਾ, ਮੈਂ ਇਹਨੂੰ ਇੰਟਰਨੈਸ਼ਨਲ ਲੈਵਲ 'ਤੇ ਫੇਮਸ ਕਰਨਾ ਚਾਹੁੰਦਾ ਕਿ ਇੰਟਰਨੈਸ਼ਨਲ ਲੈਵਲ 'ਤੇ ਉਹਦਾ ਨਾਮ ਚਮਕੇ। ਵੀ ਇਹਦਾ ਲਵਜ਼ ਬਾਈਟ ਸਰਵ ਵਿਦ ਲਵ, ਇਹਦਾ ਨਾਮ ਇੰਟਰਨੈਸ਼ਨਲ ਲੈਵਲ 'ਤੇ ਆਉਣਾ ਚਾਹੀਦਾ। ਤੇ ਉਹਦੀ ਲੜਾਈ ਮੇਰੀ ਪੂਰੀ ਚੱਲ ਰਹੀ ਹੈ ਜ਼ਿੰਦਗੀ ਦੇ ਨਾਲ, ਪੂਰੀ ਜਦੋਜਹਿਦ ਚੱਲ ਰਹੀ ਹੈ ਕਿ ਮਤਲਬ ਅੱਜ ਵੀ ਰੁਕਿਆ ਨਹੀਂ ਹੈ। ਅੱਜ ਵੀ ਪੂਰਾ ਜੋ ਆਪਣਾ ਟਾਈਮ ਪਹਿਲਾਂ ਦਿੰਦੇ ਸੀ ਕੰਮ ਨੂੰ, ਉਹੀ ਟਾਈਮ ਹੀ ਅੱਜ ਹੈ। ਅੱਛਾ, ਮੁਸ਼ਕਿਲਾਂ ਜ਼ਰੂਰ ਥੋੜ੍ਹੀਆਂ ਜਿਹੀਆਂ ਵੱਧ ਗਈਆਂ, ਕਿਉਂਕਿ ਕੰਮ ਦੇ ਨਾਲ ਨਾਲ ਨਾ ਸਰ ਟੈਨਸ਼ਨਸ ਵੱਧਦੀਆਂ। ਇਹ ਇੱਕ ਬਹੁਤ ਮਤਲਬ ਫੰਡਾ ਹੈਗਾ ਕਿ ਕੰਮ ਜਦੋਂ ਵੱਧਦਾ ਤਾਂ ਉਹਦੇ ਨਾਲ ਟੈਨਸ਼ਨਸ ਵੀ ਵੱਧਦੀਆਂ ਹੈਗੀਆਂ, ਬਟ ਉਹ ਟੈਨਸ਼ਨਸ ਨੂੰ ਆਪਾਂ ਕਿੱਦਾਂ ਆਪਣੇ ਨਾਲ ਲੈ ਕੇ ਚੱਲਦੇ ਹੈਗੇ ਆ, ਇਹ ਬੜਾ ਵੱਡਾ ਇੱਕ ਪੁਆਇੰਟ ਰਹਿੰਦਾ ਹੈਗਾ। ਤਾਂ ਮੇਰਾ ਪੁਆਇੰਟ ਇਹੀ ਹੈ ਕਿ ਮਤਲਬ ਟੈਨਸ਼ਨਸ ਨੂੰ ਜਿਹੜੀ ਚੱਲ ਰਹੀਆਂ ਉਹਨਾਂ ਨੂੰ ਮਤਲਬ ਇੱਕ ਹਾਵੀ ਨਹੀਂ ਹੋਣ ਦੇਣਾ ਕਿਸੇ ਵੀ ਤਰੀਕੇ ਨਾਲ ਆਪਣੇ ਤੇ। ਤੁਸੀਂ ਕਿਹਾ ਜ਼ਿੰਦਗੀ ਦੇ ਨਾਲ ਲੜ ਰਹੇ ਹੋ, ਜ਼ਿੰਦਗੀ ਦੇ ਨਾਲ ਲੜਦੇ ਹੋ, ਫਿਰ ਹੁਣ ਜ਼ਿੰਦਗੀ ਕਹਿੰਦੀ ਕੀ ਹੈ? ਜ਼ਿੰਦਗੀ ਇਹੀ ਕਹਿੰਦੀ ਹੈ ਕਿ ਬਸ ਕਿਸੇ ਵੀ ਤਰ੍ਹਾਂ ਨਾਲ ਮਤਲਬ ਪਿੱਛੇ ਨਾ ਮੁੜੋ। ਜਿਹੜੇ ਰਾਹ ਤੋਂ ਕਦੇ ਮੁੜ ਜਾਓ, ਰਾਹ ਕਦੇ ਪੈਰ ਨਹੀਂ ਪਾਈਦੇ। ਜ਼ਿੰਦਗੀ ਇਹ ਕਹਿੰਦੀ ਹੈ ਬਸ ਵੀ ਅੱਗੇ ਚੱਲਦੇ ਰਹੋ, ਵੀ ਜੋ ਰਾਹ ਕਦੇ ਮੁੜ ਕੇ ਵਾਪਿਸ ਆ ਗਏ, ਬਸ ਜ਼ਿੰਦਗੀ
ਵੀ ਜ਼ਿੰਦਗੀ ਦੇ ਇਹੀ ਬੋਲ ਹੁੰਦੇ ਆ ਹਮੇਸ਼ਾ ਵੀ ਅੱਗੇ ਹੀ ਲੱਗੇ ਰਹੋ, ਅੱਗੇ ਹੀ ਲੱਗੇ ਰਹੋ। ਜ਼ਿੰਦਗੀ ਕਦੇ ਤੁਹਾਡਾ ਸਾਥ ਨਹੀਂ ਛੱਡਦੀ ਸਰ, ਮੈਨੂੰ ਇਹ ਲੱਗਦਾ ਕਿ ਜ਼ਿੰਦਗੀ ਜਿਹੜੀ ਹੁੰਦੀ ਹੈ ਨਾ ਉਹ ਕਦੇ ਤੁਹਾਡਾ ਸਾਥ ਨਹੀਂ ਛੱਡਦੀ ਹੁੰਦੀ ਜੇ ਤੁਸੀਂ ਉਹਦਾ ਸਾਥ ਨਹੀਂ ਛੱਡ ਰਹੇ। ਪੈਰਲਲ ਲੈ ਕੇ ਤੁਰਨਾ ਪੈਂਦਾ। ਤਾਂ ਜ਼ਿੰਦਗੀ ਇਹੀ ਹੈ ਬਸ, ਵੀ ਹੁਣ ਚੱਲਣਾ ਹੈ ਬਸ। ਅੱਛਾ, ਇੱਕ ਚੀਜ਼ ਹੋਰ ਆ, ਦੁਨੀਆ ਬੜੇ ਭਾਂਤੀ ਆ ਹਨਾ, ਕੋਈ ਕਿਸ ਤਰ੍ਹਾਂ ਦਾ, ਕੋਈ ਕਿਸ ਤਰ੍ਹਾਂ ਦਾ। ਮੈਨੂੰ ਲੱਗਦਾ ਤੁਹਾਨੂੰ 24 ਘੰਟੇ ਤੁਸੀਂ ਤਾਂ ਜਿਹੜਾ ਹੈਗਾ ਖੁੱਲੇ ਰਹਿੰਦੇ ਆਲਮੋਸਟ ਹਨਾ, ਆਲਮੋਸਟ। ਤਾਂ ਉਸ ਸਮੇਂ ਦੇ ਵਿੱਚ ਬਈ ਯਾਰ ਇਨਸਾਨ ਬੜੇ ਤਰ੍ਹਾਂ ਦੇ ਆਉਂਦੇ ਨੇ, ਕੋਈ ਕਿਸ ਤਰ੍ਹਾਂ ਦਾ ਹੁੰਦਾ, ਕੋਈ ਕਿਸ ਤਰ੍ਹਾਂ ਦਾ ਹੁੰਦਾ। ਹੁਣ ਹਰ ਇੱਕ ਨੂੰ ਇੱਥੇ ਖੜ ਕੇ ਜੀ ਕਹਿਣਾ, ਚਾਹੇ ਕੋਈ ਇੱਥੇ ਤੁਹਾਨੂੰ ਆ ਕੇ ਗਾਲ ਕੱਢਦਾ, ਚਾਹੇ ਤੁਹਾਨੂੰ ਕੁਝ ਵੀ ਕਹਿੰਦਾ, ਜੀ ਕਹਿਣਾ, ਇਹ ਪੇਸ਼ੈਂਸ ਕਿੱਥੋਂ ਆਉਂਦੀ ਹੈ ਯਾਰ? ਪੇਸ਼ੈਂਸ ਦੇਖੋ ਸਰ, ਬਿਜ਼ਨਸ ਲੈਵਲ ਦੇ ਵਿੱਚ ਜੇ ਤੁਹਾਡੇ ਅੰਦਰ ਪੇਸ਼ੈਂਸ ਹੋਣੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈਗੀ ਹੈ। ਤਾਂ ਬਿਜ਼ਨਸ ਦੇ ਵਿੱਚ ਪੇਸ਼ੈਂਸ ਰੱਖਣੀਆਂ ਪੈਂਦੀਆਂ। ਬਹੁਤ ਤਰ੍ਹਾਂ ਦੇ ਲੋਕ ਆਉਂਦੇ ਆ, ਕਈ ਚੰਗਾ ਕਹਿਣ ਵਾਲੇ ਵੀ ਆਉਂਦੇ ਆ, ਕਈ ਮਾੜਾ ਕਹਿਣ ਵਾਲੇ ਵੀ ਆਉਂਦੇ ਆ। ਤਾਂ ਪੇਸ਼ੈਂਸ ਬਸ ਇਹੀ ਹੈ ਕਿ ਇਹੀ ਸੋਚ ਕੇ ਚੱਲਦੇ ਆ ਕਿ ਮਤਲਬ ਆਪਣੇ ਤੋਂ ਪਹਿਲਾਂ ਪਹਿਲ ਜਿਹੜੀ ਦਿੱਤੀ ਵੀ ਆ ਉਹ ਕੰਮ ਨੂੰ ਦਿੱਤੀ ਵੀ ਆ। ਜੇ ਆਪਣੇ ਆਪ ਦੀ ਪਹਿਲ ਪਹਿਲਾਂ ਕਰ ਲਈ ਤਾਂ ਫਿਰ ਮੈਨੂੰ ਲੱਗਦਾ ਕਿ ਅਸੀਂ ਉਹ ਪੇਸ਼ੈਂਸ ਛੱਡ ਦਾਂਗੇ। ਤਾਂ ਕੰਮ ਦੀ ਪਹਿਲ ਹੈ ਕਿ ਕੰਮ ਦਾ ਨਾਮ ਨਹੀਂ ਕਦੇ ਖਰਾਬ ਹੋਣਾ ਚਾਹੀਦਾ। ਤਾਂ ਇਸ ਕਰਕੇ ਬਸ ਉਹ ਪੇਸ਼ੈਂਸ ਰੱਖੀ ਦੀਆਂ ਵੀ, ਪੂਰੀ ਪੇਸ਼ੈਂਸ ਹੈ ਵੀ ਮਤਲਬ ਕਿ ਕੁਝ ਵੀ ਹੋਈ ਚੱਲੇ, ਆਪਣੀ ਤੇ ਗੱਲ ਆ ਜੇ ਕੋਈ ਗੱਲ ਨਹੀਂ, ਕੰਮ ਤੇ ਨਹੀਂ ਆਣੀ ਚਾਹੀਦੀ। ਪਰ ਤੁਸੀਂ ਤਾਂ ਕਹਿੰਦੇ ਹੋ ਸਰਵ ਵਿਦ ਲਵ, ਪਿਆਰ ਦੇ ਨਾਲ ਤੁਸੀਂ ਤਾਂ ਸਰਵ ਕਰਨਾ, ਫਿਰ ਵੀ ਇੱਥੇ ਇਦਾਂ ਦੇ ਆਉਂਦੇ ਗਾਣਾ ਕੱਢਣ ਵਾਲੇ ਆਉਂਦੇ ਆ ਸਰ, ਬਿਲਕੁਲ ਲੋਕ ਆਉਂਦੇ ਆ। ਦੁਨੀਆ ਭਾਂਤ-ਭਾਂਤ ਦੀ ਹੁੰਦੀ ਹੈ। ਤੁਹਾਡੀ ਪਹਿਲੀ ਗੱਲ ਵੀ ਦੁਨੀਆ ਭਾਂਤ-ਭਾਂਤ ਦੀ ਹੁੰਦੀ ਹੈ। ਤਾਂ ਲੋਕਾਂ ਨੂੰ ਕਦੇ ਇਹ ਨਹੀਂ ਪਤਾ ਹੁੰਦਾ ਕਿ ਆਪਾਂ ਕਿੱਦਾਂ ਡੀਲ ਕਰਨਾ ਹੈਗਾ। ਕਈ ਲੋਕ ਹੁੰਦੇ ਆ ਕਿ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ। ਬਹੁਤ ਲੋਕ ਆਉਂਦੇ ਆ, ਐਪਰੀਸ਼ੀਏਟ ਕਰਨ ਵਾਲੇ ਵੀ ਆਉਂਦੇ ਆ ਸਾਰਾ ਦਿਨ। ਸਾਰਾ ਦਿਨ ਬਹੁਤ ਲੋਕ ਆਉਂਦੇ ਜਿਹੜੇ ਐਪਰੀਸ਼ੀਏਟ ਕਰਦੇ ਨੇ, ਜਿਹੜੀ ਸਾਡੀ ਜਰਨੀ ਪੜ੍ਹਦੇ ਹੈਗੇ ਆ ਵੀ ਸਰ ਵੀ ਤੁਸੀਂ ਇੰਨਾ ਸਟਰਗਲ ਕੀਤਾ, ਹੂ ਇਜ਼ ਅਕਸ਼ੇ, ਹੂ ਇਜ਼ ਰਾਹੁਲ, ਵੀ ਸਾਨੂੰ ਪੁੱਛਦੇ ਨੇ ਕਿ ਉਹ ਲੋਕ ਕੌਣ ਨੇ, ਕਿਉਂਕਿ ਉਹਨਾਂ ਨੇ ਫੇਸਿਸ ਨਹੀਂ ਦੇਖੇ ਵੇ ਸਾਡੇ। ਤਾਂ ਇਹੀ ਹੈ ਕਿ ਬਸ ਵੀ ਮਤਲਬ ਵੀ ਮੈਨੂੰ ਲੱਗਦਾ ਕਿ ਦੁਨੀਆ ਦੀ ਗੱਲਾਂ ਤੇ ਆਪਾਂ ਨੂੰ ਗੌਰ ਨਹੀਂ ਕਰਨਾ ਚਾਹੀਦਾ ਹੈਗਾ। ਬਸ ਵੀ ਆਪਣੇ ਕੰਮ 'ਚ ਜੋ ਤੁਸੀਂ ਕਰਮ ਕਰ ਰਹੇ ਹੋ ਉਹ ਕਰਮ ਦੇ ਵਿੱਚ ਲੱਗੇ ਰਹੋ। ਜੇ ਆਪਾਂ ਦੁਨੀਆ ਦੀ ਗੱਲਾਂ ਤੇ ਗੌਰ ਕਰਨ ਲੱਗ ਗਏ ਤਾਂ ਮੈਨੂੰ ਲੱਗਦਾ ਫਿਰ ਆਪਾਂ ਅੱਗੇ ਨਹੀਂ ਵੱਧ ਸਕਦੇ। ਜੇ ਦੁਨੀਆ ਦੀ ਗੱਲਾਂ ਤੇ, ਨਿੱਕੀਆਂ ਨਿੱਕੀਆਂ ਗੱਲਾਂ ਤੇ, ਉਹਨੇ ਮੈਨੂੰ ਤੂੰ ਕਹਿਤਾ, ਉਹਨੇ ਮੈਨੂੰ ਐਂ ਕਹਿਤਾ, ਉਹਨੇ ਮੈਨੂੰ ਉਹ ਕਹਿਤਾ, ਉਹਨੇ ਮੈਨੂੰ ਕੁਛ ਵੀ ਕਹਿਤਾ, ਤਾਂ ਉਹ ਜੇ ਗੱਲਾਂ ਤੇ ਗੌਰ ਕਰਨ ਲੱਗ ਗਏ ਫਿਰ ਅੱਗੇ ਵਧਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਣਾ। ਫਿਰ ਤਾਂ ਆਪਾਂ ਉਹਨਾਂ ਗੱਲਾਂ ਦੇ ਵਿੱਚ ਇੱਕ ਉਲਝ ਕੇ ਰਹਿ ਜਾਵਾਂਗੇ। ਤਾਂ ਫਿਰ ਅੱਗੇ ਕਿਵੇਂ ਗੱਡੀ ਚੱਲੂਗੀ? ਤਾਂ ਲੋਕ ਦੁਨੀਆ ਦਾ ਬਹੁਤ ਕੁਝ ਕਹੂਗੀ, ਲੋਕ ਤਾਂ ਕੁਝ ਕਹੇਂਗੇ, ਲੋਗੋਂ ਕਾ ਕੰਮ ਹੈ ਕਹਿਣਾ, ਹੈ ਨਾ ਜੀ। ਤਾਂ ਫਿਰ ਆਪਾਂ ਅੱਗੇ ਕਿਵੇਂ ਵਧਾਂਗੇ ਫਿਰ? ਅੱਛਾ, ਇੱਕ ਗੱਲ ਹੋਰ ਦੱਸੋ ਰਾਹੁਲ ਭਾਈ, ਜਦੋਂ ਇਦਾਂ ਦੇ ਲੋਕ, ਚਲੋ ਠੀਕ ਆ, ਸਾਹਮਣੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਉਹ ਜਦੋਂ ਬੰਦਾ ਸਾਹਮਣੇ ਦਾ ਘਰੀ ਅੰਦਰ ਗਾਲਾਂ ਕੱਢ ਲਈਦੀਆਂ, ਜਦੋਂ ਬੰਦਾ ਵਗ ਜਾਂਦਾ ਫਿਰ ਉਦੋਂ ਨਹੀਂ ਕਰਦੇ ਕਿ ਯਾਰ ਤੂੰ ਤਾਂ ਪਤੰਦਰਾ ਇਦਾਂ ਕਹਿ ਕੇ ਫਿਰ ਗਾਲਾਂ ਗੁਣਾ ਤਾਂ ਕੱਢਦੇ ਹੋਗੇ? ਭਾਜੀ ਉਹਦਾ ਕੀ ਸੀਨ ਆ ਕਿ ਜਿਵੇਂ ਇਹੋ ਜਿਹੇ ਬੰਦੇ ਆਪਣੇ ਕੋਲੇ ਰਾਤ ਨੂੰ ਕਸਟਮਰ ਜ਼ਿਆਦਾ ਆਉਂਦੇ, ਤੇ ਮੇਰਾ ਪੇਸ਼ੈਂਟ ਲੈਵਲ ਹੈ ਨਹੀਂ ਇੰਨਾ, ਤਾਂ ਹੀ ਰਾਤ ਨੂੰ ਤੁਹਾਨੂੰ ਬਿਠਾਉਂਦੇ ਨਹੀਂ ਇਹ। ਤੇ ਮੈਂ ਆਪਣੀ ਸ਼ਿਫਟ ਹੀ ਚੇਂਜ ਕਰ ਲਈ, ਮੈਂ ਦਿਨੇ ਬਹਿਨਾ। ਅੱਛਾ, ਇਹ ਤਾਂ ਆਹੀ ਚੱਕਰ। ਹਾਂਜੀ, ਇਹਨਾਂ ਦਾ ਪੇਸ਼ੈਂਟ ਲੈਵਲ ਜ਼ਿਆਦਾ ਹੈ, ਪੇਸ਼ੈਂਟ ਇਹਨਾਂ ਨੂੰ ਮੈਂ ਰਾਤ ਨੂੰ ਬਿਠਾਉਂਦਾ। ਇਹ ਚੱਕਰ, ਇਹ ਵੀ ਚੱਕਰ ਮੇਨ ਹੈਗਾ। ਇਹ ਵੀ ਚੱਕਰ ਮੇਨ ਹੈਗਾ ਜੀ। ਇਹਦਾ ਪੇਸ਼ੈਂਸ ਲੈਵਲ ਘੱਟ ਹੈ, ਇਸ ਕਰਕੇ ਮੈਨੂੰ ਰਾਤ ਨੂੰ ਮਤਲਬ ਬਿਠਾਉਂਦਾ ਹੀ ਨਹੀਂ। ਮੈਨੂੰ ਪਤਾ ਰਾਤ ਨੂੰ ਕਿਹੜੇ ਲੋਕ ਆਉਣੇ ਹੁੰਦੇ। ਅੱਛਾ, ਇਸ ਸਮੇਂ ਦੇ ਦੌਰਾਨ ਕਈ ਪੜਾਅ, ਅੱਜ ਦੇ ਟਾਈਮ ਦੇ ਵਿੱਚ ਇੱਥੇ ਜਦੋਂ ਆਪਣੇ ਆਪ ਨੂੰ ਬੈਠਿਆਂ ਦੇਖਦੇ ਹੋ, ਕਿਹੜੇ ਪੜਾਅ ਨੂੰ ਸਭ ਤੋਂ ਵੱਧ ਪਿਆਰਾ ਲੱਗਦਾ? ਕਿਹੜੇ ਪੜਾਅ ਦੇ ਵਿੱਚ ਸਭ ਤੋਂ ਵੱਧ ਖੁਸ਼ੀ ਸੀ? ਪੜਾਅ ਸਭ ਤੋਂ ਵੱਧ ਮੈਨੂੰ ਇਹ ਲੱਗਦਾ ਕਿ ਖੁਸ਼ੀ ਹਮੇਸ਼ਾ ਮਿਹਨਤ 'ਚ ਹੀ ਹੁੰਦੀ ਹੈ। ਤਾਂ ਮੇਰੀ ਮਿਹਨਤ 'ਚ ਹੀ ਹਮੇਸ਼ਾ ਖੁਸ਼ੀ ਹੈ, ਤੇ ਉਹ ਮੇਰਾ ਪੜਾਅ ਹੁਣ ਵੀ ਚੱਲ ਰਿਹਾ। ਮਿਹਨਤ ਮੈਂ ਕਦੇ ਨਹੀਂ ਛੱਡੀ ਆਪਣੀ। ਤਾਂ ਪੜਾਅ ਬਸ ਇਹੀ ਹੈ ਕਿ ਬਸ ਮਤਲਬ ਮੈਂ ਆਪਣੀ ਮਿਹਨਤ 'ਤੇ ਹਮੇਸ਼ਾ ਲੱਗਿਆ ਰਹਿਣਾ ਹੈਗਾ। ਮੈਂ ਆਪਣੀ ਮਿਹਨਤ ਨੂੰ ਕਦੇ ਨਹੀਂ ਛੱਡਦਾ। ਤਾਂ ਇਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪੜਾਅ ਹੈ। ਬਸ ਇਹ ਮੈਨੂੰ ਲੱਗਦਾ ਕਿ ਮੇਰੇ ਨਾਲ ਹੀ ਖਤਮ ਹੋਊਗਾ ਹੁਣੇ ਜਾ ਕੇ, ਮੇਰੀ ਮਿਹਨਤ ਖਤਮ ਨਹੀਂ ਹੋਣ ਵਾਲੀ। ਅੱਛਾ, ਹੁਣ ਇੱਥੇ ਜਿੰਨੇ ਤੁਸੀਂ ਕੰਮ ਕਰਦੇ ਹੋ, ਤੁਹਾਡੇ EMPLOYE ਨੇ, ਇੱਕ ਦੇ ਇਹ ਚੀਜ਼ ਹੁੰਦੀ ਹੈ ਵੀ ਬੌਸ ਵਾਲੀ ਤੇ EMPLOYE ਵਾਲੀ, ਜਾਂ ਫਿਰ ਯਾਰਾਨਾ ਸਾਰਾ ਯਾਰਾਂ ਨਾਲ? ਹਾਂ, ਫਰੈਂਡ ਹੀ ਅਸੀਂ ਸਾਰੇ ਬਹੁਤ ਜ਼ਿਆਦਾ। ਕਿਉਂਕਿ ਜੋ ਮੈਂ ਇਹ ਚਾਹੁੰਦਾ ਵੀ ਜੋ ਚੀਜ਼ਾਂ ਅਸੀਂ ਫੀਲ ਕੀਤੀਆਂ ਮਾਰਕੀਟ ਦੇ ਵਿੱਚ ਜਾ ਕੇ, ਜੋ ਅਸੀਂ ਜੌਬ ਕਰਦੇ ਸੀ, ਜਦੋਂ ਸਾਨੂੰ ਜਿਸ ਤਰ੍ਹਾਂ ਦਾ ਬਿਹੇਵੀਅਰ, ਜਿਸ ਤਰ੍ਹਾਂ ਦਾ ਮਾਹੌਲ ਮਿਲਦਾ ਸੀ, ਉਹ ਮਾਹੌਲ ਮੈਂ ਆਪਣੇ EMPLOYEES ਨੂੰ ਨਹੀਂ ਦੇਣਾ ਚਾਹੁੰਦਾ। ਇਸ ਕਰਕੇ ਮੈਂ ਕਦੇ ਇਹਨਾਂ ਤੇ ਬੌਸ ਵਾਂਗੂ ਟਰੀਟ, ਇੱਕ ਟਾਈਮ ਹੁੰਦਾ, ਟਾਈਮ ਤੇ ਜਦੋਂ ਕੋਈ ਗਲਤੀ ਹੈ ਜਾਂ ਕਦੇ ਕੋਈ ਦਿੱਕਤ ਆ ਰਹੀ ਹੈ ਤਾਂ ਉਦੋਂ ਤਾਂ ਫਿਰ ਬੌਸ ਬਣਨਾ ਪੈਂਦਾ। ਬਟ ਆਲਮੋਸਟ ਜੇ ਅਸੀਂ ਇਕੱਠੇ 10 ਘੰਟੇ ਆ ਤਾਂ 9.5 ਘੰਟੇ ਦੇ ਵਿੱਚ ਅਸੀਂ ਆਪਣਾ ਪ੍ਰੋਪਰ ਫਰੈਂਡਲੀ ਰਹਿੰਦੇ ਹਾਂ ਬਹੁਤ ਜ਼ਿਆਦਾ। ਤਾਂ ਮੇਰੇ ਜਿੰਨੇ ਇੱਥੇ EMPLOYEES ਨੇ ਸਾਰੇ ਬਹੁਤ ਜ਼ਿਆਦਾ ਫਰੈਂਡਲੀ ਹੈ, ਬਹੁਤ ਜ਼ਿਆਦਾ। ਤਾਂ ਅਸੀਂ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਫਰੈਂਡਲੀ ਰਹਿੰਦੇ ਹਾਂ, ਕਦੇ ਬੌਸ ਬਣਦੇ ਹੀ ਨਹੀਂ। ਬੌਸ ਬਣਨ ਦਾ ਕੰਮ ਇਹਨਾਂ ਦਾ, ਇਹ ਬਣਦੇ ਆ ਬੌਸ ਸੁਭਾਅ ਆ ਕੇ। ਮੈਂ ਤਾਂ ਬਸ ਪਿਆਰ ਨਾਲ ਰੱਖਦਾ ਇਹਨਾਂ ਨੂੰ। ਮੇਰੀ ਕੋਸ਼ਿਸ਼ ਹੁੰਦੀ ਹੈ ਜਿੰਨਾ ਹੋ ਸਕੇ ਘੱਟ ਬੋਲੋ ਇਹਨਾਂ ਨੂੰ, ਮਤਲਬ ਜਿੰਨਾ ਹੋ ਸਕੇ ਘੱਟ ਡਾਂਟੋ, ਪਿਆਰ ਨਾਲ ਸਮਝਾ ਦਿਓ। ਪਿਆਰ ਨਾਲ ਮੈਨੂੰ ਲੱਗਦਾ ਸਮਝ ਜਾਂਦੇ ਆ। ਜਿਵੇਂ ਰਾਤ ਬਰਾਤੇ ਰਹਿੰਦੇ ਹੋ, ਆਪਣੇ ਮਾਹੌਲ ਇਦਾਂ ਦਾ ਹੁੰਦਾ ਹੈ, ਰਾਤ ਬਰਾਤੇ ਤਾਂ ਕੀੜਿਆਂ ਵਾਲੇ ਵੀ ਵੱਧ ਆਉਂਦੇ ਹੋਣਗੇ, ਜਿਨ੍ਹਾਂ ਦੇ ਕੀੜੇ ਜਾਗਦੇ ਹੁੰਦੇ, ਤੇ ਉਹ ਫਿਰ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ ਬਾਈ? ਉਹਨਾਂ ਨੂੰ ਹੈਂਡਲ ਕਰਦੇ ਆ ਸਰ ਪੇਸ਼ੈਂਸ ਨਾਲ। ਜਿੱਥੇ ਆਪਣਾ ਪੇਸ਼ੈਂਸ ਲੈਵਲ ਖਤਮ ਹੋ ਜਾਂਦਾ ਉੱਥੇ ਫਿਰ EMPLOYEES ਨੂੰ ਅੱਗੇ ਕਰ ਦਿੰਦੇ ਆ।
ਮਤਲਬ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਮੈਂ ਕੁਝ ਆਪਣੇ ਮੂੰਹੋਂ ਕੁਝ ਗਲਤ ਨਾ ਬੋਲਾਂ, ਅਗਲਾ ਜਿੰਨਾ ਕੁ ਬੋਲ ਰਿਹਾ ਉਹਨੂੰ ਸੁਣ ਲਓ। ਜਿੱਥੇ ਖੁਦ ਦਾ ਪੇਸ਼ੈਂਸ ਲੈਵਲ ਖਤਮ ਹੋ ਰਿਹਾ ਉੱਥੇ ਕਿਸੇ ਨੂੰ ਅੱਗੇ ਭੇਜ ਦਿਓ ਵੀ ਹੁਣ ਤੂੰ ਡੀਲ ਕਰ ਲੈ, ਮੇਰਾ ਪੇਸ਼ੈਂਸ ਲੈਵਲ ਖਤਮ ਹੈ ਵੀ ਮੈਂ ਇਸ ਤੋਂ ਬਾਅਦ ਡੀਲ ਨਹੀਂ ਕਰ ਸਕਦਾ ਹੈਗਾ। ਤਾਂ ਉੱਥੇ ਮੈਂ ਖੁਦ ਕਿਤੇ ਨਾ ਕਿਤੇ ਕਈ ਵਾਰੀ ਸਮਟਾਈਮਸ ਪਿੱਛੇ ਹੋ ਜਾਂਦਾ ਹੁੰਦਾ, ਬਟ ਕਦੇ ਉੱਥੇ ਵੀ ਨਹੀਂ ਆਉਂਦਾ ਵੀ ਮੇਰੇ EMPLOYEES 'ਚ ਕੋਈ ਗੱਲ ਆ ਜੇ ਫਿਰ ਅੱਗੇ ਆ ਜਾਂਦਾ ਹੁੰਦਾ ਹੈਗਾ ਵੀ ਜਿੱਥੇ ਲੱਗੇ ਵੀ ਕਿਤੇ ਗੱਲ ਵੱਧ ਰਹੀ ਹੈ ਜਾਂ ਕੁਛ ਕੋਈ ਦਿੱਕਤ ਆ ਰਹੀ ਹੈ। ਕਿਉਂਕਿ ਸਰ ਬਹੁਤ ਤਰ੍ਹਾਂ ਦੇ ਲੋਕ ਹੈ, ਦੇਖੋ ਦਿਨ ਦੇ ਵਿੱਚ ਆਲਮੋਸਟ ਅਸੀਂ 100 ਕਸਟਮਰ ਨੂੰ ਅਟੈਂਡ ਕਰਦੇ ਹਾਂ, ਤਾਂ 100 ਕਸਟਮਰਸ ਦੇ ਵਿੱਚੋਂ ਕਿਤੇ 2 ਮਾੜੇ ਵੀ ਆ ਜਾਂਦੇ ਆ, ਤਾਂ ਉਹ 2 ਮਾੜਿਆਂ ਨੂੰ ਮਤਲਬ ਡੀਲ ਮੈਨੂੰ ਲੱਗਦਾ ਕਿ ਸਾਨੂੰ ਕਰਨਾ ਹੀ ਪੈਣਾ। ਉਹਨਾਂ ਲਈ ਅਸੀਂ 2 ਮਾੜਿਆਂ ਨੂੰ ਦੇਖ ਕੇ 98 ਚੰਗਿਆਂ ਨੂੰ ਅਸੀਂ ਉਹ ਨਹੀਂ ਕਰ ਸਕਦੇ ਨਾ ਜੀ, ਆਹ ਸੀਨ ਹੁੰਦਾ ਹੈ। ਇੱਕ ਚੀਜ਼ ਹੋਰ ਆ ਪੁੱਤ, ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੁਝ ਨਹੀਂ, ਅੱਜ ਦੀ ਜਵਾਨੀ ਦੀ ਜੇ ਗੱਲ ਕਰੀਏ, ਨੌਜਵਾਨੀ ਦੀ, ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਰੁਖ ਆ ਕਿ ਪੰਜਾਬ ਦੇ ਵਿੱਚ ਕੁਝ ਨਹੀਂ। ਸ਼ਾਇਦ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਹ ਕੰਮ ਕਰਦੇ ਨੇ ਜਿਹੜਾ ਪੰਜਾਬ ਦੇ ਵਿੱਚ ਰਹਿ ਕੇ ਕਰਦਾ ਸ਼ਾਇਦ ਕੁਝ ਨਾ ਕੁਝ ਬਣ ਜੇ। ਕੀ ਕਹੂੰ? ਮੇਰੇ ਇਹ ਕਹਿਣਾ ਹੈਗਾ ਕਿ ਜੋ ਤੁਸੀਂ ਮਿਹਨਤ ਕਿਤੇ ਬਾਹਰ ਕੰਟਰੀ ਦੇ ਵਿੱਚ ਜਾ ਕੇ ਕਿਸੇ ਕੰਟਰੀ ਨੂੰ ਆਪਾਂ ਮੈਨ ਪਾਵਰ ਦੇ ਰਹੇ ਹਾਂ, ਜੋ ਆਪਾਂ ਕਿਸੇ ਬਾਹਰ ਕੰਟਰੀ ਦੇ ਵਿੱਚ ਜਾ ਕੇ ਕੰਮ ਕਰ ਰਹੇ ਹਾਂ, ਤਾਂ ਉਹ ਕੰਟਰੀ ਨੂੰ ਮੈਨ ਪਾਵਰ ਹੀ ਸਪਲਾਈ ਹੋ ਰਹੀ ਹੈ, ਆਬਵੀਅਸ ਜੀ ਗੱਲ ਹੀ ਹੈ। ਮੈਨੂੰ ਨਹੀਂ ਲੱਗਦਾ ਕਿ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ 1% ਮਿਹਨਤ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਕਰਕੇ ਦੇਖਣੀ ਚਾਹੀਦੀ ਹੈ ਉਹਨਾਂ ਨੂੰ। ਮਤਲਬ ਮੇਰਾ ਤਾਂ ਇਹੀ ਕਹਿਣਾ ਹੈਗਾ ਕਿ ਤੁਸੀਂ ਆਪਣਾ ਤਾਂ ਇੱਥੇ ਬੈਸਟ ਦੇ ਨਹੀਂ ਰਹੇ, ਤਾਂ ਉੱਥੇ ਜਾ ਕੇ ਇਸ ਚੀਜ਼ ਦੀ ਕੀ ਗਾਰੰਟੀ ਹੈਗੀ ਹੈ ਕਿ ਤੁਸੀਂ ਉੱਥੇ ਆਪਣਾ ਬੈਸਟ ਦੇ ਲਓਗੇ। ਇੱਥੇ ਉਹ ਮਤਲਬ ਇੱਥੇ ਆਪਣੀ ਅੱਜ ਦੀ ਜਨਰੇਸ਼ਨ ਇੱਥੇ ਕੰਮ ਕਰਨਾ ਹੀ ਨਹੀਂ ਚਾਹੁੰਦੀ। ਮਤਲਬ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਵੀ ਜੇ ਓਪਰਚੁਨਿਟੀਜ਼ ਲੱਭੋਗੇ, ਜੇ ਓਪਰਚੁਨਿਟੀਜ਼ ਬਾਹਰ ਨਹੀਂ, ਕੈਨੇਡਾ ਦੇ ਵਿੱਚ ਹੈ, ਅਮਰੀਕਾ ਦੇ ਵਿੱਚ ਹੈ, ਤਾਂ ਓਪਰਚੁਨਿਟੀਜ਼ ਇੱਥੇ ਵੀ ਹੈਗੀਆਂ, ਤੁਸੀਂ ਲੱਭੋ ਤਾਂ ਸਹੀ। ਜੇ ਤੁਹਾਨੂੰ ਲੱਭਣ ਨੂੰ ਮਤਲਬ ਆਪਣੇ ਲੋਕ ਕੀ ਕਰਦੇ ਨੇ, ਅੱਜ ਕਿਸੇ ਕੰਮ ਨੂੰ ਚੂਜ਼ ਕੀਤਾ, ਕੱਲ ਪ੍ਰੋਫੈਸ਼ਨ ਚੇਂਜ ਕਰ ਦਿੰਦੇ ਆ, ਇੱਕ ਦਿਨ ਬਾਅਦ ਹੀ ਸਾਡੇ ਕੋਲ EMPLOYEES ਆਉਣਗੇ, ਹਾਂਜੀ ਕੀ ਹੋਇਆ, ਸਾਨੂੰ ਕੰਮ ਨਹੀਂ ਸੂਟ ਕੀਤਾ, ਚਲੋ ਜੀ। ਮਤਲਬ 100 ਦੇ ਵਿੱਚੋਂ 5 EMPLOYEES ਹੀ ਸੈੱਟ ਬੈਠਦੇ ਆ, 95 ਦਾ ਇਹ ਸਿਸਟਮ ਹੈ ਕਿ ਸਾਨੂੰ ਕੰਮ ਨਹੀਂ ਸੂਟ ਕੀਤਾ, ਸਾਨੂੰ ਕੰਮ ਨਹੀਂ ਸੂਟ ਕੀਤਾ। ਐਕਚੁਅਲ ਦੇ ਵਿੱਚ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦਾ ਇੱਥੇ, ਜੋ ਕੰਮ ਉਹ ਉੱਥੇ ਕਰ ਰਹੇ ਨੇ ਜੇ ਇੱਥੇ ਕਰਨ ਤਾਂ ਮੈਨੂੰ ਲੱਗਦਾ ਕਿ ਆਪਣੇ ਪੇਰੈਂਟਸ ਦੇ ਵਿੱਚ ਰਹਿਣ, ਆਪਣੀ ਇੰਡੀਆ ਦੀ ਇਕੋਨਮੀ ਵਧੇ, ਇੰਡੀਆ ਦੇ ਵਿੱਚ ਓਨਾ ਵੱਧ ਟੈਕਸ ਪੇ ਹੋਵੇ, ਜਿੰਨੇ ਟੈਕਸ ਪੇਅਰ ਵਧਣਗੇ ਉਨੀ ਇਕੋਨਮੀ ਗਰੋ ਕਰੇਗੀ। ਬਟ ਇਹ ਇਕੋਨਮੀ ਗਰੋ ਹੋ ਹੀ ਨਹੀਂ ਰਹੀ। ਉਹਦਾ ਰੀਜ਼ਨ ਕੀ ਹੈ? ਸਭ ਤੋਂ ਵੱਡਾ ਆਪਣੀ 70% ਯੰਗਸਟਰ ਤਾਂ ਉੱਥੇ ਹੈ, ਤੇ ਇਕੱਲੇ ਜਿਹੜੇ ਆਪਣੇ ਏਜਡ ਪਰਸਨ ਰਹਿ ਜਾਂਦੇ ਹੈ। ਇੱਥੇ ਕੌਣ ਨੇ ਜਿਹੜੇ ਜਾ ਨਹੀਂ ਪਾਉਂਦੇ, ਜਿਨ੍ਹਾਂ ਕੋਲੇ ਪੈਸੇ ਹੈ ਨਹੀਂ, ਠੀਕ ਹੈ ਜੀ। ਤਾਂ ਉਹਨਾਂ ਦੇ ਵਿੱਚ ਵੀ ਇਹੀ ਮਨ 'ਚ ਗੱਲ ਰੜਕਦੀ ਰਹਿੰਦੀ ਹੈ ਵੀ ਮੈਂ ਵੀ ਕਾਸ਼ ਬਾਹਰ ਹੁੰਦਾ, ਮੈਂ ਵੀ ਕਾਸ਼ ਬਾਹਰ ਹੁੰਦਾ। ਤਾਂ ਉਹ ਸਾਰਾ ਦਿਨ ਉਹਨਾਂ ਦਾ ਉਸੇ ਚੀਜ਼ਾਂ 'ਚ ਹੀ ਲੰਘ ਜਾਂਦਾ ਹੈਗਾ ਵੀ ਮੈਨੂੰ ਮੇਰੇ ਘਰਦਿਆਂ ਨੇ ਬਾਹਰ ਨਹੀਂ ਭੇਜਿਆ। ਬਟ ਜਿਹਨੇ, ਮੈਨੂੰ ਲੱਗਦਾ ਕਿ ਜਿਹਨੇ ਕੁਛ ਕਰਨਾ ਹੈ ਉਹਨੇ ਸਰਕਾਰੀ ਸਕੂਲ 'ਚੋਂ ਵੀ ਪੜ੍ਹ ਕੇ ਕਰ ਲੈਣਾ ਜੀ। ਜਿਹਨੇ ਕੁਛ ਨਹੀਂ ਕਰਨਾ ਉਸ ਤੋਂ ਸੈਂਟ ਜ਼ੇਵੀਅਰ, ਸੈਂਟ ਜੋਸਫ ਵਰਗੇ ਸਕੂਲਾਂ 'ਚ ਵੀ ਨਹੀਂ ਕੁਛ ਹੋਣਾ। ਮੇਰੀ ਤਾਂ ਇਹ ਸੋਚ ਹੈਗੀ ਹੈ। ਹੁਣ ਤੱਕ ਤੇ ਪ੍ਰੋਫੈਸ਼ਨ ਤੋਂ ਸੈਟੀਸਫਾਈ? ਮੈਂ ਸੈਟੀਸਫਾਈ ਹਾਂ ਸਰ। ਕੋਈ ਗਿਲਾ ਸ਼ਿਕਵਾ? ਨਹੀਂ, ਗਿਲਾ ਸ਼ਿਕਵਾ ਕੋਈ ਨਹੀਂ ਹੈ ਮੈਨੂੰ। ਐਕਚੁਅਲੀ ਗਿਲਾ ਸ਼ਿਕਵਾ ਆਪਣੀ ਜ਼ਿੰਦਗੀ ਤੋਂ ਹੈ ਨਹੀਂ। ਬਸ ਜਿਸ ਦਿਨ ਕਿਤੇ ਮਤਲਬ ਜਿਸ ਦਿਨ ਕਦੇ ਕੰਮ ਨਾ ਕਰਾਂ, ਜਿਸ ਦਿਨ ਮੈਨੂੰ ਕਿਤੇ 2-4 ਦਿਨ ਬਾਹਰ ਜਾਣਾ ਪੈ ਜੇ, ਮੇਰੇ ਉਹ 2-4 ਦਿਨ ਕੱਢਣੇ ਔਖੇ ਹੋ ਜਾਂਦੇ ਆ। ਮੈਂ ਲਾਸਟ ਡੇਜ਼ ਹੁਣੇ ਆਊਟ ਆਫ ਕੰਟਰੀ ਸੀਗਾ, ਅਤੇ ਉਹ ਆਊਟ ਆਫ ਕੰਟਰੀ ਦੇ ਵਿੱਚ ਮਤਲਬ ਮੈਨੂੰ ਆਪਣੇ ਉੱਥੇ ਦਿਨ ਲੰਘਾਉਣੇ ਔਖੇ ਹੋ ਗਏ ਵੀ ਮੈਂ ਇੱਥੇ ਕਿਵੇਂ, ਮਤਲਬ ਹਾਲਾਂਕਿ ਆਪਾਂ ਬਾਹਰ ਜਾ ਕੇ ਇੰਜੋਏ ਕਰਦੇ ਹਾਂ, ਬਾਹਰ ਜਾ ਕੇ ਘੁੰਮਦੇ ਹਾਂ ਫਿਰਦੇ ਹਾਂ, ਉੱਥੋਂ ਦਾ ਮਾਹੌਲ ਦੇਖਦੇ ਹਾਂ, ਉੱਥੋਂ ਦਾ ਕਲਚਰ ਦੇਖਦੇ ਹਾਂ, ਮਤਲਬ ਬਟ ਮੈਨੂੰ 5ਵੇਂ-6ਵੇਂ ਦਿਨ ਆਏ ਹੋ ਗਿਆ ਸੀ ਵੀ ਮੇਰੀ ਰਿਟਰਨ ਟਿਕਟਸ ਕਰਾ ਦਿਓ, ਮੈਂ ਜਾਵਾਂ, ਬਸ ਮੈਂ ਆਪਣਾ ਕੰਮ ਕਰਨਾ। ਮੈਂ ਕੰਮ ਤੋਂ ਦੂਰ ਨਹੀਂ ਰਹਿ ਸਕਦਾ, ਮੇਰੀ ਬਹੁਤ ਵੱਡੀ ਪ੍ਰੋਬਲਮ ਹੈ। ਜਿਸ ਦਿਨ ਮੈਂ ਕੰਮ ਤੋਂ ਦੂਰ ਹੋ ਜਾ ਤਾਂ ਮੈਨੂੰ ਐਂ ਲੱਗਣ ਲੱਗ ਜਾਂਦਾ ਉਹ ਦਿਨ ਮੇਰਾ ਮਤਲਬ ਕਿ ਕਿਤੇ ਨਾ ਕਿਤੇ ਯੂਜ਼ ਨਹੀਂ ਹੋਇਆ। ਮਤਲਬ ਉਹ ਦਿਨ ਬਸ ਇੱਦਾਂ ਹੀ ਆਇਆ, ਇੱਦਾਂ ਹੀ ਚਲਾ ਗਿਆ, ਉਹ ਦਿਨ ਯੂਜ਼ ਨਹੀਂ ਹੋਇਆ। ਮਤਲਬ ਉਹ ਦਿਨ ਕਿਸੇ ਮਤਲਬ ਉਸ 'ਚ ਨਹੀਂ ਲੱਗਿਆ, ਜੇ ਆਪਾਂ ਕਹਿ ਦਈਏ ਪੰਜਾਬੀ, ਕਿਸੇ ਭਾ ਨਹੀਂ ਗਿਆ ਦਿਨ ਉਹ। ਤਾਂ ਇਹ ਹੋ ਜਾਂਦਾ ਹੈ। ਇਹਨੂੰ ਪ੍ਰੋਬਲਮ ਮੰਨਦੇ ਹੋ ਕਿ ਐਡਵਾਂਟੇਜ ਮੰਨਦੇ? ਸਰ ਇਹ ਐਡਵਾਂਟੇਜ ਹੈ ਦੇਖਿਆ ਜਾਵੇ ਤਾਂ, ਕਿਉਂਕਿ ਜੇ ਆਪਾਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਬਾਹਰ ਨਿਕਲਾਂਗੇ ਤਾਂ ਹੀ ਬਿਜ਼ਨਸ ਵਧੂਗਾ। ਇੱਕ ਜਗ੍ਹਾ ਤੇ ਸਟਕ ਹੋ ਕੇ ਵੀ ਦੇਖਿਆ ਜਾਵੇ ਤਾਂ ਬਿਜ਼ਨਸ ਨਹੀਂ ਵੱਧਦਾ ਸਰ। ਜੇ ਮਾਰਕੀਟ ਦੇ ਵਿੱਚ ਆਪਾਂ ਨੂੰ ਕਿਤੇ ਨਾ ਕਿਤੇ ਨਿਕਲਣਾ ਹੀ ਪੈਂਦਾ ਹੈਗਾ। ਜੇ ਆਪਾਂ ਗਰੋ ਕਰਨਾ ਤਾਂ ਮਾਰਕੀਟ 'ਚ ਤੁਹਾਨੂੰ ਨਿਕਲਣਾ ਹੀ ਪਏਗਾ, ਘਰ ਤੋਂ ਬਾਹਰ ਪੈਰ ਪਾਉਣਾ ਹੀ ਪੈਣਾ ਹੈਗਾ। ਜੇ ਆਪਾਂ ਹੁਣ ਜੇ ਮੈਂ ਅੱਜ ਸੋਚਾਂ ਵੀ ਮੈਂ ਸੈਟਅਪ ਕਰ ਲਿਆ, ਮੇਰੀ ਅੱਛੀ ਸੇਲ ਹੈ, ਮੇਰੇ ਕੋਲ 20 EMPLOYEES ਕੰਮ ਕਰ ਰਹੇ, ਮੈਨੂੰ ਅੱਗੇ ਕੰਮ ਕਰਨ ਦੀ ਕੀ ਲੋੜ ਹੈ, ਤਾਂ ਫਿਰ ਅੱਗੇ ਕੰਮ ਕਿਵੇਂ ਵਧੇਗਾ? ਤਾਂ ਮੈਂ ਇਸ ਚੀਜ਼ ਨੂੰ ਇਹ ਸੋਚਦਾ ਹੈਗਾ ਵੀ ਮਤਲਬ ਕਿ ਐਡਵਾਂਟੇਜ ਲੈ ਕੇ ਚੱਲੋ, ਬਸ ਬਾਹਰ ਦੇ ਮਤਲਬ ਕਿ ਦੇਖੋ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਮਾਰਕੀਟ ਦੇ ਵਿੱਚ, ਬਸ ਉਹਨੂੰ ਕਿਤੇ ਨਾ ਕਿਤੇ ਜੋ ਚੀਜ਼ਾਂ ਮਤਲਬ ਆਪਣੇ ਮਾਈਂਡ ਦੇ ਵਿੱਚ ਰੱਖਣ ਵਾਲੀਆਂ ਉਹਨੂੰ ਰੱਖ ਲਓ, ਬਾਕੀ ਨੂੰ ਕੱਢ ਦਿਓ। ਆਖਰੀ ਸਵਾਲ ਹੋਊਗਾ ਕਿ ਜੋ ਤੁਹਾਡੇ EMPLOYEES ਨੇ ਤੁਹਾਡੇ ਕੋਲ ਕੰਮ ਕਰਦੇ ਨੇ, ਜ਼ਿਆਦਾ ਘੁਲੇ ਮਿਲੇ ਕਿਹਦੇ ਨਾਲ? ਮੇਰੇ ਨਾਲ। ਕਿਉਂ? ਪਿਆਰ ਨਾਲ ਰੱਖਣਾ, ਗੁੱਸਾ ਘੱਟ ਕਰਨਾ, ਥੋੜਾ ਜਿਹਾ ਫੀਲਿੰਗਸ ਨੂੰ ਸਮਝਣਾ ਉਹਨਾਂ ਦੀਆਂ।
ਕਿਤੇ ਨਾ ਕਿਤੇ ਵੀ ਮਤਲਬ ਕਿ ਉਹਨਾਂ ਦੀਆਂ ਫੀਲਿੰਗਸ ਨੂੰ ਮੈਂ ਜ਼ਿਆਦਾ ਸਮਝਦਾ ਹੈਗਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਫੀਲਿੰਗਸ ਨੂੰ ਉਹਨਾਂ ਦੀ ਫੋਲੋ ਕਰਦਾ, ਉਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਹੈ, ਪਰੇਸ਼ਾਨੀ ਹੈ, ਜ਼ਰੂਰਤ ਹੈ, ਤਾਂ ਉਸ ਚੀਜ਼ ਨੂੰ ਥੋੜ੍ਹਾ ਵੱਧ ਸਮਝਦਾ ਅੱਛੀ ਤਰ੍ਹਾਂ। ਇਹ ਸਮਝਦੇ ਆ ਬਟ ਇਹ ਥੋੜ੍ਹਾ ਜਿਹਾ ਪ੍ਰੋਫੈਸ਼ਨਲੀ ਚੱਲਦੇ ਆ। ਪ੍ਰੋਫੈਸ਼ਨਲੀ ਇੱਕ ਹੁੰਦਾ ਥੋੜ੍ਹਾ ਪ੍ਰੋਫੈਸ਼ਨਲੀ ਚੱਲਣਾ, ਇੱਕ ਹੁੰਦਾ ਥੋੜ੍ਹਾ ਪਰਸਨਲੀ ਚੱਲਣਾ। ਬੌਸ ਟਾਈਪ ਮੈਂ ਥੋੜ੍ਹਾ ਪਰਸਨਲੀ ਚੱਲਦਾ, ਮੈਨੂੰ ਪਰਸਨਲੀ ਰਹਿਣ ਦੀ ਆਦਤ ਹੈ ਥੋੜ੍ਹਾ ਜਿਹਾ, ਮਤਲਬ ਥੋੜ੍ਹਾ ਜਿਹਾ ਆਪਣੇ EMPLOYEES ਦੀ ਮੈਨੂੰ ਇਹ ਲੱਗਦਾ ਪ੍ਰੋਬਲਮਸ ਨੂੰ ਸਮਝਣਾ ਚਾਹੀਦਾ ਹੈਗਾ। ਫਿਰ ਮਤਲਬ ਸ਼ਾਇਦ ਜਦੋਂ ਇਹਨਾਂ ਨਾਲ ਤੁਸੀਂ ਲੜਦੇ ਹੋਗੇ ਐਂ ਕਹਿੰਦੇ ਨੇ ਵੀ ਲੱਗਦਾ ਯਾਰ ਸਾਡਾ ਸਰ ਭਰਿੰਡਾ ਖਾ ਕੇ ਆਇਆ ਹੈਨਾ, ਕਰਦੇ ਹੋਣੇ ਅੰਦਰ ਤਾਂ ਗੱਲਾਂ। ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਯਾਰ ਉਸ ਤਰ੍ਹਾਂ ਦੇ ਨਾਲ ਚੱਲਿਆ ਜਾਵੇ ਨਾਰਮਲੀ ਕਿ ਬਸ? ਨਹੀਂ, ਮੈਂ ਇਹਨਾਂ ਨੂੰ ਹਮੇਸ਼ਾ ਆਹੀ ਗੱਲ ਕਹਿੰਦਾ ਕਿ ਜਿੱਦਾਂ ਦਾ ਬਿਹੇਵੀਅਰ ਸਾਡੇ ਨਾਲ ਰਿਹਾ, ਜੇ ਤੁਹਾਡੇ ਨਾਲ ਉਦਾਂ ਦਾ ਨਹੀਂ ਆ ਤਾਂ ਤੁਸੀਂ ਆਪਣਾ ਸਮਝ ਕੇ ਕਰੋ ਹਮੇਸ਼ਾ ਕੰਮ। ਬਸ ਮੈਂ ਇਹਨਾਂ ਨੂੰ ਆਹੀ ਗੱਲ ਕਹਿਣਾ, ਪਰ ਆਹ ਨੁਕਸਾਨ ਵਗੈਰਾ ਜੋ ਵੀ ਚਲੋ। ਅੱਛਾ ਬਾਈ, ਮੈਂ ਆਖਰੀ ਸੁਨੇਹਾ ਜ਼ਰੂਰ ਲੈਣਾ ਚਾਹੂੰਗਾ ਨੌਜਵਾਨੀ ਦੇ ਲਈ, ਉਹ ਨੌਜਵਾਨਾਂ ਦੇ ਲਈ ਜਿਹੜੇ ਸ਼ਾਇਦ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਪਰ ਜਿਵੇਂ ਤੁਸੀਂ ਕਿਹਾ ਕਿ ਉਹ ਪਿੱਛੇ ਹਟ ਜਾਂਦੇ ਨੇ ਪ੍ਰੋਬਲਮਸ ਨੂੰ ਦੇਖ ਕੇ, ਚਾਹੇ ਉਹ ਫਾਈਨੈਂਸ਼ੀਅਲ ਪ੍ਰੋਬਲਮ ਆ, ਚਾਹੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ, ਆਲੇ ਦੁਆਲੇ ਦੇ ਤਾਨੇ ਮਿਹਣਿਆਂ ਤੋਂ ਮੇਨ ਗੱਲ ਹੈ ਕਿ ਆਲੇ ਦੁਆਲੇ ਦੇ ਤਾਨੇ ਮਿਹਣੇ ਤੋਂ ਅੱਕ ਕੇ ਕਿ ਜੇ ਮੈਂ ਆਹ ਕੀਤਾ ਤਾਂ ਉਹ ਕੀ ਕਹੂਗਾ ਜਾਂ ਲੋਕ ਕੀ ਕਹਿਣਗੇ, ਉਹਨਾਂ ਨੂੰ ਕੀ ਕਹੂਗਾ? ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਭ ਤੋਂ ਵੱਡੀ ਦਿੱਕਤ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਮਤਲਬ ਆਪਾਂ ਨਾ ਬਹੁਤ ਵੱਡੇ ਵੱਡੇ ਆਪਣੇ ਜਿਹੜੇ ਆਪਣੇ ਮੋਟੀਵੇਸ਼ਨ ਹੈ ਉਹ ਬਹੁਤ ਵੱਡੀਆਂ ਚੂਜ਼ ਕਰ ਲੈਂਦੇ ਆ। ਤੁਸੀਂ ਆਪਣੇ ਨੇੜੇ ਦੇ ਲੋਕਾਂ ਤੋਂ ਕਿਉਂ ਨਹੀਂ ਮੋਟੀਵੇਟ ਹੁੰਦੇ? ਮਤਲਬ ਸਭ ਤੋਂ ਵੱਡੀ ਮਤਲਬ ਮੇਰਾ ਕਹਿਣ ਦਾ ਇਹ ਹੈਗਾ ਭਾ ਵੀ ਤੁਸੀਂ ਦਿੱਕਤ ਕੀ ਹੈ ਕਿ ਜੇ ਤੁਸੀਂ ਕਿਸੇ ਦੀ ਜੇ ਕੋਈ ਸਕਸੈਸ ਹੋ ਰਿਹਾ ਨਾ, ਆਪਣੇ ਲੋਕ ਕੀ ਕਰਦੇ ਨੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਥੱਲੇ ਡਿੱਗਣ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਤਾਨੇ ਮਾਰਨ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਹੇਟ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਨੂੰ ਨਹੀਂ ਲੱਗਦਾ ਵੀ ਜੇ ਤੁਸੀਂ ਸਕਸੈਸ ਹੋਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਕਿਸੇ ਦੀ ਜਿਹੜੀ ਸਕਸੈਸ ਹੋ ਰਹੀ ਹੈਗੀ ਹੈ ਤੇ ਉਹਨੂੰ ਸਭ ਤੋਂ ਪਹਿਲਾਂ ਤਾਂ ਜਰਨਾ ਸਿੱਖੋ, ਉਹਨੂੰ ਥੋੜਾ ਡਾਈਜੈਸਟ ਕਰਨਾ ਸਿੱਖੋ ਤੇ ਕਿਸੇ ਦੂਰ ਦੇ ਜੈਫ ਬੇਜ਼ੋਸ, ਆਪਾਂ ਨਾਮ ਲੈ ਦਿੰਦੇ ਹਾਂ, ਐਲਨ ਮਸਕ, ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਜੀ। ਕੋਈ ਨੇੜੇ ਤੇੜੇ ਦੇ ਕੋਈ ਆਪਣੇ ਪ੍ਰੋਫੈਸਰਸ ਨੂੰ ਦੇਖੋ, ਆਪਣੇ ਜਿਹੜੇ ਨਾਲ ਦੇ ਬਿਜ਼ਨਸਮੈਨ ਨੇ ਉਹਨਾਂ ਦੀ ਮਤਲਬ ਆਪਾਂ ਇੱਕ ਮਹੀਨਾ ਉਹਨਾਂ ਨੂੰ ਫੋਲੋ ਕਰਨ ਨਾਲੋਂ ਉਹਨਾਂ ਨਾਲ 20-25 ਮਿੰਟ ਬੈਠ ਕੇ ਜਿਹੜੇ ਤੁਹਾਡੇ ਨਾਲ ਸਕਸੈਸ ਹੋਏ ਨੇ ਉਹਨਾਂ ਨੂੰ ਮਿਲ ਲਓ। ਬਟ ਉਹਨਾਂ 'ਚ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਜੇ ਇਹਨਾਂ ਨੂੰ ਮਿਲਾਂਗੇ ਤਾਂ ਸਾਡਾ ਮਤਲਬ ਕਿਤੇ ਨਾ ਕਿਤੇ ਸਾਡੀ ਈਗੋ ਡਾਊਨ ਹੋ ਜਾਊਗੀ, ਸਾਡਾ ਐਟੀਟਿਊਡ ਡਾਊਨ ਹੋ ਜਾਊਗਾ। ਤਾਂ ਉਹ ਇੱਕ ਬਹੁਤ ਵੱਡਾ ਪੁਆਇੰਟ ਹੈਗਾ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮਿਲੋ, ਉਹਨਾਂ ਨੂੰ 1 ਮਹੀਨਾ ਦੇਣ ਨਾਲੋਂ ਇਹਦੇ ਨਾਲ 20 ਮਿੰਟ ਬੈਠ ਕੇ ਗੱਲ ਕਰ ਲਓ, ਉਹ ਤੁਹਾਨੂੰ ਜ਼ਿਆਦਾ ਅੱਛਾ ਜ਼ਿੰਦਗੀ ਦਾ ਗਿਆਨ ਦੇ ਦਊਗਾ। ਠੀਕ ਹੈ ਜੀ, ਕਿਤੇ ਬਾਹਰ ਭੱਜਣ ਨਾਲੋਂ। ਸਭ ਤੋਂ ਪਹਿਲਾਂ ਤਾਂ ਇਹ ਪੁਆਇੰਟ ਹੋ ਗਿਆ। ਦੂਜਾ ਪੁਆਇੰਟ ਇਹ ਹੋ ਗਿਆ ਕਿ ਜਿਸ ਪ੍ਰੋਫੈਸ਼ਨ ਨੂੰ ਤੁਸੀਂ ਚੂਜ਼ ਕਰ ਲਿਆ ਐਟਲੀਸਟ ਉਹਨੂੰ ਕੁਛ ਟਾਈਮ ਦਿਓ ਆਪਣਾ। ਕੀ ਹੈ ਕਿ 5 ਦਿਨ ਬਾਅਦ ਮੈਂ ਤਾਂ ਪ੍ਰੋਫੈਸ਼ਨ ਚੇਂਜ ਕਰ ਲਿਆ ਜੀ, ਅੱਜ ਮੈਂ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਿਹਾ, ਕੱਲ੍ਹ ਮੈਂ ਰੈਸਟੋਰੈਂਟ ਖੋਲ੍ਹ ਰਿਹਾ, ਪਰਸੋਂ ਮੈਂ ਲਾਂਡਰੀ ਦਾ ਕੰਮ ਚੂਜ਼ ਕਰ ਲਿਆ ਜੀ। ਮਤਲਬ ਕੁਛ ਨਾ ਕੁਛ ਕਰੋ, ਬਟ ਮਤਲਬ ਕੁਛ ਤਾਂ ਕਰੋ ਨਾ, ਬਟ ਇੱਕ ਜਗ੍ਹਾ ਲੱਗ ਕੇ ਕਰੋ। ਹੁਣ ਜੇ ਤੁਸੀਂ ਸੋਚੋ ਵੀ ਹਰ ਤੁਸੀਂ ਤੀਜੇ ਦਿਨ ਪ੍ਰੋਫੈਸ਼ਨ ਚੇਂਜ ਕਰ ਰਹੇ ਹੋ ਤੇ ਤੁਹਾਨੂੰ ਸਕਸੈਸ ਮਿਲ ਜਾਏਗੀ ਤਾਂ ਇਹ ਤਾਂ ਭੁੱਲ ਜਾਓ ਬਿਲਕੁਲ ਵੀ। ਠੀਕ ਹੈ ਜੀ, ਤਾਂ ਇਹ ਇੱਕ ਦੂਸਰਾ ਪੁਆਇੰਟ ਹੋ ਗਿਆ। ਤੀਸਰਾ ਪੁਆਇੰਟ ਇਹ ਹੋ ਗਿਆ ਜੀ ਕਿ ਫੋਕਸਡ ਹੋ ਕੇ ਕੰਮ ਕਰੋ, ਕੁਛ ਵੀ ਕਰੋ ਫੋਕਸਡ ਹੋ ਕੇ ਕਰੋ। ਠੀਕ ਹੈ ਜੀ, ਤੁਹਾਡਾ ਪੂਰਾ ਧਿਆਨ ਉੱਥੇ ਹੀ ਹੋਣਾ ਚਾਹੀਦਾ ਹੈਗਾ। ਬਟ ਅੱਜ ਕੱਲ੍ਹ ਕੀ ਕਰਦੇ ਨੇ ਆਪਣਾ, ਅੱਛਾ ਜੀ ਉਹਦਾ ਇਹ ਚੱਲ ਰਿਹਾ, ਉਹ ਚਾਹ ਵੇਚ ਰਿਹਾ ਮੈਂ ਵੀ ਚਾਹ ਵੇਚੂੰਗਾ, ਉਹ ਸੇਬ ਦੀ ਰੇਹੜੀ ਲਾ ਰਿਹਾ ਮੈਂ ਵੀ ਸੇਬ ਲਾਊਂਗਾ। ਠੀਕ ਹੈ ਜੀ, ਅੱਛਾ ਅਕਸ਼ ਜੀ ਦਾ ਪੀਜ਼ਾ ਦਾ ਕੰਮ ਬਹੁਤ ਵਧੀਆ ਚੱਲ ਰਿਹਾ, ਚਲੋ ਜੀ ਮੈਂ ਵੀ ਪੀਜ਼ਾ ਦਾ ਆਊਟਲੈਟ ਖੋਲ੍ਹ ਲੈਂਦਾ ਹੈਗਾ। ਅੱਛਾ ਜੀ ਉਹਨਾਂ ਨੇ 버ਗਰ ਦਾ ਆਊਟਲੈਟ ਖੋਲ੍ਹ ਲਿਆ, ਮੈਂ ਵੀ 버ਗਰ ਦਾ ਆਊਟਲੈਟ ਖੋਲ੍ਹ ਲੈਂਦਾ। ਤਾਂ ਇਹ ਚੀਜ਼ਾਂ ਬਹੁਤ ਚੱਲ ਰਹੀਆਂ। ਜੇ ਅਗਲਾ ਸੇਬ ਵੇਚ ਰਿਹਾ, ਤੁਸੀਂ ਜ਼ਰੂਰੀ ਥੋੜ੍ਹੀ ਸੇਬ ਹੀ ਵੇਚਣੇ ਆ, ਤੁਸੀਂ ਕੁਛ ਹੋਰ ਵੇਚ ਲਓ। ਠੀਕ ਹੈ ਜੀ, ਜੇ ਕੰਪੀਟੀਸ਼ਨ ਦੇ ਵਿੱਚ ਵੀ ਆ ਰਹੇ ਹੋ ਤਰੀਕੇ ਨਾਲ ਆਓ। ਬਟ ਅੱਜ ਕੱਲ੍ਹ ਕੀ ਹੈ, ਭੇਡ ਚਾਲ ਚੱਲ ਪਈ ਹੈ। ਜਿਹੜੀ ਆਪਣੀ ਇੱਥੇ ਓਪਰਚੁਨਿਟੀਜ਼ ਘੱਟ ਹੋਣ ਦਾ ਰੀਜ਼ਨ ਕੀ ਹੈ ਕਿ ਕੋਈ ਕੁਛ ਨਵਾਂ ਕਰਨਾ ਹੀ ਨਹੀਂ ਚਾਹੁੰਦਾ। ਹੁਣ ਦੇਖੋ ਮਾਰਕੀਟ ਦੇ ਵਿੱਚ ਰੈਸਟੋਰੈਂਟ ਤਾਂ ਚੱਲ ਰਹੇ ਸੀਗੇ, ਮੈਂ 24/7 ਕਿਉਂ ਖੋਲ੍ਹਿਆ? ਮੈਂ ਰਾਤ ਨੂੰ ਡਿਲੀਵਰੀਜ਼ ਦੇਣੀਆਂ ਸ਼ੁਰੂ ਕੀਤੀਆਂ ਇੱਕ ਰੀਜ਼ਨੇਬਲ ਰੇਟਸ 'ਤੇ। ਠੀਕ ਹੈ ਜੀ, ਤਾਂ ਬਟ ਅੱਜ ਮਤਲਬ ਉਹ ਕੀ ਹੈਗਾ ਕਿ ਮੈਂ ਕੁਛ ਨया ਕਰਨਾ ਚਾਹੁੰਦਾ ਸੀ ਆਪਦਾ। ਮੈਂ ਚਾਹੁੰਦਾ ਤਾਂ ਉਹਨਾਂ ਦੇ ਬਰਾਬਰ ਕੋਈ ਨਾ ਕੋਈ ਆਪਣਾ ਕੰਪੀਟੀਸ਼ਨ ਖੋਲ੍ਹ ਲੈਂਦਾ, ਕੁਛ ਨਾ ਕੁਛ ਆ ਜਾਂਦਾ ਵੀ ਚਲੋ ਕੁਛ ਨਾ ਕੁਛ ਧੀਰੇ ਧੀਰੇ ਹੌਲੀ ਹੌਲੀ ਕਰਕੇ ਕੁਛ ਨਾ ਕੁਛ ਅਸੀਂ ਵੀ ਮਾਰਕੀਟ ਦੇ ਵਿੱਚ ਆ ਜਾਂਦੇ। ਬਟ ਮੈਂ ਆਪਣਾ ਅਲੱਗ ਕੀਤਾ ਤਾਂ ਤੁਸੀਂ ਵੀ ਕੁਛ ਅਲੱਗ ਕਰੋ। ਓਪਰਚੁਨਿਟੀਜ਼ ਲੱਭਣਾ ਕੋਈ ਨਹੀਂ ਚਾਹੁੰਦਾ। ਦੇਖੋ ਸਰ, ਪਤਾ ਕੀ ਦਿੱਕਤ ਹੈ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਬੰਦੇ ਨੂੰ ਜੌਬ ਕਰਨੀ ਪੈਂਦੀ ਹੈ। ਤੁਸੀਂ ਵੀ ਕੀਤੀ ਹੈ, ਠੀਕ ਹੈ ਜੀ, ਮੈਂ ਵੀ ਕਰ ਰਿਹਾ ਕਿਸੇ ਦੀ ਜੌਬ। ਮੈਂ ਅੱਜ ਲਵਜ਼ ਬਾਈਟ ਦੇ ਅੰਡਰ ਕੰਮ ਕਰ ਰਹੇ ਹਾਂ। ਬਟ ਅੱਜ ਕੱਲ੍ਹ ਕੀ ਹੈ ਕਿ ਜੌਬ ਜਿਹੜੀ ਹੈਗੀ ਹੈ ਉਹ ਜੌਬ ਹੀ ਨਹੀਂ ਸਹੀ ਤਰ੍ਹਾਂ ਕਰਨਾ ਚਾਹੁੰਦੇ। ਸਰ ਜੇ ਅੱਜ ਤੁਸੀਂ ਜੌਬ ਹੀ ਨਹੀਂ ਸਹੀ ਤਰ੍ਹਾਂ ਕਰ ਰਹੇ, ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਕੱਲ੍ਹ ਨੂੰ ਤੁਸੀਂ ਬਿਜ਼ਨਸ ਅੱਛੀ ਤਰ੍ਹਾਂ ਕਰੋਗੇ? ਜੇ ਅੱਜ ਤੁਸੀਂ ਜੌਬ 'ਚ ਆਪਣਾ 100% ਨਹੀਂ ਦੇ ਪਾ ਰਹੇ, ਇੱਕ ਵਰਡ ਹੈ ਕਿ ਮਤਲਬ ਤੁਸੀਂ ਆਪਣਾ ਜੇ ਤੁਹਾਨੂੰ 1000 ਰੁਪਏ ਮਿਲ ਰਿਹਾ ਕਿਸੇ ਕੰਮ ਦੇ ਵਿੱਚੋਂ ਤਾਂ ਉੱਥੇ ਆਪਣਾ 10,000 ਦਾ ਕੰਮ ਦਿਓ, ਤਾਂ ਬਹੁਤ ਜਲਦੀ ਤੁਹਾਨੂੰ ਮਤਲਬ 10,000 ਰੁਪਏ ਮਿਲਣ ਲੱਗ ਜਾਊਗਾ। ਬਟ ਤੁਹਾਡਾ ਕੰਮ
1000 ਰੁਪੀਸ ਵਾਲਾ ਹੀ ਹੋਊਗਾ। ਬਟ ਇਹ ਕੀ ਹੈਗਾ ਕਿ ਅੱਜ ਕੱਲ੍ਹ ਕੀ ਕਰਦੇ ਆ, ਸਾਨੂੰ ਸੈਲਰੀ ਮਿਲੀ 8000 ਵਾਲੀ ਤਾਂ ਅਸੀਂ 8000 ਦਾ ਹੀ ਕੰਮ ਕਰਕੇ ਦੇਵਾਂਗੇ, ਅਸੀਂ 8000 ਤੋਂ ਨਾ 1 ਰੁਪਏ ਵੱਧ ਕਰੀਏ ਨਾ 1 ਰੁਪਏ ਘੱਟ ਕਰੀਏ, ਸਾਡਾ ਇੰਨਾ ਹੀ ਕੰਮ ਹੈ। ਕਿਸੇ ਨੂੰ ਪੁੱਛੋ ਵੀ ਤੂੰ ਆ ਕਿਉਂ ਕਰ ਰਿਹਾ, ਸਾਡਾ ਇੰਨਾ ਹੀ ਕੰਮ ਹੈ ਜੀ, ਸਾਡਾ ਕੰਮ ਹੈ ਡਿਲੀਵਰੀ ਦੇਣਾ, ਮੈਂ ਇਕੱਲੀ ਡਿਲੀਵਰੀ ਦਊਂਗਾ। ਜੇ ਤੁਸੀਂ ਮੈਨੂੰ ਕਹੋਗੇ ਵੀ ਮੈਂ ਅੰਦਰ ਕੰਮ ਕਰ ਲਾਂ, ਮੈਨੂੰ ਕਿਚਨ ਦਾ ਕੰਮ ਸਿੱਖ ਲਾਂ, ਤਾਂ ਉਹ ਨਹੀਂ ਕਰਨਗੇ। ਤਾਂ ਇਹ ਵੀ ਇੱਕ ਹੈਗਾ ਕਿ ਤੁਸੀਂ ਮਤਲਬ ਜੋ ਤੁਹਾਨੂੰ ਮਿਲ ਰਿਹਾ ਹਮੇਸ਼ਾ ਉਸ ਤੋਂ ਐਕਸਟਰਾ ਕਰਕੇ ਵੀ ਮਤਲਬ ਕਿ ਪੇ ਕਰ, ਮਤਲਬ ਜੋ ਤੁਹਾਡਾ ਓਨਰ ਹੈ, ਜੋ ਤੁਹਾਡਾ ਜਿਨ੍ਹਾਂ ਨੇ ਤੁਹਾਨੂੰ ਐਮਪਲੋਇਰ ਹੈ, ਜਿਨ੍ਹਾਂ ਨੇ ਤੁਹਾਨੂੰ ਹਾਇਰ ਕੀਤਾ ਹੋਇਆ ਹੈਗਾ, ਬਾਹਰ ਜਾ ਕੇ ਵੀ ਤਾਂ ਆਪਾਂ ਧੱਕੇ ਖਾਂਦੇ ਹਾਂ ਨਾ ਸਰ। ਤਾਂ ਇੱਥੇ ਥੋੜ੍ਹੇ ਜਿਹੇ ਐਫਰਟਸ ਕਰਕੇ ਦੇਖ ਲਓ, ਆਪਣੇ ਪੇਰੈਂਟਸ ਦੇ ਨਾਲ ਨਾਲ ਰਹਿ ਲਓ। ਪਹਿਲਾਂ ਤਾਂ ਆਪਾਂ ਉਹਨਾਂ ਦਾ 20-25 ਲੱਖ ਰੁਪਏ ਬਾਹਰ ਜਾ ਕੇ ਇਨਵੈਸਟ ਕਰਵਾਉਂਦੇ ਹਾਂ, ਫਿਰ ਉਸ ਤੋਂ ਬਾਅਦ ਸੋਚਦੇ ਹਾਂ ਇੱਥੇ ਉੱਥੇ ਮੁੰਡਾ ਜਾ ਕੇ ਐਸ਼ ਕਰ ਰਿਹਾ ਹੁੰਦਾ ਤੇ ਇੱਥੇ ਬਾਪੂ ਦੀ ਪਹਿਲੀ ਵੀਕਨ ਤੇ ਆਈ ਹੁੰਦੀ ਹੈ। ਠੀਕ ਹੈ ਜੀ, ਤਾਂ ਉਹ ਕਰਨ ਨਾਲੋਂ ਆਪਣਾ ਜੋ ਕੰਮ ਤੁਸੀਂ ਉੱਥੇ ਜਾ ਕੇ ਕਰ ਰਹੇ ਹੋ ਪਹਿਲਾਂ ਇੱਥੇ ਫੋਕਸ ਰਹੋ। ਕਹਿੰਦੇ ਜੀ ਜੌਬਸ ਹੈ ਨਹੀਂ, ਮੈਂ ਇਸ ਚੀਜ਼ ਨੂੰ ਜਮਾਂ ਨਹੀਂ ਮੰਨਦਾ ਵੀ ਜੌਬਸ ਹੈ ਨਹੀਂ ਗੀਆਂ, ਤੁਸੀਂ ਕਰੋ ਤਾਂ ਸਹੀ। ਹੁਣ ਕਿਤੋਂ ਦਾ ਮੈਂ ਸੁਣਿਆ ਸੀਗਾ ਇੱਕ ਇੱਕ ਲੜਕਾ ਕਿਸੇ ਕੰਪਨੀ ਦੇ ਵਿੱਚ, ਕਿਸੇ ਫੈਕਟਰੀ ਦੇ ਵਿੱਚ ਜੌਬ ਕਰਦਾ ਸੀਗਾ ਤੇ ਉਹ ਫੈਕਟਰੀ ਸੀਗੀ 100 ਕਰੋੜ ਸੇ ਲਮਸਮ। ਠੀਕ ਹੈ ਜੀ, ਤਾਂ ਉਹ ਜਿਹੜੇ ਫੈਕਟਰੀ ਦੇ ਓਨਰ ਸੀਗੇ ਤੇ ਉਹਨਾਂ ਦੇ ਘਰੇ ਉਹ ਮਤਲਬ ਉਹ ਬਿਲਕੁਲ ਆਲਮੋਸਟ ਮਤਲਬ ਉਹਨਾਂ ਦੀ ਏਜ ਕੰਪਲੀਟ ਹੋ ਚੁੱਕੀ ਸੀਗੀ। ਠੀਕ ਹੈ ਜੀ, ਬਿਲਕੁਲ ਐਂਡ ਪੁਆਇੰਟ ਤੇ ਸੀਗੇ। ਤਾਂ ਉਹ ਆਪਣਾ ਉਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਡਿਜ਼ਰਵ ਨਹੀਂ ਕਰਦਾ ਸੀ ਉਸ ਕੰਪਨੀ ਨੂੰ ਵੀ, ਜੇ ਉਹ ਚਾਹੁੰਦੇ ਸੀ ਵੀ ਜੇ ਐਟਲੀਸਟ ਇਹ ਵਧੇ ਨਾ ਤਾਂ ਘਟੇ ਵੀ ਨਾ। ਅਗਰ ਜੇ ਹੁਣ ਮੈਂ 100 ਕਰੋੜ ਦਾ ਕੰਮ ਕਰ ਰਿਹਾ ਤਾਂ 100 ਕਰੋੜ ਤੇ ਹੀ ਖੜੀ ਰਵੇ, ਇਟਸ ਓਕੇ। ਤਾਂ ਉਹਨਾਂ ਨੇ ਆਪਣੀ ਪੂਰੀ ਦੀ ਪੂਰੀ ਫੈਕਟਰੀ, ਇਹ ਰੀਅਲ ਹੈਗਾ, ਇਸ 'ਤੇ ਬੁੱਕ ਵੀ ਲਿਖੀ ਗਈ ਆ, ਉਹਨਾਂ ਨੇ ਪੂਰੀ ਦੀ ਪੂਰੀ ਫੈਕਟਰੀ ਆਪਣੇ EMPLOYE ਦੇ ਨਾਮ ਕਰਤੀ ਵੀ ਇਹ ਸਾਰਾ ਕੰਮ ਦੇਖ ਸਕਦਾ, ਕਿਉਂਕਿ ਉਹ EMPLOYE ਨੂੰ ਉਸ ਫੈਕਟਰੀ ਦੇ ਨਟ ਬੋਲਟ ਤੋਂ ਲੈ ਕੇ ਉਹ ਫੈਕਟਰੀ ਦੇ 100 ਕਰੋੜ ਤੱਕ ਦਾ ਸਾਰਾ ਕੁਝ ਪਤਾ ਸੀਗਾ। ਬਟ ਅੱਜ ਕੱਲ੍ਹ ਕੀ ਹੈ, ਜੇ ਮੈਂ ਡਰਾਈਵਰ ਹਾਂ ਤਾਂ ਮੈਂ ਡਰਾਈਵਰੀ ਹੀ ਕਰੂੰਗਾ। ਠੀਕ ਹੈ ਜੀ, ਜੇ ਮੈਂ ਹਸਪੀਟਲ ਦੇ ਵਿੱਚ ਕੰਪਾਊਂਡਰ ਹਾਂ ਮੈਂ ਕੰਪਾਊਂਡਰ ਹੀ ਰਹੂੰਗਾ, ਬਸ ਸਾਰੀ ਉਮਰ ਡਾਕਟਰ ਨਹੀਂ ਬਣਨਾ ਉਹਨੇ। ਜੇ ਮੈਂ ਡਿਲੀਵਰੀ ਬੋਏ ਹਾਂ ਤਾਂ ਮੈਂ ਡਿਲੀਵਰੀ ਬੋਏ ਰਹੂੰਗਾ। ਤਾਂ ਇਹ ਇੱਕ ਬਹੁਤ ਵੱਡਾ ਫੰਡਾ ਹੈਗਾ ਕਿ ਜੇ ਤੁਸੀਂ ਜਿੰਨਾ ਵੀ ਕੰਮ ਕਰ ਰਹੇ ਹੋ ਮਤਲਬ ਐਟਲੀਸਟ ਕੁਛ ਨਾ ਕੁਛ ਅੱਗੇ ਸਿੱਖਣ ਦੀ ਕੋਸ਼ਿਸ਼ ਕਰੋ, ਕੁਛ ਨਾ ਕੁਛ ਉਸੇ ਫੀਲਡ ਦੇ ਵਿੱਚ। ਦੇਖੋ ਸਰ, ਹਰ ਫੀਲਡ ਦੇ ਵਿੱਚ ਓਪਰਚੁਨਿਟੀਜ਼ ਦੀ ਕਮੀ ਨਹੀਂ ਹੈ, ਨਾ ਰੈਸਟੋਰੈਂਟ 'ਚ ਓਪਰਚੁਨਿਟੀਜ਼ ਹੈ, ਨਾ ਤੁਹਾਡੀ ਜਰਨਲਿਜ਼ਮ ਲਾਈਨ ਦੇ ਵਿੱਚ ਓਪਰਚੁਨਿਟੀਜ਼ ਘੱਟ ਹੈ। ਠੀਕ ਹੈ ਜੀ, ਘੱਟ ਤਾਂ ਹੈ ਨਹੀਂ ਗਿਆ ਨਾ ਕਿਤੇ ਵੀ। ਲੱਭਦੀਆਂ ਕਿਹਨੂੰ ਹੈ? ਜਿਹੜਾ ਕਰਨਾ ਚਾਹੁੰਦਾ ਕੁਛ। ਕਿਸੇ ਹੋਰ ਨੂੰ ਕਿਉਂ ਨਹੀਂ ਲੱਭਦੀਆਂ? ਜਿਹੜਾ ਨਹੀਂ ਕਰਨਾ ਚਾਹੁੰਦਾ ਉਹਨੂੰ ਘਰੇ ਬੈਠੇ ਸਭ ਨੂੰ ਸਕਸੈਸ ਚਾਹੀਦੀ ਹੈ, ਘਰੇ ਬੈਠੇ ਸਭ ਨੂੰ ਕੰਮ ਚਾਹੀਦਾ। ਸਾਡੇ ਕੋਲ ਆਉਣਗੇ, ਅਸੀਂ ਜੀ ਬਾਹਰ ਜਾਣਾ, ਸਾਨੂੰ 6 ਮਹੀਨੇ ਕੰਮ ਸਿਖਾ ਦਿਓ, ਕੰਮ ਕਰਨਗੇ। ਅੱਛਾ ਜੀ, ਐਂ ਵੀ ਕਰਨਾ ਪੈਣਾ, ਉੱਥੇ ਜਾ ਕੇ ਕਰ ਲਾਂਗੇ ਫਿਰ, ਇੱਥੇ ਤਾਂ ਨਹੀਂ ਹੁੰਦਾ। ਇੱਥੇ ਕਿਉਂ ਨਹੀਂ ਕਰਨਾ ਜੀ? ਬਾਹਰ ਜੇ ਮੇਰੇ ਯਾਰ ਦੋਸਤ ਆ ਗਏ ਫਿਰ ਸ਼ਰਮ ਮਾਰਦੀ। ਸਾਡੇ ਵੀ ਕੁਝ ਬੰਦੇ ਨੇ ਅਸੀਂ ਡਿਲੀਵਰੀ ਬਾਈਕ ਲੈ ਕੇ ਆਪਦੇ ਘਰੇ ਨਹੀਂ ਜਾਣਾ ਜੀ। ਕਿਉਂ ਨਹੀਂ ਜਾਣਾ? ਸਾਨੂੰ ਤਾਂ ਸਰ ਜੇ ਡਿਲੀਵਰੀ ਬਾਈਕ ਤੇ ਦੇਖ ਲਿਆ ਫਿਰ। ਮਤਲਬ ਇਹ ਚੀਜ਼ ਸਭ ਤੋਂ ਵੱਡੀ ਦਿੱਕਤ ਹੈਗੀ ਹੈ ਕਿ ਸ਼ਰਮ ਸਰ ਕੰਮ 'ਚ ਕਾਹਦੀ ਸ਼ਰਮ ਹੈ? ਜੇ ਅੱਜ ਤੁਸੀਂ ਆਪਣੇ ਦੁਕਾਨ ਦੇ ਅੰਦਰ ਹੀ ਪੋਚਾ ਨਹੀਂ ਲਾ ਸਕਦੇ ਹੈਗੇ, ਇਸ ਚੀਜ਼ ਦੀ ਕੀ ਗਾਰੰਟੀ ਹੈਗੀ ਹੈ ਵੀ ਜਿੱਥੇ ਤੁਸੀਂ ਜੌਬ ਕਰ ਰਹੇ ਹੋ ਉੱਥੇ ਪੋਚਾ ਨਹੀਂ ਲਾ ਸਕਦੇ? ਤਾਂ ਇਸ ਚੀਜ਼ ਦੀ ਕੀ ਗਾਰੰਟੀ ਹੈ ਤੁਸੀਂ ਅੱਗੇ ਜਾ ਕੇ ਆਪਦੇ ਬਿਜ਼ਨਸ ਨੂੰ ਖੜਾ ਕਰ ਲਓਗੇ? ਕਰਨਾ ਤਾਂ ਆਪਾਂ ਕੁਛ ਵੀ ਨਹੀਂ ਚਾਹੁੰਦੇ ਹੈਗੇ, ਤੇ ਚਾਹੀਦਾ ਆਪਾਂ ਨੂੰ ਸਾਰਾ ਕੁਛ ਹੈ। ਤੁਹਾਡੇ ਵਰਗਾ, ਜਸ ਭਾਜੀ ਵਰਗਾ, ਸਨੇਹ ਭਾਜੀ ਵਰਗਾ ਬਣਨਾ ਤਾਂ ਸਾਰਿਆਂ ਨੂੰ ਹੈ, ਰਾਹੁਲ ਸਰ ਵਰਗਾ ਬਣਨਾ ਤਾਂ ਸਾਰਿਆਂ ਨੂੰ ਹੈ, ਕਰਨਾ ਕੁਛ ਨਹੀਂ, ਘਰੇ ਬੈਠੇ ਹੀ ਸਭ ਕੁਝ ਚਾਹੀਦਾ ਹੈਗਾ। ਮਤਲਬ ਲੋਕ ਕੀ ਕਹਿਣਗੇ ਮਾਰ ਜਾਂਦਾ ਇੱਥੇ। ਹਾਂਜੀ, ਲੋਕ ਕੀ ਕਹਿਣਗੇ? ਉਹ ਮੇਰੇ ਬਾਰੇ ਕੀ ਸੋਚੂਗਾ? ਮੇਰੀ ਫੈਮਿਲੀ ਕੀ ਕਹੂਗੀ? ਮੇਰੀ ਭੂਆ ਜੀ ਦਾ ਘਰ ਹੈ ਜੀ, ਉੱਧਰ ਮੈਂ ਡਿਲੀਵਰੀ ਨਹੀਂ ਦੇਣ ਜਾਣਾ। ਕਿਉਂ ਨਹੀਂ ਜਾਣਾ ਜੀ? ਮੇਰੀ ਭੂਆ ਜੀ ਦਾ ਘਰ ਹੈ ਉੱਥੇ, ਜੇ ਉਹਨਾਂ ਨੇ ਮੈਨੂੰ ਡਿਲੀਵਰੀ ਦਿੰਦੇ ਦੇਖ ਲਿਆ। ਮਤਲਬ ਕਿ ਕੋਈ ਵੀ ਐਕਚੁਅਲ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਤੁਸੀਂ ਓਪਰਚੁਨਿਟੀਜ਼, ਮੌਕੇ ਲੱਭਦੇ ਹੋ ਤਾਂ ਮੌਕਿਆਂ ਦੀ ਕਮੀ ਕਿਤੇ ਵੀ ਹੈ ਨਹੀਂ ਗੀ। ਬਾਕੀ ਥੋੜ੍ਹਾ ਮਤਲਬ ਅੱਜ ਕੱਲ੍ਹ ਦਾ ਜੋ ਦੇਖੋ ਜੀ, ਮੈਨੂੰ ਇਹ ਲੱਗਦਾ ਵੀ ਜੇ ਅੱਜ ਕੱਲ੍ਹ ਨਾ ਜਿਵੇਂ ਇੱਕ ਉਹ ਚੱਲਿਆ ਹੋਇਆ ਵੀ ਜਵਾਨੀ ਸਾਡੀ ਸਾਰੀ ਨਸ਼ਿਆਂ 'ਚ ਰੁਲ ਗਈ, ਐਂ ਹੋ ਗਿਆ ਜੀ, ਦੇਖੋ ਦੇਖ ਚੱਲ ਪਿਆ ਜੀ। ਤਾਂ ਮੇਰਾ ਤਾਂ ਇਹੀ ਕਹਿਣਾ ਹੈਗਾ ਸਰ ਵੀ ਜਦੋਂ ਤੱਕ ਤੁਸੀਂ ਆਪ ਸਹੀ ਹੋ ਨਾ, ਤੁਹਾਨੂੰ ਕੋਈ ਨਹੀਂ ਖਰਾਬ ਕਰ ਸਕਦਾ। ਠੀਕ ਹੈ ਜੀ, ਇਹ ਹੈ। ਹੁਣ ਰਾਹੁਲ ਕਿਉਂ ਨਹੀਂ ਨਸ਼ੇ ਕਰਦਾ? ਮੈਂ ਕਿਉਂ ਨਹੀਂ ਕਰਦਾ? ਠੀਕ ਹੈ ਜੀ, ਮੈਨੂੰ ਕੋਈ ਕਹਿ ਦੇ ਇੰਨੀ ਤੁਹਾਡੀ ਆਡੀਅנס ਦੇਖ ਰਹੀ ਹੈ ਵੀ ਅਸੀਂ ਇਹਨੂੰ ਠੇਕੇ 'ਤੇ ਖੜਾ ਦੇਖਿਆ ਜੀ, ਅਸੀਂ ਕਿਉਂ ਨਹੀਂ ਕਰਦੇ? ਸਾਡਾ ਕੰਟਰੋਲ ਹੈ ਆਪਣੇ 'ਤੇ, ਇਹਨਾਂ ਦਾ ਕਿਉਂ ਨਹੀਂ ਹੈ? ਕਿਉਂ ਆਪਾਂ ਉਹਨਾਂ ਨੂੰ ਐਕਚੁਅਲ ਦੇ ਵਿੱਚ ਮੈਂ ਕਿਤੇ ਨਾ ਥੋੜ੍ਹੀ ਜਿਹੀ ਗਲਤੀ ਉਹਨਾਂ ਦੇ ਮਾਂ ਪਿਓ ਦੀ ਵੀ ਕੱਢਣਾ ਚਾਹੂੰਗਾ, ਕਿਉਂਕਿ ਬਹੁਤ ਕੁਛ ਉਹਨਾਂ ਨੂੰ ਪਹਿਲੇ ਹੀ ਹੈਂਡ ਓਵਰ ਕਰ ਦਿੰਦੇ ਆ ਉਹਨਾਂ ਦੀ ਏਜ ਤੋਂ ਪਹਿਲਾਂ। ਅਸੀਂ ਦੇਖਦੇ ਹੁੰਦੇ ਸੀ, ਮੇਰੇ ਖਿਆਲ 20 ਸਾਲ ਦੀ ਉਮਰ ਤੱਕ ਅਰਾਊਂਡ ਕੀ ਪਤਾ ਹੀ ਨਹੀਂ ਸੀ ਵੀ ਮਤਲਬ ਵਹੀਕਲਸ ਐਕਚੁਅਲ ਦੇ ਵਿੱਚ ਹੁੰਦੇ ਕੀ ਆ ਸਹੀ ਤਰੀਕੇ ਨਾਲ, ਆਪਦੇ ਵਹੀਕਲ ਜਿਹਨੂੰ ਕਹਿ ਦਿੰਦੇ ਹੈਗੇ ਆ। ਬਟ ਅੱਜ ਕੱਲ੍ਹ ਤੁਸੀਂ ਦੇਖ ਲਓ, ਅੱਜ ਕੱਲ੍ਹ 18 ਸਾਲ ਦੇ ਬੱਚਿਆਂ ਕੋਲੇ ਗੱਡੀਆਂ, ਥਾਰ ਲੈ ਕੇ ਆ ਰਹੇ ਆ, 17 ਸਾਲ ਦੇ ਬੱਚੇ ਕੋਲੇ ਥਾਰ ਆ ਆਪਦੀ। ਮਤਲਬ ਮੈਂ ਕਹਿੰਦਾ ਕਿ ਉਹਨਾਂ ਨੂੰ ਦਿਓ, ਉਸ 'ਚ ਕੋਈ ਦੋ ਰਾਏ ਨਹੀਂ ਹੈਗੀ ਹੈ, ਬਟ ਉਹਨਾਂ ਨੂੰ ਉਸ ਚੀਜ਼ ਦੀ ਅਹਿਮੀਅਤ ਤਾਂ ਪਤਾ ਹੋਣੀ ਚਾਹੀਦੀ ਹੈ ਨਾ। ਅੱਜ ਕੱਲ੍ਹ ਦੇ ਬੱਚਿਆਂ ਦੇ ਛੋਟੇ ਬੱਚਿਆਂ ਦੇ ਐਕਸੀਡੈਂਟ ਹੋ ਰਹੇ ਹੈਗੇ ਆ, ਇਹ ਕਿਉਂ ਹੋ ਰਹੇ? ਇਹ ਮੁੱਦੇ ਕਿਉਂ ਨਹੀਂ ਖਤਮ ਹੁੰਦੇ? ਕਿਉਂਕਿ ਮਾਂ ਪਿਓ ਦਾ ਆਪਣੇ ਬੱਚਿਆਂ ਦੇ ਕੰਟਰੋਲ ਹੀ ਖਤਮ ਹੋ ਗਿਆ।
ਤਾਂ ਕੁਛ ਨਾ ਕੁਛ ਮੈਨੂੰ ਲੱਗਦਾ ਕਿ ਆਪਣੇ ਥੋੜਾ ਜਿਹਾ ਪੇਰੈਂਟਸ ਨੂੰ ਵੀ ਥੋੜਾ ਜਿਹਾ ਆਪਣਾ ਆਪਣੇ ਆਪ ਦੇ ਵਿੱਚ ਥੋੜਾ ਚੇਂਜਸ ਲੈ ਕੇ ਆਉਣੇ ਚਾਹੀਦੇ ਹੈਗੇ ਆ, ਤੇ ਜਿਹੜੇ ਬੱਚੇ ਅੱਗੇ ਹੈਗੇ ਆ ਉਹਨਾਂ ਨੂੰ ਵੀ ਕਿਤੇ ਸਮਝਣਾ ਚਾਹੀਦਾ ਵੀ ਜੇ ਸਾਡੇ ਕੋਲ ਅੱਜ 10 ਲੱਖ ਦੀ ਚੀਜ਼ ਹੈ, 20 ਲੱਖ ਦੀ ਚੀਜ਼ ਹੈ, ਤਾਂ ਇਹਦੀ ਕੀ ਅਹਿਮੀਅਤ ਹੈ ਸਾਡੇ ਲਈ। ਤਾਂ ਮਤਲਬ ਤੁਸੀਂ ਕਿਸੇ ਵੀ ਮੁਕਾਮ ਤੇ ਚਲੇ ਜਾਓ ਸਰ, ਆਪਣੇ ਨਾ ਔਖੇ ਟਾਈਮ ਨੂੰ, ਨੀਵੇਂ ਟਾਈਮ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈਗਾ। ਤਾਂ ਅਸੀਂ ਕਿਸੇ ਵੀ ਮੁਕਾਮ ਤੇ ਚਲੇ ਜਾਂਦੇ ਹਾਂ, ਬਹੁਤ ਲੋਕ ਮਾੜਾ ਵੀ ਕਹਿੰਦੇ ਆ, ਬਹੁਤ ਲੋਕ ਚੰਗਾ ਵੀ ਕਹਿੰਦੇ ਆ, ਬਹੁਤ ਨਿੰਦਣ ਵਾਲੇ ਵੀ ਆਉਂਦੇ ਆ, ਤਾਂ ਆਏ ਹੈ ਜੀ, ਇਹ ਤਾਂ ਆਏ ਹੈ ਜੀ। ਬਟ ਇਹ ਹੈ ਵੀ ਜੇ ਤੁਸੀਂ ਆਪਣੇ ਹਮੇਸ਼ਾ ਮਾੜੇ ਟਾਈਮ ਨੂੰ ਯਾਦ ਕਰਕੇ ਚੱਲੋ, ਠੀਕ ਹੈ ਜੀ, ਕਿ ਅਸੀਂ ਕਿਸੇ ਟਾਈਮ ਉਹ ਵੀ ਸੀਗੇ। ਦੂਜੀ ਗੱਲ, ਵਧਣਾ ਕਦੇ ਨਾ ਛੱਡੋਗੇ। ਜੇ ਤੁਸੀਂ ਵਧਣਾ ਨਹੀਂ ਛੱਡ ਰਹੇ ਤਾਂ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਵੀ ਪਾਵਰ ਤੁਹਾਨੂੰ ਰੋਕ ਸਕਦੀ ਹੈਗੀ ਹੈ। ਤੇ ਇੱਕ ਭਗਵਾਨ ਨੂੰ ਹਮੇਸ਼ਾ ਯਾਦ ਰੱਖੋ, ਰੱਬ ਨੂੰ ਹਮੇਸ਼ਾ ਚੇਤੇ ਰੱਖੋ, ਰੱਬ ਬੰਦੇ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਗ੍ਰੈਟੀਟਿਊਡ ਹਮੇਸ਼ਾ ਲੈ ਕੇ ਚੱਲੋ ਕਿ ਮਤਲਬ ਕਿ ਅਸੀਂ ਕੀ ਸੀਗੇ ਤੇ ਸਾਨੂੰ ਕੀ ਬਣਾਤਾ, ਠੀਕ ਹੈ ਜੀ। ਮੇਰੇ ਬਾਬਾ ਜੀ ਦਾ ਬੜਾ ਸਾਥ ਰਿਹਾ ਮੇਰੇ ਨਾਲ ਜ਼ਿੰਦਗੀ 'ਚ, ਜਿਨ੍ਹਾਂ ਨੂੰ ਮੈਂ ਮੰਨਦਾ, ਪਰਸਰਾਮ ਨਗਰ ਪੀਰਖਾਨਾ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਮੰਨਦਾ ਹੈਗਾ। ਤਾਂ ਮੇਰਾ ਜ਼ਿੰਦਗੀ ਦੇ ਵਿੱਚ ਉਹ ਮੈਨੂੰ ਇੱਕੋ ਹੀ ਗੱਲ ਸਿਖਾਉਂਦੇ ਹੁੰਦੇ ਆ ਵੀ ਮਤਲਬ ਕਿ ਉਹਨਾਂ ਨੇ ਮੈਨੂੰ ਕਦੇ ਇਹ ਨਹੀਂ ਕਿਹਾ ਵੀ ਅਕਸ਼ੇ ਆਪਣੀ ਇੰਨੀ ਕੀ ਚਾਦਰ ਆਪਾਂ ਇੰਨੇ ਕੀ ਪੈਰ ਖਿਲਾ ਲਾਂਗੇ। ਉਹ ਮਤਲਬ ਕਹਿੰਦੇ ਨੇ ਇੱਕ ਹੌਸਲਾ ਹੁੰਦਾ, ਕਿ ਬੂਸਟ ਪਾਵਰ ਹੁੰਦੀ ਹੈਗੀ, ਬੂਸਟ ਕਰ ਦੇਣਾ ਇੱਕ ਬੰਦੇ ਨੂੰ। ਤਾਂ ਹਮੇਸ਼ਾ ਮੈਨੂੰ ਇੱਕੋ ਚੀਜ਼ ਕਹਿੰਦੇ ਹੁੰਦੇ ਹੈਗੇ ਆ ਵੀ ਮਤਲਬ ਆਪਣੇ ਹੋਪ ਫॉर ਦੀ ਬੈਸਟ ਐਂਡ ਪ੍ਰੀਪੇਅਰ ਫॉर ਦੀ ਲਾਸਟ। ਵੀ ਤੁਸੀਂ ਆਪਣਾ ਹੋਪ ਫॉर ਦੀ ਬੈਸਟ, ਹਮੇਸ਼ਾ ਆਪਣਾ ਬੈਸਟ ਦਿਓ ਹਰ ਚੀਜ਼ ਦੇ ਵਿੱਚ। ਮੈਂ ਆਪਣੇ EMPLOYEES ਨੂੰ ਇਹੀ ਚੀਜ਼ ਸਮਝਾਉਂਦਾ ਹੁੰਦਾ ਵੀ ਤੁਸੀਂ ਫੂਡ ਦੇ ਵਿੱਚ ਆਪਣਾ ਬੈਸਟ ਦੇ ਦਿਓ। ਸਾਡੇ ਇੱਥੇ ਬੇਸਿਕਲੀ ਅਸੀਂ ਦੋਨੇ ਹੀ ਸ਼ੈਫ ਹੈ, ਉਸ ਤੋਂ ਬਾਅਦ ਅਸੀਂ ਸਾਰੇ ਟ੍ਰੇਨਡ ਕੀਤੇ ਹੋਏ ਆ। ਇਹੋ ਜਿਹਾ ਕੋਈ ਨਹੀਂ ਹੈ ਕਿ ਸਾਡਾ ਕੋਈ ਸ਼ੈਫ ਆ ਕੇ ਸਾਡਾ ਕੋਈ ਫੂਡ ਰੈਡੀ ਕਰ ਰਿਹਾ, ਇਹੋ ਜਿਹਾ ਕੋਈ ਸੀਨ ਨਹੀਂ ਹੈ ਸਾਡੇ। ਅਸੀਂ ਹੀ ਸਾਰੇ ਕ੍ਰਿਊ ਮੈਂਬਰਸ ਨੂੰ, ਕਿਸੇ ਨੂੰ ਫਿਰ ਉਸ ਤੋਂ ਬਾਅਦ ਪੋਸਟ ਦੇਤੀ, ਕਿਸੇ ਨੂੰ ਸ਼ਿਫਟ ਸੁਪਰਵਾਈਜ਼ਰ ਬਣਾਤਾ, ਕੋਈ ਕ੍ਰਿਊ ਮੈਂਬਰ ਹੈ, ਕੋਈ ਡਿਲੀਵਰੀ ਬॉय ਤੇ ਆ ਗਿਆ, ਠੀਕ ਹੈ ਜੀ, ਇੱਦਾਂ ਚੱਲ ਪਿਆ। ਬਟ ਅਸੀਂ ਉਹਨਾਂ ਨੂੰ ਇਹੀ ਚੀਜ਼ ਸਮਝਾਉਂਦੇ ਹਾਂ ਵੀ ਤੁਸੀਂ ਹਮੇਸ਼ਾ ਆਪਣਾ ਬੈਸਟ ਦਿਓ। ਉਸ ਤੋਂ ਬਾਅਦ ਜੇ ਕਸਟਮਰ ਨਿੰਦਦਾ ਤਾਂ ਇਟਸ ਓਕੇ, ਕੋਈ ਗੱਲ ਨਹੀਂ, ਉਹ ਉਹਦੀ ਪ੍ਰੋਬਲਮ ਹੈ। ਜੇ ਉਹਨੂੰ ਸਮਝ ਨਹੀਂ ਆ ਰਿਹਾ ਸਾਡਾ ਫੂਡ, ਇਟਸ ਓਕੇ, ਅਸੀਂ ਆਪਣਾ ਬੈਸਟ ਦੇਤਾ ਨਾ, ਦੈਟਸ ਆਲ। ਅਸੀਂ ਆਪਣੀ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕਰਦੇ, ਸਾਰੀ ਮਾਰਕੀਟ ਨੂੰ ਪਤਾ। ਜਿਹੜੇ ਫੂਡ ਸਾਡਾ ਲਾਈਕ ਕਰਦੇ ਨੇ ਉਹਨਾਂ ਨੂੰ ਪਤਾ ਕਿ ਅਸੀਂ ਆਪਣੀ ਕੁਆਲਿਟੀ 'ਚ ਕੰਪਰੋਮਾਈਜ਼ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ। ਤੁਸੀਂ ਇਹ ਲਗਾ ਲਓ ਕਿ ਅਸੀਂ ਮਤਲਬ ਥੋੜ੍ਹੀ ਜਿਹੀ ਗੱਲ ਥੋੜ੍ਹੀ ਹੋਰ ਬਿਜ਼ਨਸ ਵਾਲੇ ਪਾਸੇ ਆ ਗਈ ਕਿ ਮਤਲਬ ਮੈਂ ਜਿੰਨਾ ਹੋ ਸਕੇ ਆਪਣੀ ਜਿਹੜੀ ਕੁਆਲਿਟੀ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਸਾਡੇ ਜਿੰਨੇ ਬਾਈਕਸ ਹੈ, ਜਿੰਨੇ ਬੈਗਸ ਹੈ, ਸਾਰੇ ਸਿਲਵਰ ਇੰਸੂਲੇਟਡ ਹੈ ਅੰਦਰੋਂ ਦੀ, ਵੀ ਫੂਡ ਠੰਡਾ ਨਾ ਹੋਵੇ, ਠੀਕ ਹੈ ਜੀ। ਜੇ ਉਸ ਤੋਂ ਬਾਅਦ ਵੀ ਹੁਣ ਕਸਟਮਰ ਕੰਪਲੇਂਟ ਕਰ ਰਿਹਾ, ਸਾਡਾ ਡਿਲੀਵਰੀ ਟਾਈਮ ਬਹੁਤ ਜ਼ਿਆਦਾ ਮਿਨੀਮਮ ਹੈ। ਦੇਖੋ ਸਰ, ਫੂਡ ਨੂੰ ਪ੍ਰੀਪੇਅਰ ਕਰਨ ਦਾ ਟਾਈਮ ਹੁਣ ਜ਼ਿਆਦਾ ਰਹਿੰਦਾ ਕਿਉਂਕਿ ਫੂਡ ਫਰੈਸ਼ ਹੈ ਸਾਰਾ। ਜੇ ਹੁਣ ਅਸੀਂ ਫਰੋਜ਼ਨ ਫੂਡ ਸਾਰਾ ਯੂਜ਼ ਕਰਦੇ ਹੋਈਏ ਤਾਂ ਕੁਇਕਲੀ ਅਸੀਂ ਫੂਡ ਦੇ ਦਈਏ ਕਿ 5 ਮਿੰਟਸ 'ਚ ਤੁਸੀਂ ਆਰਡਰ ਕੀਤਾ, 5 ਮਿੰਟਸ 'ਚ ਓਕੇ ਰੈਡੀ, ਦੈਨ ਪਿਕ ਅਪ ਯੂਰ ਫੂਡ ਐਂਡ ਦੈਨ ਗੋ, ਠੀਕ ਹੈ ਜੀ। ਬਟ ਸਾਡਾ ਕੀ ਹੈ, ਸਾਡੇ ਮੈਨਿਊ ਦੇ ਪਿੱਛੇ ਮੈਂਸ਼ਨਸ ਕੀਤਾ ਹੋਇਆ ਕਿ 20 ਤੋਂ 25 ਮਿੰਟ ਅਸੀਂ ਘੱਟੋ ਘੱਟ ਫੂਡ ਦੀ ਪ੍ਰੈਪਰੇਸ਼ਨ ਟਾਈਮ ਲੈ ਕੇ ਚੱਲਦੇ ਹਾਂ। ਮੈਨੂੰ ਲੱਗਦਾ ਜੇ ਤੁਸੀਂ ਗੁੱਡ ਫੂਡ ਖਾਣਾ ਹੈ, ਜੇ ਆਪਾਂ ਘਰੇ ਆਪਣੇ ਮੰਮਾ ਨੂੰ ਰੋਟੀ ਲਈ ਕਾਲ ਕਰਦੇ ਹਾਂ ਤਾਂ ਮਿਨੀਮਮ ਟਾਈਮ ਹੈ ਕਿ ਉਹ 20 ਤੋਂ 25 ਮਿੰਟ ਆਪਣੀ ਡਿਸ਼ ਨੂੰ ਲਗਾ ਦਿੰਦੇ ਆ। ਵੀ ਜੇ ਉਹਨਾਂ ਨੇ ਇੱਕ ਅਲੱਗ ਸਬਜ਼ੀ ਬਣਾਉਣੀ, ਅੱਧਾ ਘੰਟਾ ਲੱਗ ਜਾਂਦਾ ਹੈਗਾ। ਤਾਂ ਸਰ ਤੁਸੀਂ ਆਪਣੀ ਚੋਇਸ ਦਾ ਆਰਡਰ ਕਰ ਰਹੇ ਹੋ ਤਾਂ ਉਹਦੇ ਲਈ ਪੇਸ਼ੈਂਸ ਹੈ ਨਹੀਂ ਆ, ਕੁਇਕਲੀ ਚਾਹੀਦਾ, ਸਭ ਕੁਝ ਕੁਇਕ ਹੋਣਾ ਚਾਹੀਦਾ ਸਰ। ਜੇ ਇੰਨਾ ਮਤਲਬ ਨੋ ਡਾਊਟ ਕਿ ਜਲਦੀ ਸਭ ਨੂੰ ਹੈਗੀ ਹੈ, ਪਰ ਜਲਦੀ ਲਈ ਵੀ ਤਾਂ ਟਾਈਮ ਚਾਹੀਦਾ ਨਾ। ਆਪਾਂ ਕਹਿ ਦਿੰਦੇ ਮੈਨੂੰ ਜਲਦੀ ਹੈ, ਜਲਦੀ ਕਰਦੇ, ਪਰ ਜਲਦੀ ਲਈ ਵੀ ਤਾਂ ਇੱਕ ਟਾਈਮ ਚਾਹੀਦਾ। ਉਹ ਜਲਦੀ ਲਈ ਜਿਹੜਾ ਆਪਣਾ ਟਾਈਮ ਹੈਗਾ ਤਾਂ ਉਹ ਥੋੜ੍ਹਾ ਜਿਹਾ ਮਤਲਬ ਕਿਤੇ ਨਾ ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਵੀ ਥੋੜ੍ਹੀ ਪੇਸ਼ੈਂਸ ਰੱਖਣੀ ਚਾਹੀਦੀ ਹੈ। ਵੀ ਜਦੋਂ ਆਰਡਰ ਕਰ ਲੈਂਦੇ ਨੇ ਉਹਨਾਂ ਨੂੰ ਥੋੜ੍ਹਾ ਇਹ ਚਾਹੀਦਾ ਹੈਗਾ ਵੀ ਆਪਣੀ ਪੇਸ਼ੈਂਸ ਰੱਖਣ ਨਾ ਆਪਣੇ ਅੰਦਰ ਥੋੜ੍ਹੀਆਂ ਜਿਹੀਆਂ। ਵੀ ਮਤਲਬ ਹੁਣ ਤੁਸੀਂ ਇਹ ਦੇਖੋ, ਕੋਈ ਡਿਲੀਵਰੀ ਬॉय ਤੁਹਾਡੇ ਕੋਲੇ, ਇੱਕ ਡਿਲੀਵਰੀ ਰਾਈਡਰ ਫੂਡ ਲੈ ਕੇ ਆ ਰਹੇ, ਚਾਹੇ ਉਹ ਕਿਸੇ ਵੀ ਕੰਪਨੀ ਦਾ, ਡਜ਼ਨਟ ਮੈਟਰ, ਉਹ ਸਾਡਾ ਕਿਸੇ ਵੀ ਕੰਪਨੀ ਦਾ ਹੈਗਾ, ਤਾਂ ਉਹ ਜੇ ਤੁਹਾਡੇ ਕੋਲ ਫੂਡ ਲੈ ਕੇ ਆ ਰਿਹਾ ਤਾਂ ਥੋੜ੍ਹੀ ਜਿਹੀ ਤਾਂ ਪੇਸ਼ੈਂਸ ਰੱਖੋ ਨਾ। ਆਪਾਂ ਉਹਨੂੰ ਬੈਕ ਟੂ ਬੈਕ ਕਾਲ ਕਰ ਰਹੇ ਹਾਂ, ਯਾਰ ਅਗਲਾ ਰਾਈਡ ਕਰ ਰਿਹਾ, ਜੇ ਉਹ ਡਿੱਗ ਜੇ, ਉਹਦਾ ਐਕਸੀਡੈਂਟ ਹੋ ਜੇ। ਹੁਣ ਰਾਤ ਨੂੰ ਅਸੀਂ 4-4 ਵਜੇ ਫੂਡ ਡਿਲੀਵਰ ਕਰਦੇ ਹਾਂ, ਠੀਕ ਹੈ। ਬਟ ਹੁਣ ਸਾਡੀ ਲੋਕੇਸ਼ਨਸ ਜਿਹੜੀਆਂ ਆਦੇਸ਼, ਏਮਸ, ਇੰਨੀ ਦੂਰ ਦੀ ਲੋਕੇਸ਼ਨਸ ਨੇ। ਬਟ ਉੱਥੇ ਕੀ ਹੈ, ਮਤਲਬ ਮੈਨੂੰ ਲੱਗਦਾ ਪੇਸ਼ੈਂਸ ਲੈਵਲ ਆਲਮੋਸਟ ਖਤਮ ਹੋ ਚੁੱਕਿਆ ਹੈਗਾ। ਤਾਂ ਪੇਸ਼ੈਂਸ ਕਿਤੇ ਨਾ ਕਿਤੇ ਰੱਖਣੀਆਂ ਚਾਹੀਦੀਆਂ ਵੀ। ਸਾਨੂੰ ਦੇਖੋ ਫੂਡ ਬਣਾਉਣ ਲਈ ਵੀ ਚਾਹੀਦਾ ਟਾਈਮ, ਚਾਹੀਦਾ ਅਤੇ ਡਿਲੀਵਰੀ ਲਈ ਵੀ। ਅਤੇ ਇੱਕ ਮੈਂ ਹੋਰ ਚੀਜ਼ ਕਹਿਣਾ ਚਾਹੂੰਗਾ ਕਿ ਗੁੱਡ ਫੂਡ ਨੂੰ ਨਾ ਹਮੇਸ਼ਾ ਕੁਛ ਵੀ ਤੁਹਾਡੇ ਅੱਖਾਂ ਦੇ ਮੂਹਰੇ ਅੱਛਾ ਹੋ ਰਿਹਾ ਨਾ, ਉਹਨੂੰ ਐਪਰੀਸ਼ੀਏਟ ਕਰੋ। ਆਪਣੀ ਸੋਸਾਇਟੀ 'ਚ ਅੱਜ ਦੀ ਡੇਟ ਦੇ ਵਿੱਚ ਇੱਕ ਪ੍ਰੋਬਲਮ ਆ ਗਈ ਕਿ ਆਪਾਂ ਐਪਰੀਸ਼ੀਏਟ ਹੀ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ। ਹੁਣ ਮੇਰੀ ਗੱਲ ਸੁਣੋ, ਕੋਈ ਕਿਸੇ ਨੂੰ ਸੜਕ ਪਾਰ ਕਰਾ ਰਿਹਾ, ਉਹਨੂੰ ਐਪਰੀਸ਼ੀਏਟ ਕਰਨ ਵਾਲਾ ਕੋਈ ਨਹੀਂ। ਹਾਂ ਠੀਕ ਹੈ, ਤੁਸੀਂ ਆਪਣਾ ਅੱਛਾ ਕਰ ਰਹੇ ਹੋ, ਬਟ ਮਾਰਕੀਟ ਹੁਣ ਜੇ ਉਹੀ ਮਤਲਬ ਕਿਸੇ ਨੂੰ ਲੱਤ ਮਾਰ ਕੇ ਡੇਗ ਦੇ ਤਾਂ ਉਹਦੀ ਵੀਡੀਓਜ਼ ਬਣ ਜਾਣਗੀਆਂ ਨਾ। ਹੁਣ ਅਸੀਂ ਕਈ ਵਾਰ ਕੀ ਦੇਖਦੇ ਹਾਂ, ਕੋਈ ਆਪਣੇ ਕਿਸੇ ਵੀ ਤਰ੍ਹਾਂ ਦੇ ਕੋਈ ਆਫਿਸਰਸ ਹੈ ਜਾਂ ਕਿਸੇ ਨੂੰ ਕੋਈ ਮੈਂਟਲੀ ਪ੍ਰੈਸ਼ਰ ਹੈ ਜਾਂ ਕੋਈ ਮੈਂਟਲੀ ਅਪਸੈਟ ਹੈ ਤਾਂ ਉਹਨਾਂ ਦੀਆਂ ਵੀਡੀਓਜ਼ ਬਣਾ ਰਹੇ ਹੈ। ਕੋਈ ਉਹਨਾਂ ਦਾ ਸਾਥ ਤਾਂ ਦੇਣਾ ਹੀ ਨਹੀਂ ਚਾਹੁੰਦਾ। ਹੁਣ ਆਪਣੀ ਪੁਲਿਸ ਹੈ, ਪੰਜਾਬ ਪੁਲਿਸ ਆਪਣੀ ਸੇਵਾ 'ਚ 24 ਘੰਟੇ ਹਾਜ਼ਰ ਰਹਿੰਦੀ ਹੈ। ਜੇ ਉਹਨਾਂ ਨੂੰ ਕੋਈ ਦਿੱਕਤ ਆ ਗਈ, ਕਦੇ ਉਹਨਾਂ ਨੂੰ ਤਾਂ ਕਿਸੇ ਨੇ ਕਿਹਾ ਨੀਗਾ ਵੀ ਭਾਈ ਰਾਤ ਨੂੰ ਸਾਡੇ ਕੋਲੇ ਆ ਜਿਓ, ਠੀਕ ਹੈ ਜੀ। ਅਤੇ ਪੁਲਿਸ ਦੀ ਜੇ ਕੋਈ ਦਿੱਕਤ ਆ ਜੇ ਤਾਂ ਨਾਲ ਦੀ ਨਾਲ ਵੀਡੀਓਜ਼ ਬਣ ਜਾਂਦੀਆਂ।
ਤਾਂ ਸੋਸ਼ਲ ਹੋਣ ਨਾਲੋਂ ਪਹਿਲਾਂ ਮੈਨੂੰ ਇਹ ਲੱਗਦਾ ਕਿ ਆਪਣੇ ਅੰਦਰ ਦਾ ਹਿਊਮਨ ਥੋੜਾ ਜਿਹਾ ਦਿਖਾਓ, ਹਿਊਮੈਨਿਟੀ ਦਿਖਾਣੀ ਚਾਹੀਦੀ ਹੈਗੀ ਹੈ, ਠੀਕ ਹੈ ਜੀ। ਆਪਣੀ ਇਨਸਾਨੀਅਤ ਨੂੰ ਬੰਦੇ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਅੱਛਾ ਐਮਪਲੋਈ ਬਣਨ ਤੋਂ ਪਹਿਲਾਂ, ਅੱਛਾ ਬਿਜ਼ਨਸਮੈਨ ਬਣਨ ਤੋਂ ਪਹਿਲਾਂ ਤੇ ਅੱਛਾ ਟੀਚਰ ਬਣਨ ਤੋਂ ਪਹਿਲਾਂ ਇੱਕ ਬੰਦੇ ਨੂੰ ਅੱਛਾ ਇਨਸਾਨ ਬਣਨਾ ਚਾਹੀਦਾ ਹੈਗਾ। ਪਰ ਅੱਜ ਕੱਲ੍ਹ ਕੀ ਹੈ, ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਜੀ। ਇਨਸਾਨੀਅਤ ਮੈਨੂੰ ਲੱਗਦਾ ਕਿ ਪਹਿਲਾਂ ਤੁਸੀਂ ਇੱਕ ਅੱਛੇ ਇਨਸਾਨ ਹੋਣੇ ਚਾਹੀਦੇ ਹੋ, ਉਸ ਤੋਂ ਬਾਅਦ ਤੁਸੀਂ ਇੱਕ ਅੱਛੇ ਬਾਪ ਬਣੋਗੇ, ਉਸ ਤੋਂ ਬਾਅਦ ਤੁਸੀਂ ਇੱਕ ਅੱਛੇ ਭਰਾ ਬਣੋਗੇ, ਠੀਕ ਹੈ ਜੀ, ਇੱਕ ਅੱਛੇ ਬॉयਫ੍ਰੈਂਡ ਬਣੋਗੇ। ਸਭ ਤੋਂ ਪਹਿਲਾਂ ਤੁਸੀਂ ਇੱਕ ਅੱਛੇ ਇਨਸਾਨ ਹੋਣੇ ਚਾਹੀਦੇ ਹੋ। ਤੁਹਾਡੇ ਅੰਦਰ ਹੀ ਇਨਸਾਨੀਅਤ ਜਿਹੜੀ ਹੈਗੀ ਹੈ ਉਹ ਕਦੇ ਵੀ ਨਹੀਂ ਖਤਮ ਹੋਣੀ ਚਾਹੀਦੀ ਗੀ। ਅਤੇ ਬਾਕੀ ਲੋਕਾਂ ਨੂੰ ਇਹੀ ਮੈਸੇਜ ਹੈ ਜੀ ਕਿ ਜੋ ਵੀ ਤੁਸੀਂ ਪ੍ਰੋਫੈਸ਼ਨ ਦੇ ਵਿੱਚੋਂ, ਤੁਸੀਂ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚੋਂ ਪਹਿਲਾਂ ਤਾਂ ਜੋ ਵੀ ਤੁਹਾਡੇ ਅੱਗੇ ਸਕਸੈਸ ਹੋ ਰਿਹਾ ਉਹਨੂੰ ਡਾਈਜੈਸਟ ਕਰਨਾ ਸਿੱਖੋ। ਬੈਕ ਬਾਈਟਸ ਬੰਦ ਕਰੋ। ਜਿਹੜੀ ਬੈਕ ਬਾਈਟਸ ਆ ਉਹ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਥੋੜ੍ਹੀਆਂ ਜਿਹੀਆਂ, ਕਿਉਂਕਿ ਰੱਬ ਵੀ ਉਹਦਾ ਸਾਥ ਦਿੰਦਾ। ਰੱਬ ਕਹਿੰਦਾ ਯਾਰ ਜਦੋਂ ਉਹ ਮਿਹਨਤ ਕਰ ਰਿਹਾ ਸੀ, ਜਦੋਂ ਉਹ ਕਾਮਯਾਬ ਹੋਇਆ, ਉਦੋਂ ਤਾਂ ਤੂੰ ਉਹਨੂੰ ਨਿੰਦ ਰਿਹਾ ਸੀ, ਹੁਣ ਤੂੰ ਆਪ ਉਸ ਸਕਸੈਸ 'ਤੇ ਜਾਣਾ ਚਾਹ ਰਹੇ ਆ ਤਾਂ ਉਹ ਤੁਹਾਨੂੰ ਉਹ ਸਕਸੈਸ ਕਿਉਂ ਦਊਗਾ? ਕਿਉਂਕਿ ਜਦੋਂ ਅਗਲਾ ਕੰਮ ਕਰ ਰਿਹਾ ਸੀ ਉਦੋਂ ਤਾਂ ਤੁਸੀਂ ਅਗਲੇ ਨੂੰ ਕਰਨ ਨਹੀਂ ਦੇ ਰਹੇ, ਅਗਲੇ ਦੇ ਬੈਕ ਬਾਈਟਸ ਕਰ ਰਹੇ ਹੋ ਕਿਸੇ ਨਾ ਕਿਸੇ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿਸੇ ਨਾ ਕਿਸੇ ਤਰੀਕੇ ਦੀਆਂ ਉਹੀ ਬੈਕ ਬਾਈਟਸ ਹੁੰਦੀਆਂ। ਤਾਂ ਉਹ ਬੈਕ ਬਾਈਟਸ ਨਾਲੋਂ ਸਰ ਤੁਸੀਂ ਪਹਿਲਾਂ ਆਪਣਾ ਕੰਮ 'ਤੇ ਫੋਕਸਡ ਰਹੋ, ਠੀਕ ਹੈ ਜੀ। ਕੰਮ 'ਤੇ ਫੋਕਸ ਰਹੋ, ਹਰ ਚੀਜ਼ ਨੂੰ ਬਰੀਕੀ ਨਾਲ ਸਮਝੋ। ਆਪਾਂ ਕੀ ਰਿਐਕਟ ਬਹੁਤ ਜਲਦੀ ਕਰਦੇ ਹਾਂ, ਰਿਐਕਸ਼ਨ ਆਪਣੀ ਬਹੁਤ ਤਗੜੀ, ਮਤਲਬ ਆਪਾਂ ਕਿਸੇ ਗੱਲ ਨੂੰ ਸੁਣਦੇ ਨਹੀਂ, ਰਿਐਕਟ ਪਹਿਲਾਂ ਆਉਂਦੇ। ਮਤਲਬ ਹੁਣ ਮੰਨ ਲਓ ਕਿਸੇ ਨੇ ਆਪਣੀ ਆ ਕੇ ਕੋਈ ਪ੍ਰੋਬਲਮ ਦੱਸੀ, ਜਸਟ ਫॉर ਆਪਣੇ EMPLOYE ਨੇ ਆਪਾਂ ਨੂੰ ਇਹ ਕਿਹਾ ਕਿ ਸਰ ਮੇਰੇ ਤੋਂ ਨਾ ਕੌਫੀ ਦਾ ਕੱਪ ਟੁੱਟ ਗਿਆ, ਤਾਂ ਉਸ 'ਚ ਆਹ ਕਿਵੇਂ ਟੁੱਟ ਗਿਆ, ਇੱਦਾਂ ਕਿਵੇਂ ਹੋ ਗਿਆ, ਮਤਲਬ ਉਸ ਤਰੀਕੇ ਨਾਲ ਉਹਨੂੰ ਪੁੱਛੋ ਤਾਂ ਸੀ ਕਿ ਕੀ ਹੋਇਆ, ਤੇਰਾ ਪੈਰ ਸਲਿੱਪ ਕਰ ਗਿਆ, ਤੇਰੇ ਕੀ ਦਿੱਕਤ ਹੋ ਗਈ। ਤਾਂ ਉਹ ਰਿਐਕਸ਼ਨਸ ਜਿਹੜੀਆਂ ਹੈਗੀਆਂ ਨਾ ਆਪਣੀਆਂ, ਮੈਂ ਜਸਟ ਐਗਜ਼ਾਮਪਲ ਦਿੱਤੀ ਸੀ, ਉਹ ਰਿਐਕਸ਼ਨਸ ਨੂੰ ਪਹਿਲਾਂ ਥੋੜ੍ਹਾ ਜਿਹਾ ਪ੍ਰੈਕਟੀਕਲੀ ਲਓ, ਪ੍ਰੈਕਟੀਕਲੀ ਉਹਨੂੰ ਸਮਝੋ ਕਿ ਤੁਹਾਨੂੰ ਪ੍ਰੋਬਲਮ ਹੋਈ ਕੀ ਸੀਗੀ, ਉਸ ਤੋਂ ਬਾਅਦ ਉਸ 'ਤੇ ਰਿਐਕਟ ਕਰੋ, ਠੀਕ ਹੈ ਜੀ। ਅਤੇ ਬਾਕੀ ਬਸ ਮਾਰਕੀਟ ਨੂੰ ਇਹੀ ਮੈਸੇਜ ਹੈ ਕਿ ਥੋੜ੍ਹਾ ਜਿਹਾ ਨਾ ਮਤਲਬ ਆਪਣੇ ਕੰਮ 'ਤੇ ਧਿਆਨ ਦੇਣ। ਆਪਣੇ ਕੰਮ ਤੋਂ ਪਹਿਲਾਂ ਆਪਾਂ ਲੋਕਾਂ ਦੇ ਕੰਮ 'ਤੇ ਧਿਆਨ ਦਿੰਦੇ ਹਾਂ ਵੀ ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ। ਆਪਣੇ ਕੰਮ 'ਤੇ ਧਿਆਨ ਹੋਣਾ ਚਾਹੀਦਾ ਹੈਗਾ ਵੀ ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ। ਅੱਜ ਕੱਲ੍ਹ ਕੀ ਹੈ, ਮਾਰਕੀਟ ਇੱਕ ਦੂਜੇ 'ਚ ਵੜੀ ਵੀ ਹੈ, ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ। ਪਹਿਲਾਂ ਤੁਸੀਂ ਇਹ ਤਾਂ ਦੇਖੋ ਵੀ ਤੁਸੀਂ ਕੀ ਕਰ ਰਹੇ ਹੋ, ਠੀਕ ਹੈ। ਮਾਰਕੀਟ 'ਚ ਆਪਣੀ ਪ੍ਰੈਜ਼ੈਂਸ ਨੂੰ ਵਧਾਉਣ ਨਾਲੋਂ, ਮੈਂ ਹੁਣੇ ਪਿੱਛੇ ਜਿਹੀ ਗੱਲ ਸੁਣੀ ਸੀ, ਕਿਸੇ ਨੇ ਕਿਸੇ ਨੂੰ ਕਿਹਾ, ਮਤਲਬ ਸੁਣਨ ਦੇ ਵਿੱਚ ਆਈ ਸੀ, ਖੈਰ ਆਪਾਂ ਇਗਨੋਰ ਕਰਤੀ, ਆਪਾਂ ਤਾਂ ਉਸ ਚੀਜ਼ 'ਤੇ ਕੋਈ ਰਿਐਕਟ ਹੀ ਨਹੀਂ ਕੀਤਾ। ਉਹਨਾਂ ਨੇ ਕਿਹਾ ਹੁਣ ਨਾ ਆਪਾਂ ਇੱਕ ਲਵਜ਼ ਬਾਈਟ ਦੇ ਬਿਲਕੁਲ ਸਾਹਮਣੇ ਰੈਸਟੋਰੈਂਟ ਖੋਲ੍ਹਣਾ, ਜੋ ਲਵਜ਼ ਬਾਈਟ 400 ਦਾ ਫੂਡ ਦੇ ਰਿਹਾ ਆਪਾਂ ਉਹਨੂੰ 250 'ਚ ਵੇਚਾਂਗੇ ਯਾਰ, ਉਹਨੂੰ ਫੇਲ ਕਰਾਂਗੇ ਰਾਤ ਨੂੰ, ਠੀਕ ਹੈ ਜੀ। ਤਾਂ ਮਤਲਬ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ, ਯਾਰ ਜੋ ਤੁਸੀਂ ਡੇ ਦੇ ਵਿੱਚ ਕਰ ਰਹੇ ਹੋ ਉਹਨੂੰ ਵੀ ਅੱਛਾ ਕਰ ਲਓ, ਨਾਈਟ 'ਚ ਆ ਰਹੇ ਹੋ ਆ ਜਾਓ, ਸਾਨੂੰ ਕੋਈ ਦਿੱਕਤ। ਦੇਖੋ ਸਰ ਐਕਚੁਅਲ ਦੇ ਵਿੱਚ ਹੁਣ ਤੁਸੀਂ ਇਹ ਕਹੋਗੇ ਵੀ ਮਤਲਬ ਮਾਰਕੀਟ ਦੇ ਵਿੱਚ ਐਕਚੁਅਲ ਇਹ ਗੱਲ ਹੋਊਗੀ ਵੀ ਆਪਾਂ ਰਾਤ ਨੂੰ 5 ਰੈਸਟੋਰੈਂਟ ਖੁੱਲ੍ਹਦੇ ਹਾਂ, ਠੀਕ ਹੈ ਜੀ। ਕਹਿਣ ਨੂੰ ਇੱਕ ਆਈ ਤਾਂ ਕਹੂਗੀ ਵੀ ਕੰਪੀਟੀਸ਼ਨ ਵਧੂਗਾ, ਕੰਮ ਘਟੂਗਾ, ਪਰ ਦੇਖਿਆ ਜਾਵੇ ਤੁਹਾਨੂੰ ਨਹੀਂ ਲੱਗਦਾ ਲੋਕਾਂ ਦੀ ਵਾਕ ਇਨ ਵਧੂਗੀ, ਰਾਤ ਨੂੰ ਸੇਫਟੀ ਵੱਧ ਹੋਊਗੀ। ਜੇ ਇੱਕ ਲਾਈਨ ਦੇ ਵਿੱਚ ਮੰਨ ਲਓ ਕਿ ਇਸ ਸ਼ਹਿਰ ਦੇ ਵਿੱਚ ਇਸ ਟਾਈਮ ਆਲਮੋਸਟ 10 ਰੈਸਟੋਰੈਂਟ ਨਾਈਟ 'ਚ ਖੁੱਲ੍ਹਣ ਵਾਲੇ ਹੈਗੇ ਆ ਮੰਨ ਲਓ, ਤਾਂ ਜੇ ਲੋਕਾਂ ਦੀ ਵਾਕ ਇਨ ਵਧੂਗੀ ਤਾਂ ਮੈਨੂੰ ਲੱਗਦਾ ਕਿ ਕੰਮ ਵੀ ਵਧੂਗਾ, ਕਿਉਂਕਿ ਸੇਫਟੀ ਉਨੀ ਜ਼ਿਆਦਾ ਵਧੂਗੀ। ਸੇਫਟੀ ਕਿਵੇਂ ਵਧੂਗੀ? ਜਿਹੜੇ ਆਸੇ ਪਾਸੇ ਕੋਈ ਸ਼ਰਾਰਤੀ ਅਨਸਰ ਹੁੰਦੇ ਆ ਉਹਨਾਂ ਦਾ ਕ੍ਰਾਈਮ ਘਟੂਗਾ ਵੀ ਉਹ ਦੇਖ ਯਾਰ ਉੱਥੇ ਲੋਕਾਂ ਦੀ ਚਹਿਲ ਪਹਿਲ ਬਹੁਤ ਹੈ। ਕ੍ਰਾਈਮ ਕਿੱਥੇ ਹੁੰਦਾ? ਜਿੱਥੇ ਲੋਕਾਂ ਦੀ ਚਹਿਲ ਪਹਿਲ ਨਹੀਂ ਹੁੰਦੀ, ਆਲਮੋਸਟ ਉੱਥੇ ਹੁੰਦਾ, ਠੀਕ ਹੈ ਜੀ। ਤਾਂ ਉਹ ਸ਼ਾਂਤ ਏਰੀਏ ਲੱਭਦੇ ਆ ਕ੍ਰਾਈਮ ਕਰਨ ਵਾਸਤੇ। ਤਾਂ ਆਪਣੇ ਜਿਹੜੇ ਹੈਗੇ ਆ ਕਿ ਜਿਵੇਂ ਹੁਣ ਵੱਡੀਆਂ ਸਿਟੀਜ਼ ਨੇ ਉਹਨਾਂ ਦੇ ਵਿੱਚ ਨਾਈਟ ਲਾਈਫ ਹੈਗੀ ਹੈ, ਤਾਂ ਇੱਥੋਂ ਦੀ ਮੈਨੂੰ ਲੱਗਦਾ ਕਿ ਨਾਈਟ ਲਾਈਫ ਥੋੜ੍ਹੀ ਬਠਿੰਡਾ ਦੀ ਵੀ ਵਧਣੀ ਚਾਹੀਦੀ ਹੈਗੀ ਹੈ, ਅੱਛੇ ਤਰੀਕੇ ਨਾਲ, ਗਲਤ ਤਰੀਕੇ ਨਾਲ ਨਹੀਂ, ਠੀਕ ਹੈ ਜੀ। ਇਹ ਨਹੀਂ ਹੈ ਕਿ ਦਾਰੂਆਂ ਲੈ ਕੇ ਰਾਤੀ ਘੁੰਮੋ ਸ਼ਹਿਰ 'ਚ ਅਤੇ ਗੰਦ ਪਾਓ, ਉਸ ਤਰੀਕੇ ਨਾਲ ਨਹੀਂ, ਅੱਛੇ ਤਰੀਕੇ ਨਾਲ ਥੋੜ੍ਹੀ ਨਾਈਟ ਲਾਈਫ ਵੀ ਵਧਣੀ ਚਾਹੀਦੀ ਹੈ। ਬਾਕੀ ਮੈਂ ਯੰਗਸਟਰਸ ਨੂੰ ਕਹੂੰਗਾ ਕਿ ਆਪਣੇ ਦੇਸ਼ ਨੂੰ ਵੀ ਸੁਧਾਰੋ ਯਾਰ। ਕਹਿਣ ਨੂੰ ਆਪਾਂ ਉੱਥੇ ਬੈਠ ਕੇ ਸਟੋਰੀਜ਼ ਪਾ ਰਹੇ ਹੁੰਦੇ ਹਾਂ, ਸਾਡਾ ਦੇਸ਼ ਮਹਾਨ, ਅਸੀਂ ਇੰਡੀਆ ਨੂੰ ਮਿਸ ਕਰ ਰਹੇ ਹਾਂ, ਵੀ ਮਿਸ ਯੂ ਇੰਡੀਆ, ਅਤੇ ਆਪਾਂ ਯਾਰ ਇੱਕ ਪਾਸੇ ਇੰਡੀਆ ਨੂੰ ਸੁਧਾਰ ਹੀ ਨਹੀਂ ਰਹੇ, ਇੰਡੀਆ ਨੂੰ ਉਸੇ ਹੁਣ ਮੈਂ ਇਕੱਲਾ ਕੀ ਕਰ ਲੂੰਗਾ ਸਰ, ਠੀਕ ਹੈ ਨਾ ਜੀ। ਤਾਂ ਬਾਕੀ ਵੀ ਯੰਗਸਟਰਸ ਜੇ ਆਪਣੇ ਪੜ੍ਹ ਲਿਖ ਕੇ ਥੋੜ੍ਹਾ ਜਿਹਾ ਇੱਥੇ ਹੀ ਆਪਣੀ ਸਟੱਡੀਜ਼ ਨੂੰ, ਹੁਣ ਦੇਖੋ ਸਰ ਕੋਈ ਬਜ਼ੁਰਗ ਬੰਦਾ ਤਾਂ ਪੜ੍ਹੂਗਾ ਨਹੀਂ, ਯੰਗਸਟਰ ਹੀ ਪੜ੍ਹਨਗੇ। ਯੰਗਸਟਰ ਜੇ ਪੜ੍ਹ ਕੇ ਅੱਜ ਕੱਲ੍ਹ ਕਿਸੇ ਨੂੰ ਵੀ ਪੁੱਛ ਲਓ, ਮੈਂ ਹੋਟਲ ਮੈਨੇਜਮੈਂਟ ਕਿਤੇ ਵੀ ਜਾਣਾ, ਉੱਥੋਂ ਦੇ ਸਟੂਡੈਂਟਸ ਨੂੰ ਸੁਣਦਾ ਕੀ ਕਰਨਾ, ਬਾਹਰ ਜਾਣਾ ਜੀ, ਕੀ ਕਰਨਾ, ਕੈਨੇਡਾ ਸ਼ਿਫਟ ਹੋਣਾ ਜੀ। ਅਸ ਤਾਂ ਮੁੰਡਿਆਂ ਨੂੰ ਪੁੱਛਦਾ ਉਹ ਕੀ ਪਲਾਨ, ਉਹ ਕੈਨੇਡਾ ਦੀ ਫਾਈਲ ਲੱਗ ਗਈ ਓਕੇ ਹੈ ਜੀ, ਬਸ ਆ ਵੀਜ਼ਾ ਆ ਜਾਣਾ 15 ਦਿਨ 'ਚ ਪਾਸ, ਆਪਣੀ ਤਾਂ ਜ਼ਿੰਦਗੀ ਸੈੱਟ ਹੈ। ਕਰਨਾ ਕੀ ਉੱਥੇ ਜਾ ਕੇ, ਲਾਣੇ ਤਾਂ ਪੋਚੇ ਹੀ ਹੈ, ਅਤੇ ਇੱਥੇ ਲਾ ਲਓ, ਇੱਥੇ ਕੀ ਤਕਲੀਫ ਹੈ। ਬਟ ਕਰਨਾ ਆਪਾਂ ਇੱਥੇ ਵੀ ਕੁਛ ਨਹੀਂ ਗਾ, ਅਤੇ ਕਰਨਾ ਆਪਾਂ ਉੱਥੇ ਜਾ ਕੇ ਵੀ ਲੜਦੇ ਹਾਂ, ਆਪਾਂ ਉੱਥੇ ਜਾ ਕੇ ਵੀ ਖਰਾਬ ਹੁੰਦੇ ਹਾਂ। ਇੱਥੇ ਪੇਰੈਂਟਸ ਦੀ ਨਿਗਾਹ ਸਾਹਮਣੇ ਰਹੋ, ਪੇਰੈਂਟਸ ਨੂੰ ਸਪੋਰਟ ਕਰੋ, ਪੇਰੈਂਟਸ ਦਾ ਸਪੋਰਟ ਸਿਸਟਮ ਬਣੋ, ਜੋ ਵੀ ਕਰ ਰਹੇ ਹੋ ਉਹਨੂੰ ਅੱਛਾ ਹੀ ਕਰੋ। ਤਾਂ ਬਸ
ਇੱਕ ਅੱਛਾ ਇਨਸਾਨ ਬਣ ਕੇ ਦਿਖਾਓ। ਹਿਊਮਨਿਟੀ ਕਦੇ ਨਹੀਂ ਖਤਮ ਹੋਣੀ ਚਾਹੀਦੀ, ਇਨਸਾਨੀਅਤ ਆਪਣੀ ਜਗਾ ਕੇ ਰੱਖੋ ਆਪਣੇ ਅੰਦਰ ਦੀ। ਬਟ ਅੱਜ ਇਨਸਾਨੀਅਤ ਜੇ ਆਪਾਂ ਖਤਮ ਕਰ ਲਾਂਗੇ ਤਾਂ ਮੈਨੂੰ ਲੱਗਦਾ ਕਿ ਅੱਗੇ ਗੱਡੀ ਰੋੜਨੀ ਔਖੀ ਹੈ। ਜੀ ਜੀ। ਸੋ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣੀ ਜਰਨੀ ਜਿਹੜੀ ਆ ਉਹ ਆਰਐਮਬੀ ਟੈਲੀਵਿਜ਼ਨ ਦੇ ਨਾਲ ਸਾਂਝੀ ਕੀਤੀ। ਉਮੀਦ ਕਰਦੇ ਹਾਂ ਜੋ ਤੁਹਾਡੀ ਆਸ ਆ, ਜੋ ਤੁਹਾਡੀ ਉਮੀਦ ਆ, ਜੋ ਤੁਹਾਡਾ ਜਿਹੜਾ ਸੋਚ ਆ ਕਿ ਮੈਂ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਣਾ ਇਸ ਬ੍ਰਾਂਡ ਨੂੰ, ਉਸ ਤੱਕ ਜ਼ਰੂਰ ਪਹੁੰਚੇ। ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਮੇਰੇ ਨਾਲ ਅੱਜ ਉਹ ਦੋ ਭਰਾਵਾਂ ਦੀ ਜੋੜੀ ਸੀ ਜਿਨ੍ਹਾਂ ਦੀ ਹੱਡਬੀਤੀ ਤੁਹਾਡੇ ਨਾਲ ਸਾਂਝੀ ਕੀਤੀ ਆ, ਜਿਨ੍ਹਾਂ ਦੀ ਸਟੋਰੀ ਤੁਹਾਡੇ ਨਾਲ ਸਾਂਝੀ ਕੀਤੀ ਆ। ਇਹ ਸਟੋਰੀ ਸੁਣ ਕੇ, ਸਟੋਰੀ ਦੇਖ ਕੇ ਇੱਕ ਚੀਜ਼ ਜ਼ਰੂਰ ਲੱਗਦੀ ਹੈ, ਇੱਕ ਹਲੂਣਾ ਆਪਦੇ ਅੰਦਰ ਦੇ ਵਿੱਚ ਜ਼ਰੂਰ ਵੱਜਦਾ ਆ ਕਿ ਜੇਕਰ ਇਹ ਦੋਨੋਂ ਕਰ ਸਕਦੇ ਆ ਤਾਂ ਅਸੀਂ ਕਿਉਂ? ਜੇਕਰ ਇਹ ਅਜਿਹੇ ਹਾਲਾਤਾਂ ਦੇ ਵਿੱਚ ਉੱਠ ਸਕਦੇ ਆ, ਸ਼ਾਇਦ ਜਦੋਂ ਕਦੇ ਘਰ ਦੇ ਵਿੱਚ ਸਬਜ਼ੀ ਲਿਆਉਣ ਦੇ ਲਈ ਪੈਸੇ ਨਹੀਂ ਹੁੰਦੇ ਸੀ, ਜਦੋਂ ਇਲਾਜ ਕਰਵਾਉਣ ਦੇ ਲਈ ਪੈਸੇ ਨਹੀਂ ਹੁੰਦੇ ਸੀ, ਤਾਂ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ? ਮਤਲਬ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਇਹ ਸੰਗ ਮਾਰ ਲੈਂਦੀ ਆ ਕਿ ਲੋਕ ਕੀ ਕਹਿਣਗੇ ਜਾਂ ਮੇਰਾ ਆਲਾ ਦੁਆਲਾ, ਮੇਰਾ ਆਸਾ ਪਾਸਾ ਕੀ ਕਹੂਗਾ। ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਾ ਪਾਸਾ ਕੀ ਕਹੂਗਾ। ਜਿੰਨਾ ਚਿਰ ਤੁਸੀਂ ਸੰਘਰਸ਼ ਕਰਦੇ ਹੋ ਉਹਨਾਂ ਚਿਰ ਉਹ ਆਸਾ ਪਾਸਾ ਤੁਹਾਨੂੰ ਤਾਨੇ ਮਿਹਣੇ ਮਾਰੂਗਾ। ਜਦੋਂ ਤੁਸੀਂ ਕਿਸੇ ਕੰਮ ਦੇ ਵਿੱਚ ਪੈਂਦੇ ਹੋ ਉਹਨਾਂ ਟਾਈਮ ਉਹ ਆਸਾ ਪਾਸਾ ਜਿਹੜਾ ਹੈਗਾ ਤੁਹਾਨੂੰ ਕਹੂਗਾ ਕਿ ਤੂੰ ਇਹ ਕਰ ਨਹੀਂ ਸਕਦਾ। ਪਰ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹੋ ਉਸ ਵੇਲੇ ਇਹੀ ਆਲਾ ਦੁਆਲਾ, ਇਹੀ ਆਸਾ ਪਾਸਾ ਤੁਹਾਨੂੰ ਇਹ ਕਹੂਗਾ ਕਿ ਸਾਨੂੰ ਪਤਾ ਸੀ ਤੂੰ ਇਹ ਕਰ ਦਿਖਾਏਂਗਾ, ਸਾਨੂੰ ਪਤਾ ਸੀ ਤੂੰ ਇਹ ਕਰ ਲਵੇਂਗਾ। ਤੇ ਜੇ ਇਹ ਗੱਲ ਅਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਰੱਖੀਏ, ਆਪਣੇ ਮਨ ਦੇ ਵਿੱਚ ਬਿਠਾ ਕੇ ਰੱਖੀਏ ਤਾਂ ਸ਼ਾਇਦ ਸਕਸੈਸ ਦੂਰ ਨਹੀਂ ਹੈ। ਬਸ ਗੱਲ ਇੱਕੋ ਆ ਕਿ ਸਾਨੂੰ ਉਸ ਰਾਹ ਤੇ, ਉਸ ਮੰਜ਼ਿਲ ਵੱਲ ਪੈਣਾ ਹੈ ਜਿਸ ਨੂੰ ਵਾਕਿਆ ਦੇ ਵਿੱਚ ਅਸੀਂ ਪਾਉਣਾ ਚਾਹੁੰਦੇ ਹਾਂ। ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਆਪਣੇ ਦੋਸਤ ਜਸ ਕਰੇ ਬੰਦੇ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਗਗਨਦੀਪ ਕੌਰ ਹੈ ਤੇ ਮੈਨੂੰ 5 ਮਹੀਨੇ ਹੋ ਗਏ ਲਵਜ਼ ਵਾਈਟ ਟੀਮ ਨੂੰ ਜੁਆਇਨ ਕੀਤੇ ਹੋਏ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਕਲਚਰ ਨੂੰ ਨਾ ਭੁੱਲੋ ਤੇ ਆਪਣੀ ਫੈਮਿਲੀ ਨੂੰ ਸੈਲਫ ਰਿਸਪੈਕਟ ਦਿਓ। ਸੋ ਗੁੱਡ ਮਾਰਨਿੰਗ ਟੂ एवरीवन। ਮਾਈ ਨੇਮ ਇਜ਼ ਵੀਰਪਾਲ ਕੌਰ। ਮੈਨੂੰ ਲਵਜ਼ ਬਾਈਟ ਕੰਮ ਕਰਦੇ ਹੋਏ ਅਪਰੋਕਸੀਮੇਟ 5 to 6 ਮੰਥ ਹੋ ਗਿਆ। तो मैं अपने थ्रू यही मैसेज गर्ल्स ਨੂੰ ਮੋਸਟਲੀ गर्ल्स ਨੂੰ ਦੇਣਾ ਚਾਹੂੰਗੀ ਕਿ ਇਹ ਮੈਟਰ ਨਹੀਂ ਕਰਦਾ ਤੁਸੀਂ ਦਿਨ 'ਚ ਕੰਮ ਕਰ ਰਹੇ ਹੋ, ਰਾਤ 'ਚ ਕੰਮ ਕਰ ਰਹੇ ਹੋ। ਇੱਦਾਂ ਨਾ ਬਿਲਕੁਲ ਵੀ ਕਰੋ ਵੀ ਤੁਸੀਂ ਰਾਤ ਨੂੰ ਘਰੋਂ ਬਾਹਰ ਨਿਕਲਣਾ ਪਊਗਾ ਜਾਂ ਫਿਰ ਕੁਝ ਵੀ ਕਰਨਾ ਪਊਗਾ। ਬਸ ਤੁਸੀਂ ਆਪਣੇ ਅੰਦਰ ਜਿਹੜਾ ਟੈਲੈਂਟ ਆ ਉਹਨੂੰ ਬਾਹਰ ਲੈ ਕੇ ਆਓ। गर्ल्स ਨੂੰ, ਦੂਸਰੀਆਂ गर्ल्स ਨੂੰ ਹੋਰ ਮੈਸੇਜ ਕਰੋ ਵੀ ਤੁਸੀਂ ਵੀ ਕਰ ਸਕਦੇ ਹੋ, ਅੱਗੇ ਵੱਧ ਸਕਦੇ ਹੋ। ਆਪਣੇ ਟੈਲੈਂਟਸ ਨੂੰ ਬਾਹਰ ਲੈ ਕੇ ਆਓ ਤੇ ਆਪਣਾ ਕੰਮ ਕਰੋ ਤੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣੋ ਤੇ ਕਿਸੇ ਵੀ ਫਾਈਨੈਂਸ਼ੀਅਲ ਲਈ ਤੁਹਾਨੂੰ ਕਿਸੇ ਤੇ ਡਿਪੈਂਡ ਨਾ ਰਹਿਣਾ ਪਵੇ ਇਨ ਫਿਊਚਰ। ਚਾਹੇ ਕੋਈ ਵੀ ਆ, ਚਾਹੇ ਤੁਹਾਡਾ ਫਾਦਰ, ਚਾਹੇ ਤੁਹਾਡਾ ਹਸਬੈਂਡ, ਜੋ ਕੁਝ ਵੀ ਆ, ਚਾਹੇ ਤੁਹਾਡੀ ਖੁਦ ਦੀ ਫੈਮਿਲੀ ਆ, ਬਟ ਖੁਦ ਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਰਹੋ ਤੇ ਕੋਸ਼ਿਸ਼ ਕਰੋ ਵੀ ਤੁਸੀਂ ਆਪਣੀ ਫੈਮਿਲੀ ਨੂੰ ਅੱਗੇ ਜਾ ਕੇ ਪ੍ਰਾਊਡ ਫੀਲ ਕਰਾਓ। ਥੈਂਕ ਯੂ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਖੁਸ਼ਪ੍ਰੀਤ ਕੌਰ। ਮੈਨੂੰ ਲਵਜ਼ ਬਾਈਟ ਜੁਆਇਨ ਕੀਤੇ 2 ਮਹੀਨੇ ਹੋ ਗਏ ਨੇ ਤੇ ਮੈਂ ਆਪਣੇ ਨਾਲ ਦੇ ਸਾਰੇ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਪਲੀਜ਼ ਤੁਸੀਂ ਬਾਹਰ ਵੱਲ ਜਾਣ ਲਈ ਜ਼ਿਆਦਾ ਨਾ ਸਭ ਦੇ ਪਿੱਛੇ ਲੱਗੋ, ਕਿਉਂਕਿ ਆਪਾਂ ਜੇ ਬਾਹਰ ਚਲੇ ਜਾਵਾਂਗੇ ਤਾਂ ਆਪਣਾ ਇੰਡੀਆ ਪਿੱਛੇ ਹੀ ਰਹਿ ਜਾਣਾ ਹੈ ਤੇ ਆਪਾਂ ਬਾਹਰਲੀਆਂ ਕੰਟਰੀਆਂ ਨੂੰ ਇਹ ਮੈਨ ਪਾਵਰ ਦੇ ਕੇ ਉਹਨਾਂ ਨੂੰ ਜ਼ਿਆਦਾ ਇਨਕਰੀਜ਼ ਕਰਾਂਗੇ ਇਕਨੋਮਿਕ 'ਚ। ਤੇ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਓਪਰਚੁਨਿਟੀਜ਼ ਇੱਥੇ ਲੱਭੋ ਤੇ ਨਵਾਂ ਤੋਂ ਨਵਾਂ ਕੁਝ ਇਨਵੈਂਟ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਭਾਰਤ ਵੀ ਫੋਰਨ ਕੰਟਰੀ ਦੇ ਵਾਂਗੂ ਗਰੋਥ ਕਰ ਸਕੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਸਤਵੀਰ ਸਿੰਘ। ਮੈਂ ਲਵਜ਼ ਬਾਈਟ ਤੇ 2 ਸਾਲ ਤੋਂ ਕੰਮ ਕਰ ਰਿਹਾ ਜੀ। ਅਸੀਂ ਹਮੇਸ਼ਾ ਆਪਣਾ ਬੈਸਟ ਫੂਡ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਬਸ ਤੁਸੀਂ ਇਸ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਾਹੁਲ ਕੁਮਾਰ। ਮੈਨੂੰ 1 ਸਾਲ ਹੋ ਗਿਆ ਜੀ ਲਵਜ਼ ਬਾਈਟ ਤੇ ਕੰਮ ਕਰਦੇ ਹੋਏ। ਮੈਨੂੰ ਪਤਾ ਹੀ ਨਹੀਂ ਲੱਗਿਆ ਜੀ 1 ਸਾਲ ਕਿਵੇਂ ਲੰਘ ਗਿਆ। ਇੱਥੋਂ ਦਾ ਸਟਾਫ, ਇੱਥੋਂ ਦੇ ਓਨਰਸ ਸਭ ਇੰਨੇ ਵਧੀਆ ਨੇ, ਫੈਮਿਲੀ ਵਾਂਗੂ ਰਹਿੰਦੇ ਨੇ। ਪਤਾ ਨਹੀਂ ਲੱਗਿਆ ਵੀ ਕਿਵੇਂ 1 ਸਾਲ ਮੇਰਾ ਬੀਤ ਗਿਆ ਜੀ। ਮੈਂ ਥੈਂਕਸ ਕਰਦਾ ਸਪੈਸ਼ਲ ਅਕਸ਼ੇ ਸਰ ਦਾ ਹੀ। ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਅਨਮੋਲ ਸਿੰਘ ਹੈ। ਮੈਨੂੰ ਲਵ ਬਾਈਟ ਟੀਮ ਜੁਆਇਨ ਕੀਤੇ ਨੂੰ ਇਹ ਕੁਝ 6 ਮਹੀਨੇ ਹੋ ਗਏ ਨੇ। ਮੇਰਾ ਲਵ ਬਾਈਟ ਟੀਮ ਦਾ ਐਕਸਪੀਰੀਅੰਸ ਬਹੁਤ ਹੀ ਬੈਸਟ ਰਿਹਾ ਹੈ। ਮੈਂ ਸਭ ਨੂੰ ਇੱਕ ਹੀ ਚੀਜ਼ ਦੱਸਣਾ ਚਾਹੁੰਦਾ ਕਿ ਕੋਈ ਵੀ ਸਟੈਪ ਛੋਟਾ ਵੱਡਾ ਨਹੀਂ ਹੁੰਦਾ। ਬਸ ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਹੌਸਲੇ ਬੁਲੰਦ ਰੱਖੋ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਕਰਨਵੀਰ ਸਿੰਘ ਹੈ। ਮੈਂ ਰੀਸੈਂਟਲੀ ਹੁਣੀ ਲਵਜ਼ ਬਾਈਟ ਟੀਮ ਨੂੰ ਜੁਆਇਨ ਕੀਤਾ ਤੇ ਪਹਿਲਾਂ ਵੀ 2-3 ਥਾਂ 'ਤੇ ਜੋਬ ਕੀਤੀ ਹੈ, ਬਟ ਇੱਥੇ ਜੋਬ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਇੱਥੋਂ ਦੇ ਜੋਬ ਕਰਨ ਦਾ ਜੋ ਮੈਥਡ ਹੈ ਬਹੁਤ ਵਧੀਆ ਹੈ, ਸਟਾਫ ਬਹੁਤ ਵਧੀਆ ਹੈ ਤੇ ਮੈਂ ਸਾਰਿਆਂ ਨੂੰ ਸਿਰਫ ਇਹੀ ਰਿਕੁਐਸਟ ਕਰਨਾ ਚਾਹੁੰਦਾ ਵੀ ਆਪਾਂ ਕੋਈ ਵੀ ਕਿਸੇ ਵੀ ਲੈਵਲ 'ਤੇ ਕੋਈ ਕੰਮ ਕਰਦੇ ਹਾਂ ਜਾਂ ਕੁਝ ਵੀ ਕਰਦੇ ਹਾਂ
ਉਸ 'ਚ ਆਪਦਾ 100% ਦੇਣ ਦੀ ਕੋਸ਼ਿਸ਼ ਕਰੋ ਤੇ ਕਦੇ ਵੀ ਉਸ ਨੂੰ ਮਿਸ ਨਾ ਕਰੋ, ਕਿਉਂਕਿ ਅੱਜ ਜੋ ਮੌਕਾ ਆਪਣੇ ਕੋਲ ਹੈਗਾ ਕੀ ਪਤਾ ਕੱਲ੍ਹ ਸ਼ਾਇਦ ਆਪਣੇ ਕੋਲ ਨਾ ਹੋਵੇ। ਸੋ ਕੋਈ ਵੀ ਕੰਮ ਕਰਦੇ ਹੋ ਉਹਨੂੰ 100% ਦਿਓ ਤੇ ਆਪਦੇ ਕੰਮ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕਰੋ ਤੇ ਜੋ ਆਪਣਾ ਫਲ ਹੈ ਉਹ ਆਪਣੇ ਰੱਬ ਨੇ ਆਪਾਂ ਨੂੰ ਦੇ ਹੀ ਦੇਣਾ।